अलिपात अर्धी महारूप राजा महाजोत ज्वालन करालन बराजा। अलिपात अर्धी महारूप राजा ਜਿਹੜਾ ਅੱਧਾ ਅਰਧੀ ਹੁੰਦਾ ਅੱਧਾ ਅੱਧਾ ਜਿਹੜਾ ਮਨ ਸੀ ਉਹੀ ਮਾਇਆਵਨ ਸੀ। ਅੱਧਾ ਤਾਂ ਹੁੰਦਾ ਹੀ ਨਹੀਂ ਮਨ ਕੋ। ਅੱਧਾ ਹੀ ਇਹ ਅਰਧੀ ਨੂੰ ਪਲਟ ਦਿੱਤਾ। ਯਾਨੀ ਜਿਹੜੀ ਆਪਣੀ ਮਰਜ਼ੀ ਸੀ ਉੱਤੋਂ ਪਾਣੀ ਦਾ ਸੁਭਾਅ ਹੈ, ਉੱਤੋਂ ਥੱਲੇ ਨੂੰ ਹੋਣਾ। ਪਾਣੀ ਦਾ ਸੁਭਾਅ ਮਨ ਦਾ ਸੁਭਾਅ ਕਿਉਂਕਿ ਮਾਇਆ ਨਾ ਪਾਣੀ ਪਾਣੀ ਦਾ ਬੁਲਬੁਲਾ ਨਾ ਸਰੀਰ ਇਹਦੇ ਨਾਲ ਜੁੜਿਆ ਹੈ ਨਾ ਮਨ। ਇਹਦਾ ਮਤਲਬ ਹੈ ਉਹਦਾ ਸੁਭਾਅ ਹੈ ਥੱਲੇ ਨੂੰ ਆਉਣਾ। ਥੱਲੇ ਨੂੰ ਆਉਣ ਦਾ ਮਤਲਬ ਇਹ ਹੈ ਅਸਲ ਦੇ ਵਿੱਚ ਆਹ ਹਿੱਸਾ ਥੱਲੇ ਸੀ ਗਰਭ 'ਚ, ਆ ਉੱਤੇ ਸੀ। ਆਹ ਹਿੱਸਾ ਥੱਲੇ ਹੁੰਦਾ, ਉੱਤੇ ਨਹੀਂ ਹੁੰਦਾ। ਹੁਣ ਉੱਤੇ ਹੈ, ਹੁਣ ਪੁੱਠਾ ਹੈ, ਪੈਰਾਂ ਤੇ ਹੁੰਦਾ ਨਾ ਸਿਰ, ਉੱਤੋਂ ਥੱਲੇ ਨੂੰ ਆਇਆ ਹੈ। ਤਾਂ ਹੀ ਕਹਿੰਦੇ ਵੀ ਦੁਨੀਆ ਨੂੰ ਸਿੱਧੀ ਦੇਖਣਾ, ਸਿਰ ਦੇ ਵੱਲ ਖੜੇ ਹੋਵੋ। ਉਹਨੂੰ ਜਦ ਪੁੱਠਾ ਕਰਾਂਗੇ ਤਾਂ ਹੁਣ ਇੱਥੋਂ ਇੱਥੇ ਆਊਗਾ। ਡੀਪਾਂ ਚਲਿਆ ਗਿਆ, ਯਾਨੀ ਬੁੱਧੀ ਜਿਹੜੀ ਲੈ ਕੇ ਆਇਆ ਤਾਂ ਉਹ ਤੋਂ ਘਟਾ ਰਿਹਾ। ਇਹਨੂੰ ਨਰਕ ਕਹਿੰਦੇ ਸੀ। ਬੈਟਰੀ ਜਿੰਨੀ ਸਾਡੇ ਕੋਲ ਹੈ ਸੀ ਸੋਚਣ ਨਾਲ ਡਿਸਚਾਰਜ ਹੋ ਰਹੀ ਹੈ। ਕਰਨ ਹੋਇਆ ਸੀ ਚਾਰਜ। ਜੇ ਆਪਾਂ ਬੁੱਧੀ ਨੂੰ ਬੈਟਰੀ ਮੰਨ ਲਈਏ ਨਾ, ਜਿੰਨੀ ਉਹਦੇ ਵਿੱਚ ਚਾਰਜ ਹੈ, ਜਿੰਨਾ ਬੈਟਰੀ ਵਿੱਚ ਉਨੀ ਉਹਦੇ ਕੋਲ ਉਨੀ ਉਹਦੀ ਤਾਕਤ ਹੈ। ਬੁੱਧ ਬਲ ਹੈ, ਉਹਨੂੰ ਆਪਾਂ ਬੁੱਧ ਬਲ ਕਹਿ ਦਿੰਦੇ ਹਾਂ। ਜੇ ਉਹਨੂੰ ਵਧਾਉਣਾ ਬੁੱਧ ਬਲ ਤਾਂ ਬੈਟਰੀ ਚਾਰਜ ਕਰਦੀ ਪਊ। ਹੋਰ ਬੈਟਰੀ 'ਚ ਗੁੰਜਾਇਸ਼ ਹੈ ਬਹੁਤ ਚਾਰਜ ਹੋਣ ਦੀ। ਫੁੱਲ ਚਾਰਜ ਨਹੀਂ ਹੈਗੀ ਬੈਟਰੀ ਸਾਡੀ। ਫੁੱਲ ਚਾਰਜ ਕਰਨਾ, ਫੁੱਲ ਚਾਰਜ ਕਰ ਹੋ ਜਾ ਧਰ ਉੱਪਰ ਆਕਾਸ਼ ਹੋ ਜੂ। ਬ੍ਰਹਮ ਗਿਆਨੀ ਕੇ ਮਨ ਪ੍ਰਗਾਸ਼। ਇਹ ਬੈਟਰੀ ਚਾਰਜ ਹੋ ਰਹੀ ਹੈ ਗਿਆਨ ਨਾਲ, ਹੋਰ ਕੁਝ ਨਹੀਂ ਹੋ ਰਿਹਾ। ਬੈਟਰੀ ਤਾਂ ਹੈ ਸਾਰਿਆਂ ਕੋਲ ਇੱਕੋ ਜੀ, ਚਾਰਜ ਨਹੀਂ ਇੱਕੋ ਜੀ ਹੈ। ਕਿਸੇ ਦੀ ਕਿੰਨੀ ਚਾਰਜ ਹੈ, ਕਿਸੇ ਦੀ ਕਿੰਨੀ ਚਾਰਜ ਹੈ, ਕਿਸੇ ਦੀ ਕਿੰਨੀ ਚਾਰਜ ਹੈ। ਇਹ ਥੋੜ੍ਹੀ ਹੈ ਵੀ ਇੱਕੋ ਜਿਹੀ ਚਾਰਜ ਹੈ। ਜਿਹਦੀ ਘੱਟ ਚਾਰਜ ਹੈ, ਕਿੰਨੀ ਘੱਟ, ਥੋੜ੍ਹੀ ਘੱਟ ਚਾਰਜ ਹੈ, ਕਿਸੇ ਦੀ ਜ਼ਿਆਦਾ ਘੱਟ ਚਾਰਜ ਹੈ। ਚਾਰਜ ਫੁੱਲ ਹੋ ਜੂ ਇਹਦੇ ਨੂੰ ਜੋ ਲੱਗਿਆ ਰਹੇ। ਇਹ ਹੋ ਸਕਦਾ। ਉਹ ਚਾਰਜ ਤਾਂ ਪਾਈ ਹੋਈ ਕਰੂ ਜਿਹੜੇ ਲਾਊਗਾ ਸੋਚੇ। ਸੋਚੇ ਨਹੀਂ ਲਾਉਣੀ ਤੇ ਚਾਰਜ ਕਿੱਥੋਂ ਹੋਣੀ। ਡਿਸਚਾਰਜ ਕਰ ਰਿਹਾ, ਨਰਕ ਵੱਲ ਨੂੰ ਜਾ ਰਿਹਾ। ਜਦ ਇਹਨੂੰ ਪੁੱਠਾ ਕਰ ਦਈਏ ਨਾ, ਚਾਰਜ ਵੱਲ ਲਾ ਦਈਏ, ਉਹ ਗੱਲ ਕਹੀ ਹੋਈ ਹੈ। ਸੋਚਣ ਵੱਲੋਂ ਪੱਟ ਕੇ ਸਮਝਣ ਵੱਲ ਲਾਤਾ। ਇੱਧਰੋਂ ਪੱਟਣਾ, ਇੱਧਰ ਲਾਉਣਾ। ਬੰਦਾ ਕੀ ਸਮਝਾਉਣਾ? ਸੋਚਣੋਂ ਪੱਟ ਕੇ ਸਮਝਣ ਵੱਲ ਲਾਇਆ। ਆਇਓ ਲਾਹਾ ਲੈਣ, ਤੂੰ ਤਾਂ ਗੁਰੂ ਤੋਂ ਸਿੱਖਿਆ ਲੈਣਾ। ਅਸੀਂ ਇੱਥੇ 5 ਗਿਆਨ ਤੇਰੇ ਕਾਹਦੇ ਦਿੱਤੇ ਨੇ? ਤੈਨੂੰ ਗਿਆਨ ਲੈਣ ਨੂੰ ਦਿੱਤੇ ਨੇ, ਤੂੰ ਇਹਨਾਂ ਦੇ ਗਿਆਨ ਖਾਰਜ ਕਰ ਰਹੇ। ਤਾਰ ਤਾਂ ਉਹੀ ਹੈ। ਉਸੇ ਜਗ੍ਹਾ ਤੋਂ ਬੈਟਰੀ ਚਾਰਜ ਹੋਣੀ, ਉਸੇ ਤੋਂ ਡਿਸਚਾਰਜ ਵੀ ਹੋ ਜਾਣੀ ਹੈ। ਜਗ੍ਹਾ ਤਾਂ ਉਹੀ ਨੇ, ਉੱਥੇ ਹੀ ਡਿਸਚਾਰਜ ਹੋ ਜਾਣੀ, ਉੱਥੇ ਚਾਰਜ ਹੋਣੀ। ਇਹ ਗਿਆਨ ਤੇਰਾ ਨਹੀਂ ਡਿਸਚਾਰਜ ਵੀ ਹੋ ਜਾਂਦੀ ਹੈ। ਬੈਟਰੀ ਜੇ ਚਾਰਜ ਹੁੰਦੀ ਹੈ। ਬੁੱਧ ਦਾ ਨਾਸ ਵੀ ਗਿਆਨ ਅੰਦਰ ਹੀ ਕਰਦੇ ਨੇ। ਤਾਂ ਹੀ ਕਿਹਾ ਸਰਬੜੋ ਮੇਰੇ ਉਹ ਸਾਚੇ ਸੁਣਨ ਨੂੰ ਬਿਠਾਏ, ਸਾਚੇ ਸੁਣਨ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਅੱਖਾਂ ਨੇ, ਆ ਕੰਨ ਨੇ ਡਿਸਚਾਰਜ ਕਰਨ ਵਾਲੇ ਦੋ ਹੀ ਪੁਆਇੰਟ ਹੁੰਦੇ ਨੇ, ਦੋ ਹੀ ਬੈਟਰੀ 'ਚ ਹੁੰਦੇ ਨੇ। ਹਰ ਵੇਲੇ ਵਰਨਾ ਦੇਖੋ ਕੋਈ, ਦੋ ਹੀ ਨੇ ਪੁਆਇੰਟ ਹੈ। ਉਹ ਬਾਕੀ ਤਾਂ ਇਹਨਾਂ ਨੂੰ ਸੋਚਣ 'ਚ ਮਜਬੂਰ ਕਰਨ ਵਾਲੇ ਪੁਆਇੰਟ ਨੇ। ਸੋਚਣ ਵਾਸਤੇ ਮਜਬੂਰ ਕਰਨ ਵਾਲੇ ਨੇ। ਬਾਕੀ ਜੀਭ ਰਸਨਾ ਕਸਾਂ ਫਸੀ ਹੋਈ ਹੈ, ਸੋਚਣ ਨੂੰ ਮਜਬੂਰ ਕਰਦੀ ਹੈ। ਉਹ ਹੈ ਉਹਨੇ ਅੱਧਾ ਜਿਹੜਾ ਸੀ ਮਨ ਪਲਟ ਦਿੱਤਾ। ਅਲਿਪਾਤ ਆਪਣਾ ਨਹੀਂ, ਜਿਹਦਾ ਮਰਜ਼ੀ ਪਲਟ ਦਿੰਦਾ ਉਹ ਸ਼ਕਤੀ ਰੱਖਦਾ।
ਗੁਰਬਾਣੀ ਸ਼ਕਤੀ ਨਹੀਂ, ਗੁਰੂ ਸ਼ਕਤੀ ਨਹੀਂ ਸੀ, ਮਨ ਪਲਟੇ ਨਹੀਂ। ਅਲੀ ਬਾਤ ਅਰਦੀ ਹਾਂ ਅਰਦੀ ਪਲਟ ਦਿੰਦਾ ਦੋਨਾਂ ਨੂੰ, ਪਲਟ ਕੇ ਰੱਖਤੇ ਸਾਰੇ ਮਨ, ਜਿਹੜੇ ਸੋਚਣ ਵਾਲੇ ਸੀ ਸਮਝਣ ਵਾਲੇ ਪਾਸੇ ਲਾਤੇ। ਮਹਾਰੂਪ ਰਾਜਾ, ਮਹਾਰੂਪ ਵਾਲਾ ਸੀ। ਔਰ ਰਾਜਾ ਰਾਜਾ ਨਹੀਂ ਸੀ, ਰਾਜਾ ਲਫ਼ਜ਼ ਹੈ, ਰੱਜਿਆ ਹੋਇਆ ਸੀ ਰਾਜਾ। ਉਹ ਜਿਹੜਾ ਤੁਰਿਆ ਫਿਰਦਾ ਸੀ ਲੋਕਾਂ ਤੇ, ਲੋਕਾਂ ਨੂੰ ਜਿੱਤ ਕੇ ਆਪਣੇ ਰਾਜ ਚ ਬਣਾਉਣ ਵਾਸਤੇ ਨਹੀਂ ਤੁਰਿਆ ਫਿਰਦਾ। ਜੇ ਲੋਕਾਂ ਨੂੰ ਜਿੱਤ ਰਿਹਾ ਸੀ, ਉਹਨਾਂ ਦਾ ਖਜ਼ਾਨੇ ਤੇ ਕਬਜ਼ਾ ਕਰਨ ਵਾਸਤੇ ਨਹੀਂ ਸੀ ਫਿਰਦਾ, ਦੁਨਿਆਵੀ ਇੱਜ਼ਤ ਵਾਸਤੇ ਨਹੀਂ ਸੀ ਫਿਰਦਾ। ਉਹਨਾਂ ਦਾ ਮਨ ਨੂੰ ਮਤਲਬ ਸੋਚਣ ਤੇ ਸਮਝਣ ਵੱਲ ਲਾਉਣ ਨੂੰ ਫਿਰਦਾ ਸੀ, ਪਰਉਪਕਾਰੀ ਸੀ। ਜਦ ਆਪ ਰੱਜਿਆ ਹੋਇਆ ਸੀ, ਭੁੱਖ ਨਹੀਂ ਸੀ ਕਿਸੇ ਚੀਜ਼ ਦੀ। ਰਾਜਾ ਨੂੰ ਭੁੱਖ ਹੁੰਦੀ ਹੈ ਨਾ, ਭੁੱਖ ਜੇ ਭੁੱਖ ਹੈ, ਭੁੱਖ ਤਾਂ ਉਤਰੀ ਨਹੀਂ। ਇਹ ਰਾਜਾ ਜਿਹੜਾ ਭੁੱਖਾ ਨਹੀਂ ਹੈ, ਭੁੱਖੇ ਤੋਂ ਉਲਟਾ ਫਤਿਹ ਕਰਦਾ ਫਿਰਦਾ ਹੈ, ਰਾਜਿਆਂ ਨੂੰ ਦਬਾਉਂਦਾ ਫਿਰਦਾ ਹੈ, ਪਰ ਭੁੱਖ ਵਾਸਤੇ ਨਹੀਂ, ਪਰਉਪਕਾਰ ਵਾਸਤੇ, ਉਹਦੇ ਭਲੇ ਵਾਸਤੇ ਉਹਨੂੰ ਪਲਟਦਾ। ਵੀ ਭਾਈ ਬੈਟਰੀ ਚਾਰਜ ਕਰਨਾ ਹੈ ਤੂੰ, ਜੇ ਤੈਨੂੰ ਸੁੱਖ ਸਾਰੇ ਹੈਗੇ ਨੇ ਸਾਧਨ ਤੇਰੇ ਕੋਲ, ਤੈਨੂੰ ਕੰਮ ਹੱਥ ਨਾਲ ਕਰਨਾ ਨਹੀਂ ਪੈਂਦਾ, ਤੂੰ ਆਪ ਜਪ ਅਵਰਾ ਨਾਮ ਜਪਾ ਆਪਣੀ ਪਬਲਿਕ ਨੂੰ। ਰਾਜੇ ਨੂੰ ਫੜ ਲਈਏ ਤਾਂ ਪ੍ਰਜਾ ਆਪੇ ਫੜੀ ਜਾਂਦੀ ਹੈ, ਰਾਜੇ ਫੜੀ ਜਾਂਦਾ ਜਾ ਕੇ। ਟੈਕਨੀਕ ਇਹੀ ਹੈ ਪ੍ਰਚਾਰ ਦੀ, ਟੌਪ ਦੇ ਆਦਮੀ ਫੜ ਲਓ ਜਾ ਕੇ, ਕੱਲੇ ਨੂੰ ਹੁਣ ਸਾਰਿਆਂ ਨੂੰ ਫੜਦਾ ਹੋ ਜਾ ਕੇ। ਹਾਂਜੀ। ਮਹਾਜੋਤ ਜਵਾਲਨ ਕਰਾਲਨ ਬਿਰਾਜਾ, ਮਹਾਜੋਤ ਜਵਾਲਨ, ਮਹਾਜੋਤ ਹੈ ਚਿਹਰੇ ਦੇ ਉੱਤੇ, ਜਲਾਲ ਹੈ, ਜਵਾਲਨ ਕਰਾਲਨ ਭਿਆਨਕ ਵੀ ਹੈ। ਲਿਹਾਜ਼ ਨਹੀਂ ਹੈਗੀ ਜਿਹੜਾ ਹਰਾਮਜ਼ਾਦਗੀ ਕਰਦਾ ਉਹਦੇ ਨਾਲ। ਜਿਹੜੇ ਰਾਜੇ ਹਰਾਮਜ਼ਾਦਗੀ ਕਰਦੇ ਉਹਨਾਂ ਨੂੰ ਲਿਹਾਜ਼ ਵੀ ਕੋਈ ਨਹੀਂ, ਉਹ ਕਿਸੇ ਨੂੰ ਕਹਿਣਾ ਵੀ ਕੁਛ ਨਹੀਂ, ਕਹਿਣਾ ਨਹੀਂ ਕੁਛ ਕਿਸੇ ਨੂੰ। ਹੁਣ ਆਪ ਪੁਲਿਸ ਤੋਂ ਨਹੀਂ ਫਿਰਦੀ, ਆਪਣੇ ਚ ਕਿਸੇ ਨੂੰ ਕਹਿੰਦੀ ਹੈ, ਸਾਰੀ ਪਬਲਿਕ ਕੁਛ ਨਹੀਂ ਕਹਿੰਦੀ। ਪਰ ਜਿਹੜੇ ਆਦਮੀ ਸ਼ੈਤਾਨ ਨੇ ਆ, ਜਿਹੜੇ ਮੁਲਜ਼ਮ ਨੇ, ਉਹਨਾਂ ਦਾ ਤਾਂ ਲਿਹਾਜ਼ ਨਹੀਂ, ਉਹਨਾਂ ਦੇ ਡੰਗ ਵੀ ਫਿਰਦੀ ਹੈ, ਡੰਡਾ ਵੀ ਫਿਰਦੀ ਹੈ, ਸਮਝੇ। ਇਹ ਵੀ ਜਿਹੜੇ ਇਹ ਹੁੰਦੇ, ਉਹ ਕਹਿੰਦੇ ਸੰਤਾਂ ਮਾਨੂੰ ਦੂਤਾਂ ਨਾਨੂੰ, ਦੂਤਾਂ ਵਾਸਤੇ ਭਿਆਨਕ ਹੈ, ਸੰਤਾਂ ਵਾਸਤੇ ਭਿਆਨਕ ਨਹੀਂ ਹੈ। ਹਾਂਜੀ। ਭ੍ਰਮੇ ਦੁਸ਼ਟ ਪੁਸ਼ਟਨ ਹਸੈ ਸੁਧ ਸਾਧਨ, ਜਿਹੜੇ ਦੁਸ਼ਟ ਨੇ ਨਾ, ਆ ਦੇਖੋ ਨਾ, ਭ੍ਰਮੇ ਦੁਸ਼ਟ ਪੁਸ਼ਟਨ, ਉਹ ਆਪ ਹੀ ਛੱਡ ਦਿੰਦੇ ਨੇ ਦੂਏ ਪਾਸੇ, ਦੁਸ਼ਟਾਈ ਛੱਡ ਕੇ। ਜਦ ਸਾਧ ਵਾਲਾ ਹਾਸਾ ਹੱਸਦਾ ਨਾ, ਆਪ ਸਾਧ ਵਾਲਾ ਹਾਸਾ ਹੋਰ ਹੁੰਦਾ, ਦੁਸ਼ਟ ਵਾਲਾ ਹਾਸਾ ਹੋਰ ਹੁੰਦਾ। ਅੰਗਰੇਜ਼ ਜਿਹੜਾ ਹਾਸਾ ਹੈ ਨਾ, ਬਣਾਉਟੀ ਹਾਸਾ, ਕਈ ਆਦਮੀ ਬਣਾਉਟੀ ਹਾਸਾ ਹੱਸਦੇ ਨੇ, ਕਈ ਬਣਾਉਟੀ ਹਾਸਾ ਨਹੀਂ ਹੱਸਦੇ। ਜਿਹੜਾ ਬਣਾਉਟੀ ਹਾਸਾ ਹੁੰਦਾ ਹੋਰ ਤਰ੍ਹਾਂ ਦਾ ਹੁੰਦਾ, ਸਮਝਿਆ ਨਹੀਂ। ਜਿਹੜਾ ਹਾਸਾ ਦੂਆ ਹੁੰਦਾ ਹੋਰ ਤਰ੍ਹਾਂ ਦਾ ਹੁੰਦਾ। ਕਿਸੇ ਨੂੰ ਖੁਸ਼ ਕਰਕੇ ਕਰਨ ਵਾਸਤੇ ਹੱਸਣਾ ਉਹ ਗੱਲ ਹੋਰ ਹੈ, ਆਪਣੇ ਅੰਦਰ ਖੁਸ਼ੀ ਹੋਵੇ ਹਾਸਾ ਨਿਕਲ ਜਾਣਾ ਉਹ ਗੱਲ ਹੋਰ ਹੈ। ਦੁਸ਼ਟਾਂ ਨੂੰ ਪੁੱਠੇ ਕਰਦਾ ਹੈ ਪੁਸ਼ਟ, ਭ੍ਰਮੇ ਦੁਸ਼ਟ ਪੁਸ਼ਟਨ, ਇਧਰੋਂ ਪੱਟ ਕੇ ਉਧਰ ਲਾ ਦਿੰਦਾ। ਉਹ ਕਹਿੰਦਾ ਵੀ ਆ ਤਾਂ ਉਧਰ ਲੱਗ ਜਾਓ, ਬੰਦੇ ਬਣ ਜਾਓ, ਤੇ ਨਹੀਂ ਫਿਰ ਦੇਖ ਲਓ ਡਾਂਗ। ਪਰ ਮੈਂ ਘੁਮਾਤੇ ਮਨ ਪੱਟ ਤੇ ਉਹਨਾਂ ਦੇ ਜ਼ਬਰਦਸਤੀ, ਜਿਹੜੇ ਘੁਮਾਉਣਾ ਉਹਨੂੰ ਭਰਮੇ ਕਹਿੰਦੇ ਨੇ। ਭਰਮ ਕਰਕੇ ਨਹੀਂ, ਭਰਮੇ ਦਾ ਮਤਲਬ ਪੱਟ ਦੇਣਾ ਦੂਏ ਪਾਸੇ, ਘੁਮਾ ਦੇਣਾ। ਮਨ ਦੇ ਮੋੜ ਤੇ ਦੂਏ ਜਾਂਦੇ, ਥੱਲੇ ਨੂੰ ਜਾਂਦੇ ਜਾਂਦੇ ਪਹਾੜ ਤੇ ਨੂੰ ਚੜਾਈ ਜਾਣ ਦਾ ਉੱਤੇ। ਜਦੋਂ ਆਪਾਂ ਬੁੱਧੀ ਨੂੰ ਡਿਵੈਲਪ ਕਰਦੇ ਹਾਂ ਤਾਂ ਪਹਾੜ ਦੀ ਚੜਾਈ ਕਹਿੰਦਾ ਕਬੀਰ, ਉੱਤੋਂ ਪਾਣੀ ਥੱਲੇ ਨੂੰ ਤਾਂ ਆਪੇ ਆ ਜਾਂਦਾ। ਇਹ ਬੈਟਰੀ ਡਿਸਚਾਰਜ ਤਾਂ ਆਪੇ ਹੋ ਜਾਂਦੀ ਹੈ, ਭਾਈ ਤੁਸੀਂ ਰੱਖ ਛੱਡੋ ਬੈਟਰੀ ਨੂੰ, ਰਿਚਾਰਜ ਆਪੇ ਹੋ ਜੂਗੀ। ਡਿਸਚਾਰਜ ਹੋਣ ਦੀ ਨਹੀਂ ਗੱਲ ਹੈ, ਚਾਰਜ ਹੋਣ ਦੀ ਗੱਲ ਹੈ। ਚਾਰਜ ਨਹੀਂ ਆਪ ਹੁੰਦੀ, ਦਫਾ ਹੋਣੀ, ਚਾਰਜ ਕਰਨੀ ਪੈਂਦੀ, ਡਿਸਚਾਰਜ ਆਪੇ ਹੋ ਜਾਂਦੀ ਹੈ। ਚਾਰਜ ਕਰਨੀ ਔਖੀ ਹੈ, ਡਿਸਚਾਰਜ ਕੀ ਹੈ? ਚਾਰਜ ਕਰਨ ਖਾਤਰ ਕੋਈ ਚਾਹੀਦਾ ਹੋਰ, ਜਿੱਥੋਂ ਚਾਰਜ ਹੋਵੇ, ਰਿਚਾਰਜ ਆਪੇ ਹੋ ਜਾਂਦੀ ਹੈ।
ਹਾਂਜੀ ਭ੍ਰਮੈ ਦੁਸ਼ਟ ਪੁਸ਼ਟਨ ਹਸੈ ਸੁਧ ਸਾਧਨ। ਉਹਦਾ ਹਾਸਾ ਜਿਹੜਾ ਹੈ ਨਾ ਸ਼ੁੱਧ ਹਾਸਾ, ਦੇਖੋ ਸ਼ੁੱਧ ਸਾਧ ਵਾਲਾ ਸਾਧਨ ਵਾਸਤੇ ਲੋਕਾਂ ਨੂੰ ਬਖੌਲ ਚ ਹਾਸੇ ਮਾਹੌਲ ਜਗ੍ਹਾ ਲਗਾਇਆ ਹੁੰਦਾ, ਘੂਰ ਕੇ ਨਹੀਂ ਕਹਿੰਦਾ ਬਈ ਇਹ ਆ ਤਾਂ ਹੁਣ ਸਾਰੇ ਮੁੜਨਗੇ, ਠੀਕ ਹੋਣਗੇ, ਨਹੀਂ ਛੇਤਰ ਫਿਰੂਗਾ। ਇਹ ਸਾਰੇ ਰਲ ਮਿਲ ਕੇ ਜਿਹੜੀ ਪਬਲਿਕ ਆ, ਰਾਜੇ ਦਾ ਕੰਮ ਹੈਗਾ ਪਬਲਿਕ ਦਾ ਭਲਾ ਕਰਨਾ। ਅਸਲ ਭਲਾ ਤਾਂ ਇਹੀ ਹੈ ਵੀ 84 ਲੱਖ ਜਿਹੜੀ ਜੂਨ ਚ ਪਏ ਹੋਏ ਨੇ ਇਹ ਵਿਚਾਰੇ ਨਿਕਲ ਜਾਣ। ਉਹ ਆ ਰੋਟੀਆਂ ਰਾਟੀਆਂ ਦੀ ਗੱਲ ਤਾਂ ਚੱਲਦੀ ਰਹਿੰਦੀ ਹੈ, ਇੱਕ ਦੂਏ ਤੇ ਕੋਈ ਛਾਪਾ ਨਾ ਮਾਰੇ ਸਾਰੇ, ਸਮਝੇ ਨਹੀਂ? ਕੋਈ ਕਮਾ ਸਕਦਾ, ਕੋਈ ਨਹੀਂ ਕਮਾ ਸਕਦਾ। ਹੁਣ ਕਿਸੇ ਦੇ ਹੱਥ ਪੈਰ ਵੱਢੇ ਗਏ, ਉਹ ਰੋਟੀ ਕਿੱਥੋਂ ਖਾਊ? ਉਹਨੂੰ ਵੀ ਅਸੀਂ ਦੇਣੀ ਹੈ ਰੋਟੀ। ਕੋਈ ਅੱਖਾਂ ਨਹੀਂ ਕਿਸੇ ਦੇ ਹਨ, ਕਿਸੇ ਦੇ ਲੱਤਾਂ ਨਹੀਂ ਹਨ, ਉਹਦੇ ਵਾਸਤੇ ਲੰਗਰ ਨਹੀਂ ਚਲਾਏ ਹੋਏ, ਲੰਗਰ ਵੀ ਚਲਾਏ ਨੇ ਗੁਰੂ ਨੇ। ਹਾਂਜੀ ਭਜੋ ਪਾਣ ਦੁਰਗਾ ਅਰੂਪੀ ਅਗਾਧਨ। ਆ ਦੇਖੋ ਭਜੋ ਪਾਣ ਦੁਰਗਾ, ਉਹਨਾਂ ਨੂੰ ਕਹਿੰਦਾ ਆ ਕਰੋ, ਦੁਰਗਾ ਦੇ ਚਰਨਾਂ ਨੂੰ ਭਜ ਲਓ, ਜੁੜ ਜਾਓ। ਇਹ ਜਿਹੜੇ ਗੁਣ ਨੇ ਨਾ ਗੁਰਮਤਿ ਵਾਲੇ, ਇਹ ਦੁਰਗਾ ਦੇ ਪਾਨ ਨੇ, ਪੈਰ ਨੇ। ਪਾਰ ਦਾ ਮਤਲਬ ਪੈਰ ਹੁੰਦਾ। ਭਜੋ ਪਾਣ ਦੁਰਗਾ, ਚੰਡੀ ਦੇ ਚਰਨਾਂ ਨੂੰ ਛੂਲ। ਦੇਖੋ ਰਾਜਸਥਾਨ ਦੇ ਵਿੱਚ ਚੰਡੀ ਦੇ ਪੁਜਾਰੀ ਨੇ ਸਾਰੇ, ਇਸ ਕਰਕੇ ਖਾਲਸਾ ਰਾਜਸਥਾਨ ਨੂੰ ਜਾਂਦਾ ਸੀ, ਉਹ ਨਹੀਂ ਸੀ ਲੋਕ ਕੁਛ ਕਹਿੰਦੇ, ਉਹ ਚੰਡੀ ਵਾਲੇ ਨੇ ਸਾਰੇ। ਚੰਡੀ ਭੁੱਲ ਗਏ, ਚੰਡੀ ਕੀ ਹੁੰਦੀ ਹੈ ਇਹ ਵੀ ਦੇਵੀ ਦੁਬੀ ਚੰਡੀ ਦੇ ਰੂਪ ਨੇ ਇਹ ਸਾਰੀਆਂ, ਜਿੱਥੇ ਦੇਵੀ ਹੈ। ਪਰ ਪਤਾ ਨਹੀਂ ਨਾ, ਪੰਡਤ ਨੇ ਉਹ ਭੁਲੇਖੇ 'ਚ ਪਾਤੇ ਨਾ। ਭਜੋ ਪਾਨ ਦੁਰਗਾ ਅਰੂਪੀ ਅਗਾਧਨ। ਐਂ ਕਹਿੰਦਾ ਵੀ ਆਹ ਕੰਮ ਕਰੋ, ਅਸਲ ਕੰਮ ਆਹ ਕਰ ਲਓ, ਇਹ ਗੁਣ ਧਾਰਨ ਕਰੋ। ਔਰ ਪਬਲਿਕ ਨੂੰ ਆਪਣੇ ਹੁਕਮ ਨਾਲ ਗੁਣਾਂ ਵੱਲ ਲਾਓ, ਔਗਣਾਂ ਤੇ ਛਡਾ ਕੇ ਗੁਣਾਂ ਵੱਲ ਲਾਉਣਾ ਹੀ ਰਾਜ ਦਾ ਕੰਮ ਹੁੰਦਾ। ਸਮਝੇ? ਆਹ ਸਾਡਾ ਸਰਕਾਰ ਵੀ ਕੀ ਕਰਦੀ ਹੈ? ਔਗਣ ਹਾਰਿਆਂ ਵਾਸਤੇ ਪੁਲਿਸ ਹੈ, ਔਗਣ ਹਾਰਿਆਂ ਵਾਸਤੇ ਫੌਜ ਹੈ, ਔਗਣ ਹਾਰਿਆਂ ਵਾਸਤੇ ਅਦਾਲਤਾਂ ਨੇ, ਔਗਣ ਹਾਰਿਆਂ ਵਾਸਤੇ ਜੇਲ੍ਹ ਹੈ। ਹੋਰ ਕੀ ਹੈ? ਰਾਜ ਦਾ ਇਹੀ ਹੁੰਦਾ ਨਿਯਮ। ਹੁਣ ਇਹ ਅੱਧ ਔਗਣ ਆਪਣੇ ਜਿਹੜੇ ਰਾਜਿਆਂ ਜਦ ਹੁੰਦੇ ਨੇ, ਫਿਰ ਉਹ ਗੱਲ ਪ੍ਰਚਾਰ ਨਹੀਂ ਹੁੰਦਾ ਜਾਂ ਰਾਜੇ ਜੇ ਔਗਣ ਹੋਣ ਔਰ ਛੱਡਣੇ ਚਾਹੁੰਦਾ ਨਾ ਹੋਵੇ, ਫਿਰ ਅਸ਼ਾਂਤੀ ਹੋ ਜਾਂਦੀ ਹੈ ਜਿਹੜੀ ਅੱਜ ਹੋਈ ਹੈ। ਫਿਰ ਤਾਂ ਅਸ਼ਾਂਤੀ ਹੋਣੀ ਹੋਵੇ। ਦੂਏ ਨੂੰ ਕਿਵੇਂ ਕਹੂ ਜਾਂ ਮੇਰੇ ਕਿਉਂ ਕਰਨੇ, ਜਾਂ ਸੰਤਾਂ ਜੇ ਲੋਭ ਹੈ ਦੂਏ ਨੂੰ ਕਾਹਦੇ ਕਹਿਣ ਛੱਡੋ, ਫਿਰ ਉਹਦਾ ਪ੍ਰਚਾਰ ਨਹੀਂ ਹੁੰਦਾ। ਉਹ ਕਹੀ ਜਾਂਦੇ ਨੇ ਲੋਭ ਮਾੜਾ ਜੀ ਕੰਮ ਕਰੋ, ਉਹ ਕਹਿ ਕੇ ਨਿਕਲ ਜਾਂਦੇ ਨੇ, ਜ਼ੋਰ ਨਹੀਂ ਦਿੰਦੇ ਗੱਲ ਤੇ, ਖੁਲਾਸਾ ਨਹੀਂ ਕਰਦੇ ਨੇ ਚੀਜ਼ਾਂ ਦਾ। ਖੁਲਾਸਾ ਕਾਹਦਾ ਕਰਦੇ ਨੇ? ਕਹਾਣੀਆਂ ਦਾ, ਸਾਖੀਆਂ ਦਾ, ਧਰਮ ਦੇ ਸਭ ਕੁਛ ਹੋ ਰਹੇ ਲੱਗ ਜਾਂਦੇ। ਹਾਂਜੀ ਇਹੋ ਜਿਹੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ, ਪਬਲਿਕ ਨੂੰ ਤਾਂ ਉਹੀ ਜਿਹੀਆਂ ਚੰਗੀਆਂ ਲੱਗਦੀਆਂ। ਹਾਂਜੀ ਭਜੋ ਪਾਣ ਦੁਰਗਾ ਅਰੂਪੀ ਅਗਾਧਨ। ਜਿਹੜੀ ਰੂਪੀ ਹੈ, ਆਹ ਮੂਰਤੀ ਵਾਲੀ ਨਹੀਂ, ਪੱਥਰ ਦੀ, ਉਹ ਹਾਂ ਆ ਜਿਹੜੀਆਂ ਮੂਰਤੀਆਂ ਨੇ ਚੱਕ ਦੋ ਇੱਥੋਂ। ਹੁਣ ਜੇ ਇਹਦੇ ਅਰਥ ਕਰਦਾ ਰੂਪੀ ਅਗਾਧਮ, ਔਰ ਮਨੁੱਖੀ ਬੁੱਧੀ ਤੋਂ ਪਰੇ ਹੈ ਉਹਦਾ ਰੂਪ। ਜੇ ਰੂਪ ਹੈ ਅਕਾਲ ਮੂਰਤ ਆ, ਉਹ ਤੁਸੀਂ ਸੋਚ ਨਹੀਂ ਸਕਦੇ ਹੈਗੇ। ਅਗਾਧ ਬੋਧ ਨਾਲ ਜੁੜਦਾ, ਬੁੱਧੀ ਤੋਂ ਪਰੇ ਦੀ ਗੱਲ ਹੈ ਇਹ। ਬੁੱਧੀ ਦੇ ਵਿੱਚ ਕਦ ਆਊਗੀ? ਬੁੱਧੀ 'ਚ ਲਿਆਉਣ ਵਾਸਤੇ ਤਾਂ ਗਾਂ ਪੜ੍ਹਦੇ ਹਾਂ, ਜੁੜਦੇ ਹਾਂ। ਜਿੱਦਣ ਉਹਦੇ ਵਾਲੇ ਗੁਣ ਹੋ ਗਏ ਨਾ ਪੈਦਾ, ਉਦਣ ਸਮਝ ਆ ਜੂਗੀ, ਪਹਿਲਾਂ ਨਹੀਂ ਹੋਣੀ। ਕੋਈ ਆਪੇ ਦੁਰਗਾ ਬਣ ਜਾਣਾ ਨੇ, ਆਪੇ ਗੁਰਮੁਖੀ ਬਣਨਾ। ਹਾਲੇ ਨਹੀਂ ਤੁਹਾਨੂੰ ਪਤਾ ਦੁਰਗਾ ਕਹੀ ਜਿਹੀ ਹੁੰਦੀ ਹੈ। ਇੱਕ ਕੀ ਹੈ, ਕਦੇ ਹਾਲ ਨਹੀਂ ਪਤਾ ਲੱਗਣਾ ਤੁਹਾਨੂੰ। ਇੱਕ ਹੀ ਹੈ, ਜਿਸ ਨਾਲ ਤੁਸੀਂ ਆਪੇ ਇੱਕ ਹੋ ਜਾਓਗੇ, ਇੱਕ ਦਾ ਪਤਾ ਲੱਗ ਜੂਗਾ। ਜਿਸ ਨਾਲ ਬੁੱਧੀ ਆਪ ਹੈ ਤੁਹਾਡੀ, ਜਿਸ ਨਾਲ ਗਿਆਨ ਪ੍ਰਚੰਡ ਹੋ ਗਿਆ, ਆਪ ਵਿਵੇਕ ਬੁੱਧੀ ਹੋ ਗਈ, ਉਦੋਂ ਪਤਾ ਲੱਗ ਜੂ ਦੁਰਗਾ ਕੀ ਹੁੰਦੀ ਹੈ। ਪਹਿਲਾਂ ਨਹੀਂ ਪਤਾ ਲੱਗਣਾ ਕੀ ਹੈ। ਤੁਰੇ ਚੱਲੋ। ਉਹ ਦਿੱਲੀ ਕਿੱਥੇ ਹੈ, ਕਹੇ ਜੀ ਜਾਓ, ਜਾਂ ਪਹੁੰਚ ਜਾਓਗੇ ਦੇਖ ਲਿਓ, ਰਾਜ ਕਿਉਂ ਪੁੱਛੀ ਜਾਂਦੇ ਹੋ? ਤੁਰੇ ਚੱਲੋ। ਉਹ ਅੱਛਾ, ਉਹ ਬੰਗਲਾ ਸਾਹਿਬ ਔਰ ਸੈਕਟਰੀ ਦਾ ਕਿੰਨਾ ਫਰਕ ਆ, ਉਹ ਨਾਪ ਲਈ ਜਾ ਕੇ ਉੱਥੇ ਪਹੁੰਚ ਜਾਣਾ। ਹੁਣ ਤੈਨੂੰ ਮੈਂ ਕੀ ਦੱਸਾਂ,
ਸਵਾਲ ਉਹ ਕਰਦੇ ਨੇ ਜਿਹੜੇ ਬਿਲਕੁਲ ਮਤਲਬ ਨਹੀਂ ਹੈ, ਜਾਂ ਤੁਰੇ ਹੋਏ ਹੋ ਕਿਤੇ ਨੂੰ, ਉੱਥੇ ਤੇ ਸਵਾਲ ਕਿਉਂ ਕਰਦੇ ਹੋ ਤੁਸੀਂ? ਜਿੱਥੇ ਚਾਰ ਹੋਵੇ ਦੇਖ ਕੇ ਚਲੋ, ਤੁਰੇ ਚਲੋ, ਜਾ ਕੇ ਦੇਖ ਲਿਓ। ਉਹ ਤੁਰੇ ਹੈ ਜੀ, ਤੁਰਨਾ ਚਾਹੁੰਦੇ ਜੀ। ਇੱਥੋਂ ਕੀ ਦੱਸੀ ਜਾਈਏ? ਇੱਥੋਂ ਵਾਲੇ ਜਵਾਬ ਦਿੱਤੇ ਉਹਨਾਂ ਨੇ, ਪੰਡਤਾਂ ਨੇ ਕੋਈ ਜਵਾਬ ਦੇ ਦਿੱਤੇ। ਇੱਥੇ ਉੱਥੇ ਜੀ ਰਾਜ ਬਤਾਲੀ ਨਦੀ ਆਉਂਦੀ ਹੈ ਜੀ, ਫਿਰ ਗਊ ਉਹਨਾਂ ਨੇ ਤਾਂ ਤੇ ਦਾਨ ਲੈਣਾ, ਤਾਂ ਗਊ ਦਾਨ ਕਰਾਉਣੀ ਸੀ। ਅਸੀਂ ਕਹਾਂ ਗਊ ਦਾਨ ਲੈਣੀ ਹੈ, ਦਿਖਾਉਣਾ ਕੁਛ ਨਹੀਂ ਸੀ, ਗਊ ਦਾਨ ਲੈਣੀ ਸੀ ਉਹਨਾਂ ਨੇ। ਤਾਂ ਉਹਨਾਂ ਨੇ ਇਹ ਜਿਹੇ ਜਵਾਬ ਦੇ ਦਿੱਤੇ। ਹੁਣ ਅਸੀਂ ਜਵਾਬ ਕਿਵੇਂ ਦੇ ਦਈਏ ਇਹ ਜਿਹੇ? ਬਈ ਅਸੀਂ ਦਿਖਾਉਣਾ ਕੁਛ। ਜਦ ਦਰਸ਼ਨ ਦੇਖੂਗਾ ਫਿਰ ਮਰਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਉਹ ਜਦ ਦੇਖ ਲੇਗਾ ਫਿਰ ਪਤਾ ਲੱਗੂ ਵੀ ਮਰਦਾ ਹੀ ਨਹੀਂ ਹੁੰਦਾ। ਹੁਣ ਨਹੀਂ ਪਤਾ ਲੱਗਣਾ ਮਰਦਾ ਕੌਣ ਹੈ। ਜਦ ਦਰਸ਼ਨ ਹੋ ਜੂ ਫਿਰ ਆਪੇ ਪਤਾ ਲੱਗੂ ਜੀ ਹੁਣ ਮਰਦਾ ਹੀ ਨਹੀਂ। ਫਿਰ ਕਬੀਰ ਕਹਿੰਦਾ ਅਬ ਕੈਸੇ ਮਰੂ, ਜਦ ਕਹਿੰਦਾ ਜਦ ਦਰਸ਼ਨ ਅਬ ਕੈਸੇ ਮਰੂ, ਮਰਨ ਮਨ ਮੰਨੇ। ਹੁਣ ਮੇਰਾ ਮਨ ਮਰਨ ਨੂੰ ਚਾਹੁੰਦਾ, ਹੁਣ ਮੈਂ ਕਿਵੇਂ ਮਰਾਂ? ਉਹ ਕਹਿੰਦੇ ਵੀ ਹੁਣ ਨਹੀਂ ਮਰਦਾ। ਅੱਗੋਂ ਕੀ ਜਵਾਬ ਆਉਂਦਾ? ਕਹਿੰਦੇ ਮਰ ਗਏ ਜਿਹਨੇ ਰਾਮ ਨਾ ਜਾਣਿਆ। ਜਿਨ੍ਹਾਂ ਨੇ ਰਾਮ ਦੇਖਿਆ ਨਹੀਂ ਉਹ ਜਾਂਦੇ ਨੇ ਮਰ ਕੇ। ਤੂੰ ਤੈਂ ਨਹੀਂ ਹੁਣ ਮੰਨ ਲਾ, ਤੂੰ ਜਿਉਂਦਾ ਇੱਥੇ ਪਹੁੰਚ ਗਿਆ। ਜਿਹੜਾ ਜਿਉਂਦਾ ਹੀ ਰਾਮ ਕੋ ਪਹੁੰਚ ਗਿਆ ਮਰੂ ਕਿਉਂ? ਰਾਮ ਤਾਂ ਮਰੇ ਨੂੰ ਜਿਉਂਦਾ ਕਰਨ ਵਾਲਾ। ਉਹ ਜਿਹੜਾ ਹਸਪਤਾਲ ਰਾਜੀ ਪਹੁੰਚ ਗਿਆ ਹੋ ਕੇ, ਹਸਪਤਾਲ ਵਾਲੇ ਟੀਕਾ ਲਾ ਕੇ ਉਹਨੂੰ ਬਿਮਾਰ ਤਾਂ ਕਰ ਤੋਰੇ, ਉਹਦਾ ਬਿਮਾਰੀ ਹਟਾਉਣ ਦੇ ਟੀਕੇ ਲਾਉਂਦੇ ਨੇ। ਮਰਨ ਲੱਗੇ ਨੂੰ ਜਿਉਂਦਾ ਕਰਨ ਦਾ ਇਲਾਜ ਕਰਦਾ ਹਸਪਤਾਲ, ਮਾਰਨ ਵਾਲਾ ਨਹੀਂ ਹੁੰਦਾ ਹਸਪਤਾਲ। ਹਾਂਜੀ, ਸੁਣੇ ਉਸਤਤੀ ਭੀ ਭਵਾਨੀ ਕਿਰਪਾਲੰ। ਸੁਣਦਾ ਵੀ ਹੈ ਉਸਤਤੀ, ਦੁਰਗਾ ਸਤੋਤਰ ਦਾ ਪਾਠ ਸੁਣਦਾ ਵੀ ਹੈ। ਜਿਵੇਂ ਹੁਣ ਗੁਰਬਾਣੀ ਸੁਣਦਾ, ਜੇ ਸੁਣਦਾ ਸਿਮਰਤ ਸ਼ਾਸਤਰ ਨਹੀਂ ਸੁਣਦਾ। ਜੇ ਕੁਝ ਸੁਣਦਾ ਵੀ ਹੈ, ਕੀ ਸੁਣਦਾ? ਉਸਤਤੀ ਸੁਣਦਾ ਭਵਾਨੀ ਦੀ, ਹੋਰ ਕੁਛ ਨਹੀਂ ਸੁਣਦਾ। ਸੁਣੇ ਉਸਤਤੀ ਭੀ ਭਵਾਨੀ ਕਿਰਪਾਲੰ। ਭਵਾਨੀ ਕਿਰਪਾਲੰ, कृपानंद तुम्हारी कृपा जो कुछ भोग। कृपाले है भवानी, और की है? भवानी कौन है? तुर्की बाणी, हुक्म, विवेक बुद्धि, जिन्हें संसार पैदा किया, जिहड़ी संसार की रक्षा करती है, जिहड़ी संसार को राशन पानी देती है। जमण मन उहदे हथ च है। वो जमण मन का शरीर देने वाल लैना ही है। जमण मन होर की है? जे कुछ सुनता है तो केवल भवानी की उस्तति दुर्गा स्तोत्रे सुनता है, होर कुछ नहीं सुनता। है सब मेरे सच्चे सुनने को बिठाए, सच्चे सुनने को बिठाए, शरीर लाए सुनो, सत बाणी सुनता, होर नहीं को सुनता। बैन लाता सिमरत शास्त्र सुनते, कहने का मतलब है दुर्गा स्तोत्र सुन तो बाद बैन सब चीते लाता, जोग अर्थ लिखे गए सी। राजा सी, बैन लाता, आप भी वही सुनता, आर्डर भी वही सुनता, और कुछ नहीं सुनया जा सकता। हाँ, जो आप खाता है ना राजा, वही प्रजा नूं दिंदा खाण नूं। ये नहीं भी मैं कुछ होर खा ला ते दूए नूं कुछ होर देवां। लंगर इक्को ही, वो लंगर भी तां ही इक्को रखिया होया है। ये लंगर है, इत्थों ही चलना थल्ले नूं। शरीर का भी लंगर इक्को जिहा है, आत्मा की भी लंगर इक्को। हाँ, अदन उर्तवी आप रूपी रसालन। कौन है? दुर्गा की करती है? उही अदन उर्द भी है, उही मन नूं पलटदी है। यही मना नूं पलटण वाली है। और पलटदा होर तां कहदे ने आ जा थल्ले नूं, थल्ले खड़े ने सारे। शिव जी दा जटां च रोकदा गंगा नूं, ਉਹ नहीं जान दिंदा पब्लिक थई। ਉਹਦਾ जटां चढ़ जाऊंदा, जिड्डियां लंबियां जटां, उड्डा ही बड़ा साध, मेरे पर लग जाओ, मैं हो जाओ किसान। मेरे तो बड़ा कोई नहीं। विष्णु भी नहीं कहना मेरे तो बड़ा कोई है। ब्रह्मा इन्होंने बदाम का रूप में जोड़िया, ब्रह्मा नहीं कहना कदे भी। वो फिर ब्रह्मा के उप अवतार भी नहीं, वैसे तो कहते गल
ਬ੍ਰਾਹਮਣ ਕਹਿੰਦਾ, ਪੰਡਤ ਕਹਿੰਦਾ, ਅਸਲ ਪੰਡਤ ਨੂੰ ਬ੍ਰਹਮਾ ਬਣਾ ਲਿਆ ਨਾ। ਉਹ ਪੰਡਤ ਗੁਰੂ ਨਹੀਂ ਬਣ ਗਿਆ, ਕੌਲ ਪੰਡਤ ਬ੍ਰਾਹਮਣ ਲੱਗ ਗਿਆ ਹੋਇਆ। ਹਾਂ, ਪੰਡਤ ਨੇ ਆਪਣਾ ਨੋ ਬ੍ਰਾਹਮਣ ਰੱਖ ਕੇ, ਵਿਦਵਾਨ ਨੇ ਆਪਣਾ ਨੋ ਬ੍ਰਹਮ ਗਿਆਨੀ ਰੱਖ ਕੇ ਕਥਾ ਆ ਬਣਾਤੇ ਥੋੜੇ ਟੀਕੇ ਬਣਾਤੇ ਨਾ, ਟੀਕੇ ਪੰਡਤਾਂ ਨੇ ਸਭ ਪਾਤੇ ਉਲਟੇ ਦਾ ਚੱਕ ਕੇ। ਇਹਨੂੰ ਵੀ ਅਰਥ ਆ ਗਿਆ, ਤੁਹਾਨੂੰ ਐਨ ਖੱਡ ਚ ਘੇਰਤਾ, ਡੂੰਘੀ ਚ ਨਿਕਲੋ ਕੇ ਨਿਕਲਦੇ। ਇਹ ਬ੍ਰਾਹਮਣ ਬਣ ਗਏ ਜਿਹੜੇ ਪੰਡਤ ਆਪਣੇ ਆਪ। ਤੁਹਾਡਾ ਕੀ ਮਤਲਬ ਸੀ ਬਈ ਅਰਥ ਹੁੰਦਾ ਜਾਂ ਤੁਹਾਨੂੰ? ਤੁਹਾਡਾ ਪੇਸ਼ਾ ਹੀ ਨਹੀਂ ਇਹ, ਤੁਹਾਡਾ ਮਤਲਬ ਸੀ ਗੁਰਬਾਣੀ ਨੂੰ ਟੱਚ ਕਰਨ ਦਾ। ਵਿਦਵਾਨਾਂ ਦਾ ਤਾਂ ਵਿਸ਼ਾ ਹੀ ਨਹੀਂ ਇਹ ਹੈਗਾ। ਵਿਦਵਾਨ ਆਪਣੇ ਆਪ ਨੂੰ ਬ੍ਰਾਹਮਣ ਬਣਦੇ ਨੇ ਜਦ ਸਭ ਤੋਂ ਬੜੇ ਅਪਰਾਧੀ ਹੋ ਜਾਂਦੇ ਨੇ, ਉਹਨਾਂ ਦਾ ਵਿਸ਼ਾ ਨਹੀਂ ਹੈ। ਅਦੰਗ ਉਰ ਧਵੀ ਆਪ ਰੂਪੀ ਰਸਾਲਨ। ਆਪ ਰੂਪੀ ਹੈ, ਹੋਰ ਨਹੀਂ ਰੂਪ ਉਹਦਾ। ਉਹਦਾ ਰੂਪ ਜੈਸੀ ਤੂੰ ਤੈਸੀ ਤੂੰ, ਜੈਸਾ ਤੂੰ ਤੈਸਾ ਆਪ ਰੂਪੀ ਹੋਈ ਹੈ। ਉਹ ਰੂਪ ਨਹੀਂ ਦੱਸ ਸਕਦੇ ਉਹਦਾ ਕਹੇ ਜੇ। ਉਹਦਾ ਰੂਪ ਜਿਹੜਾ ਹੈ ਉਹਦਾ ਹੀ ਰੂਪ ਹੈ ਉਹ ਬਸ। ਅਦੰਗ ਉਰ ਧਵੀ, ਉਹਦੇ ਮਨ ਨੂੰ ਉਰਦ ਕਰਨ ਵਾਲੀ ਹੈ, ਪੁੱਠਾ ਕਰ ਦਿੰਦੀ ਹੈ ਮਨ ਨੂੰ। ਸੋਚਣ ਤੋਂ ਸਮਝਣ ਮਨ ਲਾ ਦਿੰਦੀ ਹੈ। ਥੱਲੇ ਨੂੰ ਆ ਰਿਹਾ ਨਾ ਪਾਣੀ, ਪਿੱਛੇ ਨੂੰ ਮੋੜ ਦਿੰਦੀ ਹੈ, ਚੋਟੀ ਤੇ ਵਿਗਾੜ ਦਿੰਦੀ ਹੈ। ਗੰਗਾ ਉਲਟੀ ਗੰਗਾ ਨਹੀਂ ਹੈ, ਗੰਗਾ ਨੂੰ ਉਲਟੀ ਕਰ ਦਿੰਦੀ ਹੈ। ਮਨ ਦਾ ਜਿਹੜਾ ਬਹੁਤ ਥੱਲੇ ਨੂੰ ਹੈ ਨਾ, ਮਨ ਕਹਿੰਦਾ ਮੇਰੇ ਵਰਗਾ, ਮੇਰੀ ਵਰਗੀ ਬੁੱਧੀ ਨਹੀਂ ਕਿਸੇ ਕੋ। ਸਾਬਤ ਕਰ ਦਿੰਦੀ ਹੈ ਵੀ ਤੇਰੇ ਕੋਲ ਬੁੱਧੀ ਹੈ ਉਹ ਨਹੀਂ। ਸਾਬਤ ਹੋ ਨਹੀਂ ਗਏ, ਮਿਸ਼ਰੀ ਵਾਲੇ ਸਾਰੇ ਹੋ ਨਹੀਂ ਗਏ, ਵਿਦਵਾਨ ਹੋ ਨਹੀਂ ਗਏ, ਸੰਤ ਹੋ ਨਹੀਂ ਗਏ। ਸਾਬਤ ਕੀ ਹੋ ਗਿਆ ਹੁਣ? ਆਹੀ ਅਦਬ ਗੁਰਮਤਿ ਵੀ ਹੈ। ਜਦ ਗੁਰਮਤਿ ਪ੍ਰਗਟ ਹੁੰਦੀ ਹੈ, ਜਿੰਨੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੀਆਂ ਏਜੰਸੀਆਂ ਨੇ, ਏਜੰਸੀਆਂ ਨੇ ਇਹ ਜੰਮ ਦੀਆਂ ਏਜੰਸੀਆਂ ਨੇ ਸਾਰੀਆਂ ਹੀ। ਜੰਮ ਕੇ ਦੂਤ ਨੇ, ਜੰਮ ਕੇ ਦੂਤ ਨਹੀਂ ਹੋਰ ਕੋਈ ਹੁੰਦੇ, ਜੰਮ ਕੇ ਦੂਤ ਇਹੀ ਹੁੰਦੇ ਨੇ। ਸਿੱਧੀ ਨਹੀਂ ਗੱਲ ਕਹੀ ਹੋਈ। ਜੰਮ ਕੇ ਦੂਤ ਨੇ ਜਿਹੜੇ ਹਿਲਣਾ ਬਾਜਾਂ ਤੇ ਸਿੱਖਦਾ ਨਾ। ਇੰਨਾ ਪੜਿਆ ਪੜਿਆ ਨੋ ਜਪਿਆ ਨਹੀਂ ਪੜਿਆ। ਉਹ ਨੋ ਪੜਿਆ ਜਪਿਆ ਨਹੀਂ ਪੜਿਆ। ਇਹਨਾਂ ਨੇ ਬਾਣੀ ਜਪੀ ਨਹੀਂ। ਜੇ ਗੁਰਬਾਣੀ ਤੋਂ ਪੜੀਏ ਤਾਂ ਜਪੀ ਜਾਂਦੀ ਹੈ, ਜੇ ਗੁਰਬਾਣੀ ਨੂੰ ਪੜੀਏ ਤਾਂ ਪੜੀ ਜਾਂਦੀ ਹੈ। ਜੇ ਗੁਰਬਾਣੀ ਤੋਂ ਪੜੀਏ ਫਿਰ ਜਪੀ ਜਾਂਦੀ ਹੈ, ਜਪੀ ਸਮਝੀ ਜਾਂਦੀ ਹੈ। ਜੇ ਗੁਰਬਾਣੀ ਨੂੰ ਪੜੀਏ ਸਮਝੇ ਨਹੀਂ ਹੁੰਦੀ। ਪੜਿਆ ਨਹੀਂ ਭੇਦ ਬੁੱਝੇ ਨਾ ਪਾਵਣ। ਜੇ ਗੁਰਬਾਣੀ ਤੋਂ ਪੜੋਗੇ ਬੁੱਝੋਗੇ, ਜੇ ਗੁਰਬਾਣੀ ਤੋਂ ਪੜੋਗੇ ਤਾਂ ਬੁੱਝੋਗੇ ਕੀ ਕਹਿੰਦੀ ਹੈ। ਜੇ ਗੁਰਬਾਣੀ ਨੂੰ ਪੜੋਗੇ ਬੁੱਝਣ ਲੱਗੇ, ਬੁੱਝੇ ਨਹੀਂ ਹੋਣੀ, ਬੁੱਝੇ ਨਹੀਂ ਹੋਈ ਕਿਸੇ ਤੇ। ਗੁਰਬਾਣੀ ਤੋਂ ਨਹੀਂ ਪੜੇ। ਕਹਿੰਦੇ ਨੇ ਬਾਣੀ ਗੁਰੂ, ਇਹਨੂੰ ਮੰਨਿਆ ਨਹੀਂ ਹੋਇਆ। ਗੁਰੂ ਗ੍ਰੰਥ ਨੂੰ ਗੁਰੂ ਕਹਿੰਦੇ ਨੇ, ਮੰਨਦੇ ਨਹੀਂ, ਮੰਨਿਆ ਨਹੀਂ ਹੋਇਆ। ਗੁਰੂ ਆਪੇ ਬਣੇ ਹੋਏ ਨੇ। ਹਾਂ, ਦਏ ਇਖਵ ਧੀ ਦਵੈ ਅਪੰਗੰ ਖਤੰਗੰ। ਦਏ ਇਖਵ, ਦੋ ਚੀਜ਼ਾਂ ਦਿੰਦੀ ਆ ਉਹ। ਦਏ ਇਖਵ ਧੀ ਦਵੈ ਅਪੰਗੰ ਖਤੰਗੰ। ਦੋ ਵਰਦਾਨ ਦਿੰਦੀ ਆ ਫਿਰ ਸਾਨੂੰ। ਇੱਕ ਤਾਂ ਦਊਗੀ ਦਾਨ ਸੰਤੋਖ ਦਾ, ਸੰਤੋਖ ਦਾ ਦਾਨ ਦਊ। ਫਿਰ ਦਊਗੀ ਨਾਮ ਦਾ ਦਾਨ। ਜਿਹੜਾ ਸੰਤੋਖ ਹੈ, ਸਤ ਤੋਂ ਸੰਤੋਖ ਹੈ। ਸਤ ਦਾ ਦਾਨ ਦਊ ਪਹਿਲਾਂ, ਸਤ ਨਾਲ ਸੰਤੋਖ ਆ ਜਾਂਦਾ ਮਾਇਆ ਤੋਂ। ਉਹਦਾ ਦਾ ਬਣੂਗਾ ਧਨਖ। ਧਨਖ ਚੜਾਇਓ ਜਸ ਆਊਗਾ ਨਾਮ ਤੋਂ। ਬੁਲਾਇਆ ਜਾ ਬੋਲੂ, ਉਹ ਤੀਰ ਚੜਨਗੇ ਨਾਮ ਦੇ। ਜਾਂ ਨਾਮ ਆਊ, ਤੀਰ ਜਦ ਛੱਡੂਗਾ ਦੂਏ ਤੈਨੂੰ ਨਾਮ ਤੋਂ। ਹਾਂ, ਜਾਂ ਸੰਧਾ ਬਾਣ। ਫਿਰ ਤੀਰ ਅਰ ਕਮਾਨ, ਧਨ ਸ਼ਰ ਬਾਣ ਜਾਂਦੇ। ਦੋ ਚੀਜ਼ਾਂ ਦਿੰਦੀਆਂ। ਧਨ ਸ਼ਰ ਬਾਣ ਤਾਂ ਫਤਿਹ ਹੁੰਦੀ ਹੈ। ਸ਼ਾਸਤਰ ਹੈਗਾ ਧਨਖ, ਅਸਤਰ ਹੈਗਾ ਤੀਰ। ਸ਼ਾਸਤਰ ਅਸਤਰ ਜਦ ਇਕੱਠੇ ਹੁੰਦੇ ਨੇ। ਧਨਖ ਕੀ ਹੈ? ਸ਼ਾਸਤਰ ਹੈ। ਸਿਰ 'ਚ ਮਾਰ ਸਕਦੇ ਹੋ ਭਈ। ਜੇ ਤੀਰ ਹੈ ਨਹੀਂ, ਧਨਖ ਤਾਂ ਡੰਡੇ ਨੂੰ ਸਿਰ 'ਚ ਤਾਂ ਮਾਰੇ ਸਕਦੇ ਹੋ। ਸ਼ਾਸਤਰ ਦਾ ਕੰਮ ਤਾਂ ਕਰੂਗਾ ਹੀ, ਅਸਤਰ ਦਾ ਕੰਮ ਤੀਰ ਕਰੂਗਾ ਨਾਲ।
ਸ਼ਸਤਰ ਅਸਤਰ ਅਸਲ ਧਨਕ ਔਰ ਬਾਣ ਨੂੰ ਕਹਿੰਦੇ ਨੇ। ਇਹ ਦੋਏ ਜਿਹੜੇ ਨੇ ਇੱਕ ਵੀ ਨੇ, ਦੋਏ ਦੋ ਵੀ ਨੇ। ਹੁਣ ਬੰਦੂਕ ਆਪਣੇ ਕੋਲ, ਕਾਰਤੂਸ ਹੈ ਨਹੀਂ, ਕੋਈ ਡੰਡੇ ਬਹੁਤ ਤਾਂ ਮਾਰੇ ਸਕਦੇ ਹੋ, ਡੰਡੇ ਦਾ ਕੰਮ ਤਾਂ ਦਊ ਹੈ। ਜੇ ਗੋਲੀ ਹੈ ਵਿੱਚ ਫਿਰ ਅਸਤਰ ਨਹੀਂ ਸ਼ਸਤਰ। ਹਾਂ, ਦੋ ਚੀਜ਼ਾਂ ਦਿੰਦੀ ਹੈ। ਦਇ ਇਕਵਤੀ ਦਵੈ ਅਭੰਗੰ ਕਤੰਗੰ। ਅਪੰਗਮ ਅਪੰਗ ਹੈ, ਸਤ ਸੰਤੋਖ ਹੈ। ਖਤੰਗ ਤੀਰ ਹੈ। ਹਾਂ, ਪ੍ਰੈਸਿਆ ਧਰਨ ਦਇ ਇਕਵਤੀ ਦਵੈ ਧੀ ਤਦੇ ਨਾਲ ਧੀ। ਹਾਂ ਹਾਂ ਮੈਨੂੰ ਪਤਾ ਹੈ। ਉਹ ਧੀ ਇਹਨੂੰ ਦਾਨ ਦਾ ਦਾਨ ਹੁੰਦਾ ਹੈ। ਇੱਕ ਵਾਰ ਔਰ ਧੀ ਇਕੱਠਾ ਲਫ਼ਜ਼ ਇੱਕ ਹੈ। ਇਕਵਤੀ ਹਾਂ, ਇਕਵਤੀ ਦਇ ਇਕਵਤੀ ਦਵੈ ਅਭੰਗੰ ਕਤੰਗੰ। ਦੋ ਚੀਜ਼ਾਂ ਦਿੰਦੀ ਹੈ। ਅਭੰਗਮ ਅਭੰਗਮ ਜਿਹੜਾ ਸੱਤ ਹੈ ਨਾ, ਇਹ ਭੰਗ ਹੈ। ਅਛੇਦ ਸੱਤ ਵੀ, ਅਛੇਦ ਵੀ ਆ, ਭੰਗ ਵੀ ਹੈ। ਸੱਤ ਸੰਤੋਖ ਦਾ ਦਾਨ ਦਿੰਦੀ ਹੈ ਇੱਕ, ਤਾਂ ਇੱਕ ਦਿੰਦੀ ਹੈ ਨਾਮ ਦਾ ਦਾਨ। ਇਹਦੇ ਨਾਲ ਚਾਰ ਪਦਾਰਥ ਮਿਲਦੇ ਨੇ ਨਾ, ਫਿਰ ਨਾਮ ਨਾਲ ਜਲ ਪਦਾਰਥ ਹੈ ਜੁੜਿਆ ਹੋਇਆ। ਦੋਏ ਮਿਲਣੇ ਨੇ, ਉਹ ਸਿੱਕੇ ਦਾ ਦੂਆ ਪਾਸਾ ਹੀ ਹੈ। ਦੋਏ ਚੀਜ਼ਾਂ ਮਿਲਦੀਆਂ ਨੇ। ਪਹਿਲਾਂ ਗੁਰਬਾਣੀ ਤੋਂ ਗਿਆਨ ਮਿਲਣਾ, ਤੁਹਾਨੂੰ ਸੰਤੋਖ ਤਾਂ ਆ ਜਾਣਾ। ਦੇਖੋ, ਮਜ਼ਦੂਰ ਨੂੰ ਮਜ਼ਦੂਰੀ ਤੁਸੀਂ ਨੋਟਾਂ ਦਿੰਦੇ ਹੋ, ਪੈਸਿਆਂ 'ਚ ਆਟਾ ਨਹੀਂ ਦਿੰਦੇ, ਦਾਲ ਨਹੀਂ ਦਿੰਦੇ, ਤੁਸੀਂ ਤੇਲ ਨਹੀਂ ਦਿੰਦੇ, ਤੁਸੀਂ ਉਹ ਤੁਸੀਂ ਜਾ ਕੇ ਲੈ ਲਓ ਦੁਕਾਨ ਤੋਂ। ਕੱਪੜਾ ਨਹੀਂ ਦਿੰਦੇ ਤੁਸੀਂ, ਜੁੱਤੀ ਨਹੀਂ ਦਿੰਦੇ ਤੁਸੀਂ, ਦਿੱਤਾ ਗਿਆਨ ਹੈ, ਦਿੱਤਾ ਤੁਸੀਂ ਗਿਆਨ ਹੈ। ਉਹਦੇ ਨਾਲ ਜੋ ਮਰਜ਼ੀ ਲੈ ਲਓ। ਫਿਰ ਤੁਸੀਂ ਦੋ ਹੀ ਤਾਂ ਲੋੜ ਦੇ ਦਿੱਤੇ। ਗਿਆਨ ਨਾਲੇ ਚਾਰ ਪਦਾਰਥ ਨੇ। ਗਿਆਨ ਹਾਂ, ਗਿਆਨ ਨਾਲੇ ਚਾਰ ਪਦਾਰਥ ਨੇ। ਗਿਆਨ ਨਾਲ ਦੋ ਪਦਾਰਥ ਨੇ, ਚਾਰ ਕਿਵੇਂ ਨੇ? ਮਾਇਆ ਛੱਡਤੀ, ਝੂਠਾ ਸਰੀਰ ਦੀ ਖੁਰਾਕ ਛੱਡਤੀ, ਆਤਮਾ ਦੀ ਖੁਰਾਕ ਹੈਗੀ ਗਿਆਨ। ਸਰੀਰ ਦੀ ਖੁਰਾਕ ਉਹਨੂੰ ਸਮਝਾਤਾ ਵੀ ਸਰੀਰ ਦੀ ਖੁਰਾਕ ਤਾਂ ਤੈਅ ਕੀ ਲੈਣਾ, ਤੇਰੀ ਡਿਊਟੀ ਹੈ। ਨਾ ਸਰੀਰ ਤੇਰਾ, ਕੋੜਾ ਮਾਲਕ ਦਾ, ਗੱਡੀ ਮਾਲਕ ਦੀ, ਤੂੰ ਡਰਾਈਵਰ। ਤੂੰ ਤਾਂ ਡਿਊਟੀ ਕਰਨੀ ਹੈ। ਮਾਲਕ ਤੇਲ ਪਵਾਵੇ ਨਾ ਪਵਾਵੇ, ਟਾਇਰ ਬਦਲੂ ਮਾਲਕ ਬਦਲੂ, ਉਹਨੂੰ ਨਹੀਂ ਫਿਕਰ ਹੈਗਾ। ਤੂੰ ਆਪਣੇ ਬਾਅਦ ਤਨਖਾਹ ਰੋਟੀ ਦੀ ਗੱਲ ਕਰ। ਆਹੋ, ਤੂੰ ਆਪਣੀ ਗੱਲ ਕਰ ਗਿਆਨ ਦੀ। ਜਿਹਨੇ ਸ੍ਰਿਸ਼ਟੀ ਬਣਾਈ ਹੈ ਸਭ, ਉਹ ਸੂਰਜ ਦਾ ਕਿਹਨੂੰ ਫਿਕਰ ਹੈ? ਸੂਰਜ ਕਦੇ ਫਿਕਰ ਕਰਦਾ ਆਪਣਾ। ਦਰਖਤ ਫਿਕਰ ਕਰਦੇ ਨੇ ਆਪਣਾ। ਜਿਉਂਦਾ ਕੌਣ ਰੱਖਦਾ ਦਰਖਤਾਂ ਨੂੰ? ਜਿਹਨੇ ਪੈਦਾ ਕੀਤੇ ਨੇ। ਉਹ ਕੂੰਜ ਦੇ ਬੱਚਿਆਂ ਨੂੰ ਕੌਣ ਜਿਉਂਦੇ ਰੱਖਦਾ? ਕੱਛੂ ਦੇ ਬੱਚਿਆਂ ਨੂੰ ਕੌਣ ਜਿਉਂਦਾ? ਉਹ ਸਮਝਾਉਣ ਦੀ ਉਹ ਗੱਲ ਇਹੀ ਸੀ। ਮਤਲਬ ਉਹ ਗਿਆਨ ਵਾਲੇ ਛਡਾਇਆ, ਇੱਕ ਪਾਸਾ ਛਡਾਤਾ ਕਿਉਂਕਿ ਰੱਜ ਗਿਆ। ਇਹਨੂੰ ਰਾਜਾ, ਇਹਨੂੰ ਰਾਜਾ ਇਹਦਾ ਹੀ ਨਾਮ ਹੈ। ਰਾਜਾ ਰੱਜਿਆ ਹੋਇਆ, ਮਹਾਰੂਪ ਰਾਜਾ। ਆਹੋ, ਰਾਜਾ ਰੱਜਿਆ ਹੋਇਆ, ਉਹ ਆਨੰਦ ਹੈ। ਉਹ ਆਨੰਦ ਦੀ ਅਵਸਥਾ ਇਸ ਨੂੰ ਕਹਿੰਦੇ ਨੇ। ਰੱਜਿਆ ਹੋਇਆ ਦਾ ਨਾਮ ਆਨੰਦ। ਉਹ ਰੱਜਿਆ ਹੋਇਆ ਰਾਜਾ, ਜਿਹੜਾ ਭੁੱਖਾ ਰਾਜਾ ਹੁੰਦਾ, ਉਹ ਭੁੱਖੇ ਦਾ ਨਾਮ ਰਾਜਾ ਕਿਤੇ ਹੈ? ਭੁੱਖਾ ਦਾ ਕਮਾਲ ਹੈ। ਇੱਧਰ ਕੋ ਸੋ ਜਾਣੇ, ਇੱਧਰ ਕੋ ਰੰਕ। ਇੱਧਰ ਤਾਂ ਰਾਜਾ, ਉਹ ਕਹਿੰਦੇ ਰੰਕ। ਉਹ ਸੰਸਾਰੀ ਰਾਜਾ ਨੂੰ ਨਹੀਂ ਰਾਜਾ ਮੰਨਦੇ, ਉਹਨੂੰ ਕੰਗਾਲ ਮੰਨਦੇ ਨੇ। ਜਿਹੜਾ ਦੁਨੀਆ ਦੇ ਖਜ਼ਾਨੇ ਤੇ ਨਿਗਾਹ ਰੱਖਦਾ, ਦੁਨੀਆ ਨੂੰ ਜਿੱਤਣ, ਉਹਦਾ ਜੋ ਕੰਗਾਲ ਹੈ, ਭੁੱਖਿਆ ਭੁੱਖ ਨਾ ਉਤਰੇ। ਉਹ ਰਾਜਾ, ਜਿਹੜਾ ਰਾਜਾ ਲਫ਼ਜ਼ ਇੱਕੋ ਹੀ ਅਰਥ ਹੈ ਇਹਦਾ। ਜੇ ਰੱਜਿਆ ਹੋਇਆ ਤਾਂ ਹੀ ਰਾਜਾ। ਤਾਂ ਹੀ ਕਿਹਾ ਨਾ ਵੀ ਭਗਤ ਬਰਾਬਰ ਹੋਰ ਨਾ ਕੋਈ। ਉਹ ਰਾਜਾ ਰੱਜਿਆ ਹੋਇਆ ਹੀ ਰਾਜਾ ਹੁੰਦਾ, ਉਹ ਰਾਜਾ ਨਹੀਂ ਹੁੰਦਾ ਦੂਆ ਹੋਰ ਕੋਈ। ਹਾਂ, ਰਾਜਾ ਮਤਲਬ ਰੱਜਿਆ ਰਹਿੰਦਾ, ਭੁੱਖਾ ਕਦੇ ਹੁੰਦਾ ਹੀ ਨਹੀਂ। ਭੁੱਖ ਉਹਦੇ ਅੰਦਰ ਵੜਦੀ ਹੋਈ ਨਹੀਂ ਆ ਕਿ ਜਿਹੜਾ ਰੱਜਿਆ ਭੁੱਖ। ਦੇਖੋ ਨਾ, ਭੁੱਖ ਦਾ ਜਦ ਹੋਊ ਨਾ, ਜਦ ਕੋਈ ਜਗ੍ਹਾ ਹੋਊ।
जैसे तारू पर आकाश है, ब्रह्म ज्ञानी के मन पर आकाश, कमियों नहीं है अंदर कोई। ਉਹਦਾ ਭੁਲੇਖਾ ਸੀ ਜਿਹੜਾ ਸਰੀਰ ਦਾ, ਉਹ ਭੁਲੇਖਾ ਚੱਕਿਆ ਗਿਆ। ਹੱਥ ਪੈਰ ਦਿੱਤੇ ਨੇ ਕੰਮ ਕਰਨ ਨੂੰ, ਕਰੀ ਜਾਓ, ਕੋਈ ਹਟਾਉਂਦਾ ਥੋੜੀ ਹੈ ਤੈਨੂੰ। ਇਹ ਥੋੜੀ ਕਿਹਾ ਵੀ ਤੂੰ ਪਾਣੀ ਪਿਆ ਤੇਰੇ ਕੋਲ ਚੱਕ ਕੇ ਪੀ ਲਓ। ਇਹ ਕੰਮ ਕਰਨਾ, ਕੰਮ ਕਰਦੇ ਜਿਹੜੇ ਭਗਤ ਹੱਥ ਨੂੰ ਸਰੀਰ ਤੇ ਕੰਮ ਲਓ। ਸਰੀਰ ਆਪਣਾ ਦੇਖੋ, ਜੇ ਘੋੜਾ ਬਾਲਕ ਨੂੰ ਖਿਲਾਉਂਦਾ, ਆਪਣੀ ਵੀ ਤਾਂ ਖੁਰਾਕ ਘੋੜਾ ਹੀ ਪੈਦਾ ਕਰਦਾ ਹੈ। ਜੇ ਗੱਡੀ ਚੱਲੂਗੀ ਤਾਂ ਆਪਣੇ ਟਾਇਰਾਂ ਦਾ ਖਰਚਾ, ਡੀਜ਼ਲ ਦਾ ਖਰਚਾ ਜੇ ਨਹੀਂ ਕੱਢੂਗੀ ਫਿਰ ਤਾਂ ਮਾਲਕ ਵੀ ਗਿਆ। ਗੱਡੀ ਨੇ ਚੱਲਣਾ, ਉਹਨੇ ਕਿਸ਼ਤ ਵੀ ਕੱਢਣੀ ਹੈ, ਆਪਣਾ ਖਰਚਾ ਵੀ ਕੱਢਣਾ, ਡਰਾਈਵਰ ਦਾ ਵੀ ਕੱਢਣਾ, ਮਾਲਕ ਨੂੰ ਵੀ ਕੋਈ ਦੇਣਾ। ਇਹ ਤਾਂ ਉਹ ਗੱਡੀ ਹੈ। ਇਸ ਤਰੀਕੇ ਨਾਲ ਸਰੀਰ ਨੂੰ ਰੱਖੋ। ਸਰੀਰ ਆਪਣੀ ਖੁਰਾਕ ਕੱਢਦਾ ਹੈ, ਗੱਡੀ ਦੀ ਖੁਰਾਕ ਕੱਢਦਾ ਹੈ। ਦੋਵੇਂ ਪਾਸੇ ਦਾ ਕੰਮ ਦੇਖੋ ਨਾ, ਸਾਰੇ ਕੰਮ ਕਰੂਗੀ। ਘੋੜਾ ਹੁਣ ਚੱਲੂਗਾ, ਆਪਣੀ ਵੀ ਖੁਰਾਕ ਕੱਢੂਗਾ। ਘੋੜਾ ਇਕੱਲਾ ਨਹੀਂ ਕਰਦਾ, ਪਿੱਛੇ ਉਹਦੇ ਤਾਂਗਾ ਵੀ ਹੈ, ਉਹਦੀ ਵੀ ਖੁਰਾਕ ਕੱਢੂਗਾ। ਕੱਲ੍ਹ ਨੂੰ ਪਹੀਆ ਟੁੱਟ ਜਾਏ, ਕੁਛ ਹੋ ਜਾਏ, ਉਹ ਵੀ ਤਾਂ ਉਸੇ 'ਚੋਂ ਪੈਣਾ। ਡਰਾਈਵਰ ਹੈ, ਉਹਨੇ ਵੀ ਡੱਬਰ ਪਾਉਣਾ। ਹਾਂ, ਪ੍ਰੈਸਿਅੰ ਧਰਮ ਜਾਣ ਲੋਹੰ ਸੁਰੰਗੰ। ਐ ਸਮਝ ਲਓ, ਜਿਹੜਾ ਉਹਨੇ ਦੇ ਦਿੱਤਾ ਨਾ ਦੋ ਪਦਾਰਥ, ਇਹ ਇਹੋ ਜਿਹੀ ਕਬਜ਼ ਦੇ ਦਿੱਤੀ ਲੋਹੇ, ਜਿਵੇਂ ਕੋਈ ਲੋਹੇ 'ਚ ਬਣਿਆ ਜਾਂਦਾ ਨਾ ਆਦਮੀ, ਉਹਦੇ ਤੇ ਕੋਈ ਵਾਰ ਨਹੀਂ ਕਰਦਾ ਹਥਿਆਰ। ਇਹ ਜਿਹੜੇ ਮਾਇਆ ਦੇ ਵਾਰ ਨੇ ਨਾ ਬਕਾਰਾਂ ਦੇ, ਉਹਦੇ ਤੇ ਅਸਰ ਨਹੀਂ ਕਰਦੇ। ਕਬਜ਼ ਹੋ ਗਈ ਨਾ, ਇਹ ਕਬਜ਼ ਹੁੰਦੇ। ਕਬਜ਼ ਤਾਂ ਦੇਤੀ ਸੰਤੋਖ ਦੀ, ਇੱਕ ਤਾਂ ਹੋ ਗਈ ਨਾ। ਅੱਗੇ ਕੀ ਹੈ? ਜਬੇ ਸ਼ਸਤਰ ਸਾਧ ਪ੍ਰੈਸਿਅੰ ਧਰਮ ਜਾਣ ਲੋਹੰ ਸੁਰੰਗੰ। ਲੋਹੰ, ਉਹ ਤਾਂ ਲੋਹ ਦੇਤਾ ਤੁਹਾਨੂੰ ਸੰਤੋਖ। ਸੁਰੰਗੰ ਨਾਮ ਦਾ ਰੰਗ ਕਹਾਂ ਕੀਤੀ ਹੈ, ਦੋਹਾਂ ਦੀ ਵਿਆਖਿਆ ਕੀਤੀ ਹੈ ਇਹਦੇ ਵਿੱਚ ਅਗਲੀ ਪੰਕਤੀ 'ਚ। ਸੰਤੋਖ ਦੀ ਢਾਲ ਦੇਤੀ, ਸੰਤੋਖ ਦੀ ਤਾਂ ਕਬਜ਼ ਦੇਤੀ, ਉਹ ਨਾਮ ਦਾ ਰੰਗ ਦੇਤਾ। ਇਹ ਬਹੁਤ ਔਖਾ ਹੈ ਇਹ ਪੰਕਤੀਆਂ। ਇਹ ਛੋਟਾ ਜਿਹਾ ਗਿਆਨੀ ਹੁੰਦਾ, ਇਹਦੇ ਇੱਕ ਇੱਕ ਲਫ਼ਜ਼ 'ਚ ਬਹੁਤ ਕੁਛ ਹੈ। ਉਹ ਜਿਹੜੀ ਪਹਿਲੀ ਪੰਕਤੀ ਉਹਦੀ ਵਿਆਖਿਆ ਇੱਥੇ ਪਈ ਹੈ, ਅੱਧੀ ਪੰਕਤੀ 'ਚ ਉਹ ਗੱਲ ਇੱਥੋਂ ਪਤਾ ਲੱਗਦਾ ਵੀ ਉੱਥੇ ਕੀ ਹੈ। ਦੋ ਪਦਾਰਥ ਕਿਹੜੇ ਦਿੱਤੇ? ਆਹੋ, ਉਹ ਪਤਾ ਹੀ ਨਹੀਂ ਲੱਗਦਾ ਇਹਦਾ ਤਾਂ ਕੀ ਹੈ। ਇਹਦਾ ਨਹੀਂ ਮੂੰਹ ਸਿਰ ਲੱਭਦਾ ਕੁਛ। ਇਹ ਤਾਂ ਉਹੀ ਹੱਥ ਖੜੇ ਕਰਾ ਦਿੰਦੀ ਹੈ ਬਾਣੀ ਦੱਸਦੀ। ਹਾਂਜੀ, ਪ੍ਰੈਸਿਅੰ ਧਰਮ ਜਾਣ ਲੋਹੰ ਸੁਰੰਗੰ। ਐ ਸਮਝ ਲਓ, ਇੱਕ ਦਾ ਤੁਹਾਨੂੰ ਲੋਹੇ ਦਾ ਵਿੱਚ ਵੜ ਦਿੱਤਾ ਇੱਕ ਆਦਮੀ ਨੂੰ, ਉਹਦਾ ਆਪਣਾ ਡਿਫੈਂਸ ਹੋ ਗਿਆ ਨਾ, ਉਹ ਤਾਂ ਸੈਲਫ ਡਿਫੈਂਸ ਹੋ ਗਿਆ ਨਾ ਬਕਾਰਾਂ ਤੋਂ, ਦੁਸ਼ਮਣ ਤੋਂ। ਠੀਕ ਹੈ, ਇੱਕ ਤੁਹਾਨੂੰ ਰੰਗ ਦਿੱਤਾ ਨਾਮ ਦਾ, ਉਹ ਤੁਸੀਂ ਸਪਰੇਅ ਕਰ ਲਓ ਸਾਰੇ ਉੱਤੇ। ਉਹ ਤੀਰ ਨੇ ਅਣਿਆਲੇ, ਉਹ ਅਣਿਆਲੇ ਤੀਰ ਨੇ ਜਿਹੜੇ ਦੁਸ਼ਮਣ ਦੇ ਚੱਲਣੇ ਨੇ, ਅਣਿਆਲੇ ਤੀਰ ਨੇ। ਦੁਸ਼ਮਣ ਦੇ ਤੀਰ ਤੁਹਾਡੇ ਦੇ ਅਸਰ ਨਹੀਂ ਕਰਨੇ। ਥੋੜੇ ਲੋਹੇ 'ਚੋਂ ਵੜ ਦਿੱਤਾ ਤੁਹਾਨੂੰ। ਦੁਸ਼ਮਣ ਦਾ ਤੀਰ ਕੀ ਹੈ? ਲੋਭ ਲਾਲਚ ਇਹੀ ਹੋਊਗਾ, ਮੋਹ ਕ੍ਰੋਧ ਇਹੀ ਹੋਊਗਾ। ਉਹ ਤਾਂ ਤੁਹਾਨੂੰ ਕਬਜ਼ ਦੇਤੀ ਲੋਹੇ ਦੀ। ਨਾਮ ਦਾ ਰੰਗ ਦੇਤਾ ਦੂਏ ਤੇ ਚੜ੍ਹਨ ਨੂੰ। ਨਾਮ ਤੋਂ ਨਹੀਂ ਕੋਈ ਬਚ ਸਕਦਾ, ਤੁਹਾਡੇ ਰੰਗ ਤੋਂ ਨਹੀਂ ਕੋਈ ਬਚਦਾ। ਤੁਹਾਡੇ ਤੇ ਪੈਂਦਾ ਨਹੀਂ ਦੂਏ ਦਾ ਰੰਗ। ਲੋਹਾ ਜੋ ਬਣਿਆ ਹੋਇਆ ਤੇ ਲੋਹੇ ਤੇ ਡਿੱਗੂ, ਤੁਹਾਡੇ ਦਾ ਲਿਖਦਾ ਨਹੀਂ ਆ ਕੇ। ਦੂਏ ਦੇ ਜੋ ਰੰਗ ਹੈ, ਜੋ ਦੂਏ ਦਾ ਸਾਰਾ ਪ੍ਰਭਾਵ ਹੈ ਗਿਆਨ ਦਾ, ਉਹ ਤੁਹਾਡੇ ਤੇ ਕੋਈ ਅਸਰ ਨਹੀਂ ਹੈ ਉਹਦਾ। ਉਹਦੇ ਤੀਰਾਂ ਦਾ ਤਰਕ ਆਉਣਗੇ ਨਾ, ਉਹਦੇ ਤਰਕਾਂ ਦਾ, ਉਹਦੇ ਸਵਾਲਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ। ਕਹਿਣ ਦਾ ਮਤਲਬ ਇਹ ਹੈ, ਉਹ ਤੁਸੀਂ ਉਹਦੇ ਜਵਾਬ ਦੇ ਹੀ ਜਾਣੇ। ਜਿਹੜੇ ਸਵਾਲ ਦਾ ਤੁਹਾਡੇ ਕੋਲ ਜਵਾਬ ਹੈ, ਉਹ ਤੁਹਾਡਾ ਲੋਹੇ ਦਾ ਤੁਹਾਡੇ ਦੇ ਅੰਦਰ ਅਸਰ ਨਹੀਂ ਕੀਤਾ ਉਹਨੇ। ਜਦ ਤੁਹਾਡੇ ਕੋਲ ਜਵਾਬ ਨਹੀਂ ਤਾਂ ਚੁੱਭ ਗਈ ਫਿਰ ਤੁਹਾਡੇ ਥੋੜ੍ਹੀ ਜਿਹੀ। ਜੇ ਜਵਾਬ ਨਹੀਂ ਫਿਰ ਚੁੱਭਦੀ ਆ ਗੱਲ। ਜੇ ਉਹਦਾ ਤੀਰ ਫੜ ਕੇ ਉਹਦੇ ਹੀ ਮਾਰਿਆ, ਉਹਦੇ ਵਾਲਾ ਫੜ ਲਿਆ, ਫਿਰ ਉਹਦੇ ਹੀ ਮਾਰਿਆ। ਐ ਮਾਰੇ ਹੋਏ ਨੇ ਉਹਨਾਂ ਦੇ ਤੀਰ, ਉਹਨਾਂ ਦੇ ਹੀ ਮਾਰੇ ਹੋਏ ਨੇ। ਕਿ ਤੁਸੀਂ ਐ ਕਹਿੰਦੇ ਹੋ, ਐ ਕਿਵੇਂ ਹੋ ਜੂ?
ਦਾ ਤੀਰੇ ਫੜ ਕੇ ਮਾਰਿਆ ਹੈ ਨਾ, ਉਹਨਾਂ ਦੀ ਲੀਲਾ ਉਹਨਾਂ ਤੇ ਹੀ ਵਰਤ ਲਈ, ਉਹਨਾਂ ਦੇ ਹਥਿਆਰ ਉਹਨਾਂ ਦੇ ਖਿਲਾਫੇ ਵਰਤ ਲਏ। ਲੋਹਾ ਹੈ, ਉਹ ਲੋਹੇ ਦੇ ਉੱਤੇ ਆ ਕੇ ਲੱਗਿਆ, ਥੱਲੇ ਡੇਪਿਆ, ਚੱਕ ਲਿਆ ਆਪਾਂ ਨੇ, ਚੱਕ ਕੇ ਉਹਨਾਂ ਦੇ ਮਾਰਿਆ ਵਾਪਸ। ਹਾਂਜੀ, ਜਵੇ ਸ਼ਸਤਰ ਸਾਧੀ ਸਵੇ ਸ਼ਸਤਰ ਪਾਏ, ਜਵੇ ਹਾਂ, ਸ਼ਸਤਰ ਸਾਧੀ ਸਵੇ ਸ਼ਸਤਰ ਪਾਏ। ਇਹ ਸ਼ਸਤਰ ਧਾਰੀ ਨਹੀਂ ਹੈ, ਸ਼ਸਤਰ ਸਾਧੀ ਹੈ। ਸਵੇ ਸ਼ਸਤਰ ਸਾਧੀ ਸਵੇ ਇੱਕ ਸ਼ਸਤਰ ਸ਼ਸਤਰ ਸਾਧੀ ਹੈ, ਇੱਕ ਸ਼ਸਤਰ ਧਾਰੀ ਹੁੰਦਾ। ਸ਼ਸਤਰ ਸਾਧੀ ਕਾਹਦਾ, ਸ਼ਸਤਰ ਧਾਰੀ ਕਾਹਦਾ? ਪਾਏ ਲਫ਼ਜ਼ ਅੱਡ ਹੈ। ਸਵੇ ਸ਼ਸਤਰ ਸਾਧੀ ਸਵੇ ਸ਼ਸਤਰ ਪਾਏ। ਹਾਂ, ਪਾਏ ਪ੍ਰਾਪਤ ਕਰੇ, ਪਹਿਲੇ ਨਹੀਂ ਹੈ। ਜਦੋਂ ਇਹ ਗੱਤਕਾ ਖੇਡਦਾ ਹੈ ਨਾ, ਸ਼ਸਤਰ ਵਿਦਿਆ ਲੈਂਦਾ ਹੈ, ਸ਼ਸਤਰ ਉੱਤੇ ਰੱਖਿਆ ਹੁੰਦਾ ਹਥਿਆਰ, ਜਿਹੜਾ ਹਥਿਆਰ ਚੱਕਦਾ ਇਹ ਜਬ ਹੈ ਸ਼ਸਤਰ ਸਾਧੀ, ਸ਼ਸਤਰ ਦੀ ਸਾਧਨਾ ਕਰਨ ਵਾਸਤੇ। ਸ਼ਸਤਰ ਦੀ ਸਾਧਨਾ ਕੀ ਹੈ? ਸ਼ਸਤਰ ਸਿੱਖਣ, ਸਿਖਲਾਈ ਲੈਣੀ। ਸਾਧੀ ਦਾ ਸਾਧਨਾ ਕੀ ਹੈ? ਸਾਧਨਾ ਆਹ ਹੈ, ਸ਼ਸਤਰਾਂ ਦੀ ਸਾਧਨਾ ਹੈ। ਵਿਦਿਆ ਦੀ ਸਾਧਨਾ ਹੁੰਦੀ ਹੈ, ਨਾਮ ਦੀ ਸਾਧਨਾ ਨਹੀਂ ਹੁੰਦੀ। ਸਾਧਨਾ ਵਿਦਿਆ ਦੀ ਹੈ। ਹਾਂਜੀ, ਸਵੇ ਸ਼ਸਤਰ ਸਾਧੀ ਸਵੇ ਸ਼ਸਤਰ ਪਾਏ। ਜਬੈ ਸ਼ਸਤਰ ਸਾਧੀ ਹੋ, ਜਬੈ ਜਬੈ, ਹਾਂ ਸਭਾ ਕਹੀ ਜਾਂਦੀ, ਜਬੈ ਜਬੈ, ਹਾਂ ਸਭਾ ਨਿਕਲ ਗਿਆ ਦੁਆਰਾ। ਜਬੈ ਸ਼ਸਤਰ ਸਾਧੀ। ਜਦੋਂ ਇਹ ਸ਼ਸਤਰ ਦੀ ਸਾਧਨਾ ਕਰਦਾ ਨਾ, ਜਿਹੜਾ ਵੀ ਸ਼ਸਤਰ ਚੱਕਦਾ ਹੈ ਉਹਦਾ ਪ੍ਰਾਪਤ ਕਰਦਾ ਹੈ। ਹਾਂ, ਜਬੈ ਸ਼ਸਤਰ ਸਾਧੀ ਸਵੇ ਸ਼ਸਤਰ ਪਾਏ। ਕੋਈ ਸ਼ਸਤਰ ਆ ਜਾਏ, ਕਿਸੇ ਸ਼ਸਤਰ ਨੂੰ ਵੀ ਚੱਕਦਾ ਹੈ ਇਹ। ਹਾਂ, ਉਘਾਰੇ ਚੁੰਮੇ ਕੰਠ ਸੀਸੰ ਛੁਹਾਏ। ਜਦ ਤਲਵਾਰ ਮਿਆਨ ਚੋਂ ਕੱਢਦਾ ਹੈ, ਪਹਿਲਾਂ ਤਾਂ ਕੱਢਦਾ ਇਹਨੂੰ ਮਿਆਨ ਚੋਂ, ਫਿਰ ਉਹਨੂੰ ਚੁੱਭਦਾ, ਫਿਰ ਐ ਸਿਰ ਤੇ ਐ ਲਾ ਕੇ ਤਾਂ ਅੱਗੇ ਵੱਧਦਾ, ਤਾਂ ਖਾੜੇ ਚਾਉਂਦਾ। ਉਘਾੜੇ ਪਹਿਲਾਂ ਤਾਂ ਉਹਨੂੰ ਖੋਲਦਾ ਸ਼ਸਤਰ ਨੂੰ, ਚੁੰਮੇ ਫਿਰ ਚੁੱਭਦਾ, ਫਿਰ ਸਿਰ ਤੇ ਲਾਉਂਦਾ ਔਰ ਕੰਠ ਤੇ ਲਾਉਂਦਾ। ਕੰਠ ਸੀਸੰ ਛੁਹਾਏ। ਸੀਸ ਤੇ ਲਾਉਂਦਾ, ਕੰਠ ਤੇ ਲਾ ਕੇ ਸਿਰ ਤੇ ਲਾਉਂਦਾ। ਐ ਕਰਦਾ ਰਾਜਿਆਂ ਦੇ ਸਾਹਮਣੇ, ਸਾਰਿਆਂ ਦੇ ਸ਼ਾਸਤਰਾਂ ਦੀ ਪੂਜਾ ਕਰਦਾ। ਸ਼ਾਸਤਰ ਨਾਮ ਦਾ ਰੂਪ ਦੇਖਦਾ, ਕਾਲ ਦਾ ਰੂਪ ਦੇਖਦਾ ਸ਼ਾਸਤਰਾਂ ਨੂੰ। ਸ਼ਾਸਤਰ ਨਾਮ ਵਾਲਾ ਤਾਂ ਹੀ ਹੈ ਸਾਡੇ ਤਨਕ ਚੜਾਇਓ ਸਦਕਾ, ਜਸ ਹੰਦਾ ਬਾਣ। ਉਹ ਰੂਪ ਹੈ ਉਹਦਾ, ਕਾਲ ਦਾ ਇਹ ਸ਼ਾਸਤਰ। ਇਹਨੂੰ ਕਾਲ ਦੇ ਰੂਪ ਚ ਦੇਖਦੇ ਨੇ ਸ਼ਾਸਤਰਾਂ ਨੂੰ। ਵਰਦਾਨ ਦੇਣਾ, ਜੇ ਸ਼ਹੀਦੀ ਪ੍ਰਾਪਤ ਕਰਨੀ ਹੈ ਸ਼ਾਸਤਰ ਤੋਂ ਵੀ ਵਰਦਾਨ ਹੈ। ਮਿੱਟੀ ਦੀ ਕੀਮਤ ਬਹਿ ਜਾਣੀ ਹੈ। ਮਿੱਟੀ ਦੀ ਕੀਮਤ ਕਾਹਦੇ ਨਾਲ ਪੈਣੀ ਹੈ? ਸ਼ਾਸਤਰ ਨਾਲ। ਉਹ ਇਹਦੀ ਨਾਮ ਦੀ ਕੀਮਤ ਤਾਂ ਆਤਮਾ ਨਾਲ ਪੈਂਦੀ, ਉਹਦਾ ਨਹੀਂ ਕੋਈ ਰੌਲਾ ਹੈ। ਜੰਗ ਜਿੱਤਣਾ ਨਾਮ ਤੋਂ ਵੀ ਡੜ ਜੰਗ ਜਿੱਤਣ, ਉਹ ਨਹੀਂ ਉਹ ਗੱਲ। ਉਹ ਮਿੱਟੀ ਦੀ ਕੀਮਤ ਉਹਨੂੰ ਨਾਮ ਵਾਲੀ ਨਹੀਂ ਹੁੰਦੀ। ਡਬਲ ਕੀਮਤ ਉਹਨਾਂ ਕੋਲ ਹੈ। ਜਿਵੇਂ ਅਜੀਤ ਸਿੰਘ ਲੜਿਆ, ਦਸਮ ਪਾਤਸ਼ਾਹ ਜੰਗ ਜਿਹੜੇ ਨੇ, ਜਿਹੜੇ ਉੱਥੇ ਸ਼ਹੀਦ ਹੋਏ ਨੇ ਸਰਸੇ ਤੇ, ਜਿਹਨਾਂ ਨੂੰ ਦੋਏ ਗੱਲਾਂ ਸੀ। ਜਿਹਨਾਂ ਕੋਲ ਨਾਮ ਅਲੱਗ ਸੀ, ਇਹ ਦੂਆ ਅਲੱਗ ਸੀ। ਲਖਿਓ ਸਰਬ ਰਾਵੰ ਪ੍ਰਭਾਵੰ ਅਪਾਰੰ। ਜਿਸ ਵਕਤ ਸਾਰੇ ਰਾਜੇ ਦੇਖਦੇ ਨੇ ਨਾ, ਲਖਿਓ ਸਰਬ ਰਾਵੰ, ਐ ਨਹੀਂ ਵੀ ਚੋਰੀ ਤਾਂ ਕਰਦਾ ਇਹ, ਸਾਰੇ ਰਾਜਿਆਂ ਦੇ ਸਾਹਮਣੇ ਹੀ ਕਰਦਾ ਹੈ। ਜਾਂ ਰਾਜੇ ਦੇਖਦੇ ਨੇ ਨਾ ਵੀ ਇਹ ਕੀ ਕਰਦਾ ਏਦਾਂ, ਉਹਦਾ ਐਵੇਂ ਤਲਵਾਰਾਂ ਸਿਰ ਦਿੰਦੇ ਨੇ ਪੈਰਾਂ 'ਚ ਖੋਲ ਕੇ, ਲਿਆਈਓ ਉਹ ਪਾ ਲਈਏ ਤਲਵਾਰ। ਇਹਨਾਂ ਦੀ ਸ਼ਾਸਤਰਾਂ ਦੀ ਇੱਜ਼ਤ ਨਹੀਂ ਕਰਦੇ ਉਹ ਰਾਜੇ। ਜਦੋਂ ਦੇਖਦੇ ਨੇ ਵੀ ਇਹ ਇੱਜ਼ਤ ਕਰਦਾ ਇਹਦੀ, ਉਹ ਹੈਰਾਨ ਹੋ ਜਾਂਦੇ ਨੇ। ਲਖਾਂ ਸਰਬ ਰਾਵੰ ਪ੍ਰਭਾਵੰ ਅਪਾਰੰ। ਬੜਾ ਪ੍ਰਭਾਵ ਪੈਂਦਾ। ਉਹ ਇੱਥੋਂ ਹੀ ਇਹਨੂੰ ਸਭ ਕੁਝ ਮਿਲਿਆ। ਤਾਂ ਖਾਲਸੇ ਨੇ ਕਿਉਂ ਮੂੰਹ ਮੋੜਤਾ ਸਾਰਿਆਂ ਦਾ ਜੰਗ 'ਚ? ਆਹ ਗੱਲ ਸੀ। ਸ਼ਾਸਤਰਾਂ ਦੀ ਪੂਜਾ ਖਾਲਸਾ ਕਰਦਾ ਤਾਂ ਕਰਦੇ ਨੇ, ਐਂ ਕਰਦੇ ਸੀ। ਜਿਹੜਾ ਐਂ ਨਹੀਂ ਕਰਦਾ ਉਹ ਅਕਾਲੀ ਕਰ ਲੈਣਗੇ, ਅਕਾਲੀ ਜੰਗ ਕਰ ਲੈਣਗੇ, ਭੱਜ ਜਾਂਦੇ ਨੇ। ਹੱਥ ਖੜੇ ਕਰਕੇ ਆ ਗਏ ਸੀ ਬਾਹਰ। ਪੌਂਡੇ ਸਾਹਿਬ ਗੋਲੀ ਚੱਲੀ ਹੈ,
ਹਾਲਾਂਕਿ ਉਹ ਗਲਤ ਸੀ ਗੱਲ ਜੀ ਤੇ ਗੋਲੀ ਚੱਲੀ, ਪਰ ਸਿੰਘ ਸੀ ਜਿਹੜੇ ਪਾਠ ਹੁੰਦਾ ਪਤਾ ਲੱਗ ਗਿਆ ਗੋਲੀ ਚੱਲਦੀ, ਉਹ ਧੰਨਾ ਸਾਹਿਬ ਬੈਠਾ ਸੀ 10ਵੀਂ ਰੌੜ ਤੋਂ ਕਹਿੰਦੀ, ਉਹਨੂੰ ਕਿਹਾ ਵੀ ਪਾਠ ਕਰਦਾ ਰਿਹਾ, ਇੱਥੇ ਵੱਜੀਆਂ ਗੋਲੀਆਂ ਉੱਥੇ ਡਿੱਗ। ਹਾਲਾਂਕਿ ਉਹਨੂੰ ਪਾਠ ਕਰਦੇ ਤੇ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ। 16 ਸਿੰਘ ਸ਼ਹੀਦ ਹੋਏ ਨੇ, ਜੋ ਕਰਦੇ ਤੇ ਕਰੀਏ। ਇਹ ਚੌਹੜ ਦੀ ਗੱਲ ਹੈ। ਉਧਰ ਜਵਾਹਰ ਲਾਲ ਨੂੰ ਮੂਰਛਾ ਆਈ ਹੈ, ਉੱਥੇ ਦੀ ਰੁਕ ਕੇ ਗਿਆ 10 ਵਜੇ ਗੋਲੀ ਚੱਲੀ। ਉਹਦੇ ਬਾਅਦ ਚੱਲੀ ਗਏ ਥੋੜ੍ਹਾ ਚਿਰ ਬਾਅਦ ਉਹ ਦੇਹਰਾਦੂਨ ਗਿਆ। ਦੇਹਰਾਦੂਨ 11 ਵਜੇ ਉਹਨੂੰ ਅਟੈਕ ਹੋ ਗਿਆ, 11-12 ਵਜੇ। ਹਾਂਜੀ, ਅਜੋਨੀ ਅਜੈ ਵੇਦ ਵਿਦਿਆ ਵਿਚਾਰਨ। ਇੱਕ ਤਾਂ ਇਹ ਕੰਮ ਕਰਦਾ ਸ਼ਾਸਤਰਾਂ ਦਾ, ਆ ਗਿਆ ਨਾ। ਜਦੋਂ ਕੋਈ ਸ਼ਾਸਤਰ ਲਿਆਉਂਦਾ ਪਹਿਨਣ ਵਾਸਤੇ, ਉਦੋਂ ਵੀ ਐਵੇਂ ਕਰਦਾ, ਸਮਝੇ? ਜਦੋਂ ਸ਼ਾਸਤਰ ਨੂੰ ਪਹਿਨਦਾ ਹੈ ਆ ਚੱਕਦਾ ਹੈ ਆ ਸਪਰਸ਼ ਕਰਦਾ, ਇਹ ਪਹਿਲੀ ਗੱਲ ਹੈ ਉਹਦੀ ਕਰਨੀ। ਔਰ ਹੋਰ ਕੀ ਕਰਦਾ? ਵਿਦਿਆ, ਵੇਦ ਵਿਦਿਆ ਦੇ ਵਿਚਾਰ ਤੋਂ ਬਿਨਾਂ ਦੂਆ ਕੰਮ ਨਹੀਂ ਕਰਦਾ। ਅਜੋਨੀ ਅਜੈ ਵੇਦ ਵਿਦਿਆ ਵਿਚਾਰਨ। ਅਜੋਨੀ ਅਜੈ ਵੇਦ ਵਿਦਿਆ, ਉਹ ਵੇਦ ਵਿਦਿਆ ਨਹੀਂ ਹੈ, ਵੇਦ ਚ ਬਹੁਤ ਸਾਰੀ ਵਿਦਿਆ ਹੈ। ਅਜੋਨੀ ਅਜੈ ਦੀ ਜਿਹੜੀ ਗੱਲ ਕਰਨ ਵਾਲੀ ਵਿਦਿਆ, ਉਹ ਪਾਰਟ ਹੈ ਬਾਜ਼ਾਰ ਦਾ ਵੇਦ ਦਾ। ਉਹ ਕਹਿੰਦੇ ਨੇ ਵੇਦ ਬਹੁਤ ਕੁਝ, ਸਾਨੂੰ ਠੇਕਾ ਲਿਆ ਵੇਦ ਕੁਝ ਵੀ ਹੋਵੇ, ਅਸੀਂ ਤਾਂ ਆਹ ਪਾਰਟ ਦੇਖਣਾ ਵੀ ਆਹ ਕਿਹੜਾ ਅਜੋਨੀ ਅਜੈ। ਅਜੋਨੀ ਅਜੈ ਅਸੀਂ ਕਹਾਂ ਆਯੁਰਵੈਦਿਕ, ਜਿਹਨੇ ਆਯੁਰਵੈਦਿਕ ਪੜ੍ਹੀ ਉਹ ਪੜ੍ਹ ਲਵੇ। ਉਹ ਭਾਈ ਦੁਕਾਨ 'ਚ ਤਾਂ 1000 ਚੀਜ਼ ਹੈ ਕਰਿਆਨੇ ਦੀ, ਤੂੰ ਜਿਹੜੀ ਚੀਜ਼ ਲੈਣੀ ਉਹ ਲੈ ਲੈ। ਤੂੰ ਕਹੇ ਵੀ ਮੈਂ ਤਾਂ ਲਊ ਜੇ ਕੱਲੀ ਚੀਨੀ ਹੋਵੇ ਤੇਰੇ ਕੋਲ, ਉਹ ਵੀ ਚੀਨੀ ਤੇ ਬੋਰੀ ਮਿਲੂਗੀ ਉੱਥੋਂ, ਇਹ ਟਰੱਕ ਮਿਲੂਗਾ, ਲਿਆ ਵੇਲੇ ਚੋ ਜਾ ਕੇ ਕਰਤਾ ਤੇਰੇ ਸਭ ਕੁਛ। ਤੂੰ ਜਿਹੜੀ ਚੀਜ਼ ਲੈਣੀ ਆਪਣੀ ਗੱਲ ਕਰ, ਤੈਨੂੰ ਕੀ ਹੈ ਉਹਦੇ ਦੁਕਾਨ 'ਚ ਕੀ ਹੈ? ਜਿਹੜੀ ਚੀਜ਼ ਤੈਂ ਲੈਣੀ ਹੈ ਤੂੰ ਦੇਖ ਤੇਰੇ ਮਤਲਬ ਦੀ ਕਿਹੜੀ ਹੈ। ਹਾਂ, ਜੇ ਨਾਮ ਹੈਗਾ ਤੂੰ ਆਪਣਾ ਨਾਮ ਲੈ ਲੈ। ਉਹ ਭਾਈ ਪੱਥਰਾਂ 'ਚ ਪਏ ਹੁੰਦੇ ਨੇ ਹੀਰੇ, ਤੂੰ ਪੱਥਰ ਥੋੜੀ ਟਰਾਲੀ ਭਰਦੀ ਹੈ, ਤੂੰ ਆਪਣਾ ਹੀਰਾ ਚੱਕ ਲੈ ਜਦੋਂ ਤੈਨੂੰ ਲੱਭਦਾ। ਉਹ ਤੈਨੂੰ ਠੇਕਾ ਲਿਆ ਪੱਥਰਾਂ 'ਚ ਪਿਆ, ਮਿੱਟੀ 'ਚ ਪਿਆ। ਲੋਕ ਸੋਨਾ ਮਿੱਟੀ 'ਚੋਂ ਕੱਢ ਲੈਂਦੇ ਨੇ, ਰਲਿਆ ਹੋਇਆ ਸਾਧਨ ਤਾਂਬਾ ਲੋਹਾ ਕੱਢਦੇ ਹੀ ਨੇ, ਮਿੱਟੀ 'ਚੋਂ ਨਿਕਾਲ ਲਈਦਾ। ਹਰਾਮਜ਼ਾਦੀਆਂ ਕਰਦੇ ਨੇ। ਤੁਸੀਂ ਦੇਖੋ ਨਾ, ਜੇ ਕਿਤੇ ਰਲਿਆ ਵੀ ਹੋਇਆ ਪਿਆ ਤੁਸੀਂ ਉਹਨੂੰ ਸਾਫ਼ ਨਹੀਂ ਕਰ ਸਕਦੇ। ਤੂੜੀ ਜੋ ਦਾਣੇ ਨਹੀਂ ਬਾਹਰ ਕੱਢਦੇ, ਆਪਾਂ ਕੀ ਨਹੀਂ ਕਰਦੇ? ਖੰਡ ਰੇਤ ਮੈਂ ਵੇਖ ਰਹੀ। ਹਾਂ, ਜੇ ਖੰਡ ਰੇਤ ਦੇ ਵਿੱਚ ਹੈ ਤਾਂ ਕੀੜੀਆਂ ਤਾਂ ਉਹ ਵੀ ਖਾ ਲੈਂਦੀਆਂ ਨੇ। ਉਹ ਕੀੜੀਆਂ ਨੇ ਰੇਤ ਥੋੜੀ ਚੱਕਣੀ ਹੈ, ਉਹਨਾਂ ਨੂੰ ਖੰਡ ਦਾ ਹੀ ਮਤਲਬ ਹੈ। ਰੇਤ 'ਚ ਬੁਖਾਰ ਕੇ ਰੱਖ ਦਿਓ ਤੇ ਕੀੜਿਆਂ ਨੂੰ ਦੇ ਦਿਓ, ਖਾ ਜਾਣਗੇ। ਰੇਤ ਛੱਡ ਦੇਣਗੇ, ਚੀਨੀ ਖਾ ਲੈਣਗੇ। ਤੁਸੀਂ ਆਦਮੀ ਹੋ ਕੇ ਨਹੀਂ ਇਹ ਕੰਮ ਕਰ ਸਕਦੇ। ਥੋੜਾ ਤਾਂ ਕੀੜੇ ਜਾਂਦੇ ਨੇ ਜਾਨਵਰ, ਜਿਹੜੀ ਸ਼ਰਾਰਤੀ ਗੱਲ ਕਰਦੇ ਨੇ। ਅਸਲ ਵਿੱਚ ਗੱਲ ਕੀ? ਅਸਲ 'ਚ ਗੱਲ ਹੋਰ ਹੈ ਮਨ ਦੇ ਵਿੱਚ ਅਲਰਜੀ ਬਰਮ ਗਿਆਨ, ਅਲਰਜੀ ਵੇਦ ਨਾਲ ਅਲਰਜੀ ਨਹੀਂ ਹੈ ਉਹਨਾਂ ਨੂੰ। ਉਹਨਾਂ ਨੂੰ ਹਿੰਦੂਆਂ ਤੋਂ ਇੱਕ ਤਾਂ ਤੁਸੀਂ ਵੇਦ ਦੇ ਨੇੜੇ ਨਾ ਚਲੇ ਜਾਓ। ਜੇ ਵੇਦ ਦੀ ਗੱਲ ਕਰੋਗੇ ਹਿੰਦੂ ਤੁਹਾਡੇ ਨੇੜੇ ਚਲੇ ਜਾਣੇ, ਤੁਸੀਂ ਹਿੰਦੂਆਂ ਦੇ ਨੇੜੇ ਚਲੇ ਜਾਓਗੇ ਔਰ ਸਿੱਖਾਂ ਦੀ ਤਾਦਾਦ ਵੱਧ ਜੂਗੀ। ਇਹ ਲੋਕ ਹਿੰਦੂਆਂ 'ਚੋਂ ਆਏ ਹੋਏ ਨੇ ਬਈ ਹਿੰਦੂ ਸਿੱਖਾਂ ਦੇ ਵਿੱਚ ਹਿੰਦੂ ਨੂੰ ਕਿਵੇਂ ਰੋਕਣਾ, ਵੱਟ ਪਾਉਣ ਵਾਸਤੇ ਉਹ ਕੰਮ ਆਏ ਤੇ। ਹੁਣ ਸਿੱਖੀ ਨੂੰ ਛੱਡ ਕੇ ਬੋਧੀ ਹੋ ਜਾਣਗੇ, ਕਰਨ ਲੱਗ ਗਏ। ਬੋਧੀ ਧਰਮ ਵਧੀਆ, ਹੁਣੇ ਕਰਨ ਲੱਗ ਗਏ, ਆਵਾਜ਼ ਆਉਣ ਲੱਗ ਗਈ, ਇੰਟਰਨੈਟ ਤੇ ਆਵਾਜ਼ ਆਉਣ ਲੱਗ ਗਈ, ਇਹ ਤਾਂ ਬੋਧੀ ਧਰਮ ਵਧੀਆ। ਛੱਡ ਦਿਓ, ਬੋਧੀ ਬਣ ਜਾਓ। ਗ੍ਰਹਿਤਵਾ ਜਬੈ ਸ਼ਸਤਰ ਅਸਤੰ ਅਪਾਰੰ। ਜਦੋਂ ਗ੍ਰਹਿਣ ਕਰਦਾ ਸ਼ਾਸਤਰ, ਗ੍ਰਹਿਤਵਾ ਜਬੈ ਸ਼ਸਤਰ ਅਸਤਰੰ ਅਪਾਰੰ। ਕੋਈ ਸ਼ਾਸਤਰ ਹੈ, ਕੋਈ ਅਸਤਰ ਹੈ, ਇਹ ਦੋ ਤਾਂ ਅਪਾਰੰਗ ਹੈ ਚਾਹੇ ਦੂਆ। ਅਪਾਰੰਗ ਸ਼ਸਤਰ ਅਸਤਰ ਹੈ ਨਾਮ ਵਾਲਾ,
ਇਹ ਗ੍ਰਹਿਤਵਾ। ਜਦੋਂ ਕੋਈ ਗਿਆਨ ਦੀ ਗੱਲ ਦਾ ਕਿਤੋਂ ਪਤਾ ਲੱਗਦਾ ਨਾ, ਵਿਚਾਰ ਚੋਂ, ਸ਼ਬਦ ਵਿਚਾਰ ਚੋਂ, ਸ਼ਬਦ ਵਿਚਾਰ ਵਾਲਾ ਗੱਲ ਆ ਗਈ ਨਾ। ਜਦੋਂ ਕਿਸੇ ਗਿਆਨ ਦਾ ਪਤਾ ਲੱਗਦਾ ਹੈ ਵਿਚਾਰ ਚੋਂ, ਉਹ ਸ਼ਬਦ ਵਿਚਾਰ ਜੋ ਕਰਦਾ ਨਾ, ਪਹਿਲਾਂ ਤਾਂ ਸ਼ਾਸਤਰ ਦੂਏ ਸੁਹਾਏ ਨੇ, ਇਹਨੂੰ ਵੀ ਨਮਸਕਾਰ ਕਰ ਦਿੰਦਾ, ਸ਼ਬਦ ਵਿਚਾਰ ਨੂੰ ਵੀ ਨਮਸਕਾਰ ਕਰ ਦਿੰਦਾ ਜਦ ਕਿਸੇ ਗੱਲ ਨਵੀਂ ਦਾ ਪਤਾ ਲੱਗਦਾ। ਗ੍ਰਹਿਤਵਾ ਜਬੇ ਸ਼ਸਤਰ ਅਸਤਰੰ ਅਪਾਰੰ। ਇਹ ਜੋ ਵੀ ਸ਼ਾਸਤਰ ਅਸਤਰ ਮਿਲਦੇ ਨੇ ਨਾ ਗੁਰਬਾਣੀ ਚੋਂ, ਗਰੀਬੀ ਗਦਾ, ਗਰੀਬੀ ਗਦਾ ਹਮਾਰੀ, ਖੰਨਾ ਸਗਰ ਲੈਣ ਸਾਰੀ, ਜਦੋਂ ਕਿਸੇ ਗੱਲ ਦਾ ਪਤਾ ਲੱਗਦਾ ਜਿਹੜੀ ਨਾ ਦੂਜੇ ਨੂੰ ਅਸੀਂ ਚੁੱਪ ਕਰਾਉਣਾ, ਨਵਾਂ ਸ਼ਾਸਤਰ ਹੈ ਨਾ, ਕਿਸੇ ਦੀਆਂ ਗੱਲਾਂ ਸੀ ਸਾਡੇ ਕੋਲ ਠੋਸ ਦਲੀਲ ਨਹੀਂ ਸੀ, ਉਹ ਤੋਂ ਵਧੀਆ ਦਲੀਲ ਸਾਡੇ ਕੋਲ ਆਉਂਦੀ, ਉਹ ਤੋਂ ਵਧੀਆ ਖਿਆਲ ਸਾਡੇ ਕੋਲ ਆਉਂਦਾ, ਨਵਾਂ ਸ਼ਾਸਤਰ ਆ ਗਿਆ ਨਾ ਅਪਾਰ, ਪਹਿਲੇ ਨੂੰ ਵੱਡਾ ਸ਼ਾਸਤਰ ਆ ਗਿਆ, ਉੱਥੇ ਫੇਰ ਨਮਸਕਾਰ ਕਰ ਦਿੱਤਾ। ਸੁਣਦਾ ਸੁਣਦਾ ਵਿਚਾਰ ਕਰਦਾ ਕਰਦਾ ਗੁਰਮਤਿ ਨੂੰ ਨਮਸਕਾਰ ਕਰ ਦਿੰਦਾ, ਜਾਂ ਵੇਦ ਵਿਦਿਆ ਨੂੰ ਨਮਸਕਾਰ ਕਰ ਦਿੰਦਾ, ਉਹਦੇ ਸਾਹਮਣੇ ਝੁਕਦਾ। ਸ਼ਾਸਤਰ ਉਹ ਹੋਣ ਚਾਹੇ ਸ਼ਾਸਤਰ ਇਹ ਹੋਣ, ਇਹਨਾਂ ਦੇ ਸਾਹਮਣੇ ਝੁਕਦਾ, ਹੋਰ ਕਿਸੇ ਬੰਦੇ ਦੇ ਸਾਹਮਣੇ ਝੁਕਦਾ ਨਹੀਂ। ਕਹਿਣ ਦਾ ਮਤਲਬ ਇਹ ਹੈ, ਹੋਰ ਨਹੀਂ ਕਿਸੇ ਸਾਹਮਣੇ ਝੁਕਦਾ। ਦੋਏ ਕਾਲ ਦਾ ਰੂਪ ਨੇ ਸ਼ਾਸਤਰ, ਜਿਹੜੇ ਲੋਹੇ ਦੇ ਨੇ ਸਰੀਰ ਦਾ ਕਾਲ ਹੈ, ਆਤਮਾ ਦਾ ਕਾਲ ਨਹੀਂ ਹੈ। ਉਹ ਆਤਮਾ ਦਾ ਕਾਲ ਹੈ, ਮਨ ਦਾ ਕਾਲ ਹੈ। ਮਨ ਦਾ ਕੀ ਕਾਲ ਹੈ? ਮਨ ਦਾ ਕਾਲ ਕੱਟਣ ਵਾਸਤੇ ਹੈ, ਕਾਲੇ ਵਾ ਸਾਨੂੰ ਮਨ ਦਾ ਕਾਲ ਕੱਟਣਾ, ਕਲਪਨਾ ਕੱਟਣੀ ਹੈ। ਮਨ ਦੇ ਨਾਲੋਂ ਕਾਲ ਅਲੱਗ ਕਰਨਾ, ਕਾਲ ਤੋਂ ਪਰੇ ਕਰ ਦੇਣਾ ਮਨ ਨੂੰ, ਅਕਾਲ ਕਰ ਦੇਣਾ ਮਨ ਨੂੰ, ਅਕਾਲ ਕਰ ਦੇਣਾ ਇਹਨੂੰ। ਕਾਲੇ ਬਸ ਜਿਹੜਾ ਹੈਗਾ ਕਾਲ ਕੱਟ ਕੇ ਅੱਡ ਅਕਾਲ ਕਰ ਦੇਣਾ, ਕਲਪਨਾ ਕਰ ਦੇਣੀ ਹੈ, ਹੋਰ ਕੀ ਆ। ਪੜੇ ਅਨੁਭਵੰ ਵੇਦ ਵਿਦਿਆ ਵਿਚਾਰੰ। ਵੇਦ ਵਿਦਿਆ ਦੇ ਵਿਚਾਰ ਜੋ ਅਨੁਭਵ ਹਾਸਲ ਕਰਦਾ, ਜੋ ਅਨੁਭਵ ਹੁੰਦੀ ਹੈ, ਗੱਲ ਸਮਝ ਆਉਂਦੀ ਹੈ। ਪੜੇ ਸਰਬ ਵਿਦਿਆ ਹੋਤੀ ਸਰਬ ਦੇਸੰ। ਸਾਰੇ ਦੇਸ਼ਾਂ ਦੀ ਵਿਦਿਆ ਇਹਦੀ ਹੈ। ਇਸਲਾਮ ਦੀ ਗੱਲ ਵੀ ਪੜ੍ਹਦਾ ਹੈ, ਜਿਵੇਂ ਉਦੋਂ ਇਸਲਾਮ ਤਾਂ ਖੈਰ ਹੈ ਨਹੀਂ ਸੀ, ਉਸ ਵੇਲੇ ਦੀਆਂ ਜਿਹੜੀਆਂ ਹੋਰ ਮੱਤਾਂ ਨੇ, ਉਹ ਮੱਤਾਂ ਵਿਦਿਆ ਜੇ ਹੁੰਦੀਆਂ ਨੇ, ਉਹ ਵੀ ਸਾਰੀਆਂ ਪੜ੍ਹਦਾ ਸੁਣਦਾ। ਜਿਤੇ ਸਰਬ ਦੇਸੀ, ਉਹ ਦੇਖਦਾ ਨਾ ਵੀ ਇਹ 'ਚ ਕੀ ਕਮੀ ਹੈ, ਇਹ 'ਚ ਕੀ ਕਮੀ ਹੈ, ਇਹਨਾਂ ਨੂੰ ਕਿਵੇਂ ਸਮਝਾਉਣਾ। ਦੇਖੋ ਨਾ ਗੁਰੂ ਨਾਨਕ ਨੇ ਹੁਣ ਪੜ੍ਹ ਕੇ ਸਮਝਾਇਆ ਸਾਰਿਆਂ ਨੂੰ ਗੁਰਬਾਣੀ 'ਚ। ਐਂ ਪੜ੍ਹਦਾ ਸੀ, ਇਸ਼ਾਰਾ ਤੁਹਾਨੂੰ ਕੀਤਾ ਵੀ ਉਹੀ ਨਾ ਬੈਠੇ ਰਹੋ ਗੁਰਮਨ ਹੋ ਕੇ, ਸਾਰਾ ਕੁਝ ਪੜ੍ਹਨਾ ਪੈਂਦਾ ਹੁੰਦਾ। ਗੱਲ ਆਹ ਕਹਿੰਦੇ ਨੇ ਵੀ ਆਹ ਕਰਨਾ ਪੈਂਦਾ ਹੁੰਦਾ, ਉਹ ਕਰ ਰਿਹਾ ਸੀ, ਕਹਿ ਰਹੇ ਨੇ। ਜੇ ਉਹ ਕਰ ਰਿਹਾ ਸੀ ਤਾਂ ਉਹਨੇ ਦੁਨੀਆ ਤੇ ਸਾਰੀ ਤੇ ਗੁਰਮਤ ਕਰਤੀ। ਜੇ ਤੁਸੀਂ ਗੁਰਮਤ ਕਰਨੀ ਚਾਹੋ, ਆਹ ਕਰਨਾ ਪਊਗਾ ਤੁਹਾਨੂੰ। ਐਵੇਂ ਪੜੇ ਵਿਦਿਆ ਵਿਚਾਰਨ, ਪੜ੍ਹਨੀ ਪਊਗੀ, ਵਿਚਾਰ ਕਰਨਾ ਪਊਗਾ। ਪੜੇ ਸਰਬ ਵਿਦਿਆ ਹੋਤੀ ਸਰਬ ਦੇਸਨ। ਹਾਂ, ਸਾਰੀ ਪੜ੍ਹਨੀ ਪਊਗੀ, ਤੁਹਾਨੂੰ ਸਮਝਣੀ ਪਊਗੀ। ਜਿੱਤੇ ਦੇਖੋ, ਜੇ ਕਿਸੇ ਨੇ ਸਾਰੀ ਦੁਨੀਆ 'ਚ ਗੁਰਮਤ ਫੈਲਾਈ ਹੈ, ਉਹਦੇ ਕੋਲ ਤਾਂ ਰਾਜਤੀ ਫੈਲਾਤੀ, ਪਰ ਤੁਸੀਂ ਪੜ੍ਹ ਕੇ ਤਾਂ ਫੈਲਾ ਸਕਦੇ ਹੋ ਨਾ। ਰਾਜੇ ਦਾ ਤੁਹਾਡੇ ਨਾਲ ਨੇ, ਸਰਕਾਰ ਕਿਹੜੀ ਨਹੀਂ ਚਾਹੁੰਦੀ। ਹੁਣ ਮਜਬੂਰ ਹੈ, ਪਤਾ ਨਹੀਂ ਹੈ ਕੀ ਕਰੀਏ। ਸਾਰਿਆਂ ਦੇ ਦੁਖੀ ਹੈ, ਜਿਹੜੇ ਸੰਤ ਨੇ ਯਾਰ, ਹੋਰ ਤਾਂਤਰਿਕ ਨੇ, ਸਾਰਿਆਂ ਦੇ ਦੁਖੀ ਨੇ। ਇਹਨਾਂ ਨੇ ਇੰਨੀ ਬਚਾਈ ਹੋਈ ਹੈ ਲੋਕਾਂ ਦੇ ਵਿੱਚ, ਪਬਲਿਕ 'ਚ। ਸਟਿੰਗ ਆਪਰੇਸ਼ਨ ਹੋ ਰਹੇ ਨੇ ਸੰਤਾਂ ਦੇ, ਬੜਬੜਿਆਂ ਦੇ। ਇਹੀ ਕਰ ਸਕਦੀ ਹੈ ਸਰਕਾਰ, ਤਾਂ ਹੋਰ ਕੀ ਕਰਦੀ। ਜਿਤੇ ਸਰਬ ਦੇਸੀ ਸੋ ਅਸਤਰਨ ਰੇਸਨ। ਜਿਤੇ ਸਾਰਿਆਂ ਦੇਸ਼ਾਂ ਦੇ ਜਿਹੜੇ ਰਾਜੇ ਨੇ, ਉਹਨਾਂ ਕੋਲ ਅਸਤਰ ਨੇ। ਅਸਤਰ ਇਹੀ ਹੁੰਦਾ, ਗਿਆਨ ਦੇ ਵੀ ਅਸਤਰ ਹੁੰਦੇ ਨੇ, ਦੂਏ ਵੀ ਹੁੰਦੇ ਨੇ। ਅਸਤਰਨ ਰੇਸਨ, ਦੇਸ਼ਾਂ ਕੋਲ, ਰਾਜਿਆਂ ਕੋਲ ਜਿੰਨੇ ਵੀ ਉਹਨਾਂ ਦੇ ਅਸਤਰ ਨੇ। ਅਸਤਰ ਦੂਰੋਂ ਮਾਰਨੇ ਵਾਲੇ ਨੇ, ਦੂਰੋਂ ਮਾਰਨੇ ਵਾਲੇ ਅਸਤਰ ਗਿਆਨ ਦੇ ਹੀ ਹੁੰਦੇ ਨੇ ਜ਼ਿਆਦਾ। ਇਹ ਤੀਰ ਤੇ ਉਹ ਜਮਾਨੇ 'ਚ ਹੋਰ ਕੀ ਸੀ। ਭੁਜੰਗ ਪ੍ਰਿਆਤ ਛੰਦ
ਪਠੇ ਕਾਗਦਮ ਉਹ ਜਿਹੜੇ ਅਸਰ ਦੂਜੇ ਰਾਜਿਆਂ ਕੋਲ ਹੋਣੇ ਨੇ ਨਾ, ਉਹਨਾਂ ਨੂੰ ਪਹਿਲਾਂ ਹੀ ਪੜ੍ਹ ਲੈਂਦਾ। ਜਿਵੇਂ ਹੁਣ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਇਸਲਾਮ ਵਾਲੇ ਜ਼ਿਆਦਾ ਤੋਂ ਜ਼ਿਆਦਾ ਇਹ ਸਵਾਲ ਕਰਨਗੇ, ਸਮਝਿਆ ਜੀ। ਹੁਣ ਯੂਪੀ 'ਚ ਮੈਂ ਰਿਹਾ, ਇਸਲਾਮ ਵਾਲਿਆਂ ਨਾਲ ਗੱਲਬਾਤ, ਉਹਨਾਂ ਤੋਂ ਪਤਾ ਲੱਗਿਆ ਨਾ ਉਹਨਾਂ ਦੇ ਕੀ ਹੈ, ਤਾਂ ਹੀ ਪਤਾ ਲੱਗਿਆ ਨਾ। ਇਸਲਾਮ ਵਾਲਿਆਂ ਨੂੰ ਮੈਂ ਪੁੱਛਿਆ ਵੀ ਜੇ ਤੁਹਾਡੇ ਲਿਖਿਆ ਹੋਇਆ ਭਾਈ ਵੀ ਖੁਦਾ ਦੇ ਬਿਨਾਂ ਕਿਸੇ ਨੂੰ ਤੁਸੀਂ ਸਜਦਾ ਨਹੀਂ ਕਰਨਾ, ਸਾਡੇ ਤਾਂ ਲਿਖਿਆ ਹੋਇਆ ਹੈ ਨਹੀਂ, ਸਾਡੇ ਤਾਂ ਜੇ ਦੀਸਾ ਕੋਲ ਸਿੱਖੜਾ ਪਾਏ ਜੀ। ਜੇ ਤੁਸੀਂ ਕਹਿੰਦੇ ਤੁਹਾਡੇ ਇਹ ਲਿਖਿਆ ਹੋਇਆ ਵੀ ਕਿਸੇ ਨੂੰ ਖੁਦਾ ਦੇ ਬਿਨਾਂ ਸਜਦਾ ਨਹੀਂ ਕਰਨਾ, ਤੁਹਾਨੂੰ ਗਲਤ ਫਹਿਮੀ ਹੈ, ਤੁਸੀਂ ਗੁਰਬਾਣੀ ਪੜ੍ਹੀ ਨਹੀਂ ਹੈ, ਐਵੇਂ ਥੋੜ੍ਹੀ ਸੁਣਾਈ ਗੱਲ ਕਰਨੀ। ਉਹਨੇ ਨਹੀਂ ਸੀ ਪੜ੍ਹੀ, ਮਾਰ ਖਾ ਗਿਆ ਨਾ। ਜਿੰਨਾ ਚਿਰ ਤੁਸੀਂ ਉਹਨਾਂ ਦੀ ਗੱਲ ਪੱਕੀ ਨਹੀਂ ਜਾਣਦੇ, ਜੇ ਤੁਹਾਡੇ ਲਿਖਿਆ ਹੋਇਆ ਵੀ ਸਜਦਾ ਨਹੀਂ ਕਰਨਾ ਖੁਦਾ ਦੇ ਬਿਨਾਂ, ਤਾਂ ਜਿਹੜੇ ਆਦਮੀ ਨੇ ਲਿਖਿਆ ਉਹ ਪੂਰੀ ਬੁੱਧੀ ਦਾ ਨਹੀਂ ਸੀ। ਝਟਕਾ ਲੱਗ ਗਿਆ ਵੀ ਸਾਡੇ ਤਾਂ ਮੁਹੰਮਦ ਨੂੰ ਕਹੇ ਤਾਂ ਪੂਰੀ ਬੁੱਧੀ ਦਾ ਨਹੀਂ ਸੀ। ਮੈਂ ਸਮਝਦਾ ਉਹਦੀ ਅਕਲ ਪੂਰੀ ਨਹੀਂ ਸੀ, ਠੀਕ ਨਹੀਂ ਸੀ, ਉਹਨੇ ਲਿਖਿਆ ਗਲਤ ਲਿਖਿਆ। ਉਹਨੇ ਫਿਰ ਉਹ ਦੱਸ ਵੀ ਦਿੱਤਾ ਕਿਉਂ ਲਿਖਿਆ। ਉਹ ਖੁਦਾ ਬਾਰੇ ਗਿਆਨ ਨਹੀਂ ਕਰਾ ਰਹੀ ਕੁਰਾਨ। ਉਹ ਕਹਿੰਦਾ ਖੁਦਾ ਦੇ ਬਿਨਾਂ ਕਿਸੇ ਨੂੰ ਦਰਸ਼ਨ ਨਹੀਂ, ਸਜਦਾ ਨਹੀਂ ਕਰਨਾ। ਇਹ ਲਿਖਣ ਦੀ ਕੀ ਲੋੜ ਸੀ? ਉਹ ਕਹਿੰਦਾ ਕਿਸੇ ਨੂੰ ਸਜਦਾ ਨਹੀਂ ਕਰਨਾ, ਗੱਲ ਖਤਮ ਸੀ। ਇਹ ਕਿਉਂ ਲਿਖਿਆ? ਆਹ ਜਿਹੜੀ ਵਿੱਚ ਗੱਲ ਉਹਨੇ ਲਿਖਿਆ ਖੁਦਾ ਤੇ ਬਿਨਾਂ ਨਹੀਂ ਸਜਦਾ ਕਰਨਾ, ਇਹ ਤਾਂ ਸ਼ੱਕ ਪੈਂਦੀ ਹੈ ਉਹਦੇ ਤੇ, ਸ਼ੱਕ ਪੈਂਦੀ ਹੈ ਉਹ ਤੇ। ਉਹ ਸੁਣੀਆਂ ਗੱਲਾਂ ਦਾ ਖੁਦਾ ਦਾ ਉਹਨੂੰ ਪਤਾ ਸੀ, ਗਿਆਨ ਮੈਨੂੰ ਖੁਦਾ ਦਾ ਹੈ ਨਹੀਂ। ਫਿਰ ਉਹਨੇ ਗੱਲ ਕਿਉਂ ਲਿਖੀ? ਉਹ ਕਹਿੰਦਾ ਕਿਸੇ ਨੂੰ ਦਰਸ਼ਨ ਨਾ ਕਰਿਆ। ਜੇ ਇਹ ਲਿਖਦਾ ਫਿਰ ਉਹ ਪੂਰੀ ਬੁੱਧੀ ਵਾਲਾ ਬੰਦਾ ਨਹੀਂ ਸੀ ਮੰਨਿਆ ਜਾਣਾ, ਫਿਰ ਨਾਸਤਕ ਮੰਨਿਆ ਜਾਣਾ ਸੀ। ਨਾਸਤਕ ਹੁਣੋਂ ਵੀ ਬਚ ਗਿਆ, ਨਾਸਤਕ ਹੈ ਵੀ, ਯਾਨੀ ਅਗਿਆਨੀ ਹੈ ਵੀ, ਨਾਸਤਕ ਤਾਂ ਹੈ ਨਹੀਂ, ਅਗਿਆਨੀ ਹੈ ਵੀ। ਅਗਿਆਨਤਾ ਛੁਪੋ ਲਈ, ਆਪਣੀ ਲੁਕੋ ਲਈ, ਢੱਕ ਲਈ। ਭੁਲੇਖਾ ਸੀ ਉਹਨੂੰ ਵੀ। ਉਹ ਕਹਿੰਦਾ ਕੁਰਾਨ 'ਚ ਹੈਗਾ, ਮੈਂ ਦੱਸ ਕਿੱਥੇ, ਵਟ ਇਜ਼ ਦੈਟ ਵਰਡ, ਉਹ ਇੱਕ ਕੀ ਹੈ, ਇਹਦਾ ਜਵਾਬ ਕੁਰਾਨ 'ਚ ਇਹ ਡਿਸਕਸ ਨਹੀਂ ਕੀਤਾ ਹੋਇਆ ਤੁਹਾਡੇ ਕੁਰਾਨ 'ਚ। ਆਖਰ ਉਹਨੂੰ ਮੰਨਣਾ ਪਿਆ ਵੀ ਬਿਲਕੁਲ ਠੀਕ ਹੈ ਨਾ, ਤੁਸੀਂ ਇਹ ਨਹੀਂ ਡਿਸਕਸ ਹੈਗਾ, ਡਿਸਕਸ ਨਹੀਂ। ਉਹਨੇ ਕਿਉਂ ਲਿਖਿਆ? ਉਹ ਇਹ ਲਿਖਦਾ ਵੀ ਖੁਦਾ ਦੇ ਵੀ ਕਿਸੇ ਨੂੰ ਸਜਦਾ ਕਰਨ ਦੀ ਲੋੜ ਨਹੀਂ। ਫਿਰ ਤੁਸੀਂ ਸਜਦਾ ਜਿਹੜਾ ਕਰਦੇ ਹੋ ਨਮਾਜ਼ ਵੇਲੇ ਕਿਹਨੂੰ ਕਰਦੇ ਹੋ ਇਹ ਦੱਸੋ? ਹੱਸ ਗਏ। ਜਿੰਨਾ ਚਿਰ ਤੁਸੀਂ ਦੂਜੇ ਧਰਮਾਂ ਨੂੰ ਨਹੀਂ ਪੜ੍ਹ ਲੈਂਦੇ, ਸਮਝ ਲੈਂਦੇ, ਚਰਚਾ ਨਹੀਂ ਕਰ ਸਕਦੇ। ਦੂਏ ਦੇ ਹਥਿਆਰ ਦਾ ਪਤਾ ਲੱਗ ਜਾਂਦਾ, ਜਦ ਸਰਕਾਰ ਨੂੰ ਜਦੇ ਉਹਦਾ ਤੋੜ ਬਣਾਉਣ ਲੱਗ ਜਾਂਦੀਆਂ ਵੀ ਫਲਾਣੇ ਨੇ ਹਥਿਆਰ ਬਣਾ ਲਿਆ, ਉਹਦਾ ਤੋੜ ਬਣਾ ਲਈਏ। ਨਹੀਂ ਤਾਂ ਉਦੋਂ ਪਤਾ ਲੱਗੂ ਜਦੋਂ ਅਗਲੇ ਨੇ ਚਲਾਤਾ ਤੁਹਾਡੇ ਤੇ, ਜੇ ਤੁਸੀਂ ਬੈਠੇ ਰਹੇ ਚੁੱਪ ਕਰਕੇ। ਕੀ ਨਿਕਲਿਆ ਇਹਨਾਂ ਕੋਲ? ਬਾਹਰ ਸਵਾਲ ਕਰਦੇ ਨੇ, ਇੱਕ ਸਵਾਲ ਦਾ ਜਵਾਬ ਨਹੀਂ ਹੈ ਇਹਨਾਂ ਕੋਲ। ਸਾਰੇ ਸਿੱਖਾਂ ਕੋਲ ਚੁੱਪ ਕਰਕੇ ਘਰ ਨੂੰ ਆ ਜਾਂਦੇ ਨੇ, ਕੋਈ ਜਵਾਬ ਹੀ ਨਹੀਂ ਸੀ ਇਹਨਾਂ ਨੂੰ ਕਿਸੇ ਗੱਲ ਦਾ। ਅਗਲੇ ਕਹਿਣ ਲੱਗੇ ਸਾਇੰਸ ਨੇ ਫੇਲ ਕਰਤੀ ਗੁਰਮਤ। ਹੁਣ ਤਾਂ ਪਸ਼ੂ ਮਰੇ ਦਾ ਸਕਾਲ ਸਵਾਰੇ, ਨਰੂ ਮਰੇ ਨਾਲ ਕਾਮ ਨਾ ਆਵੇ। ਜਿਹੜੇ ਦੇ ਅਰਥ ਕੀਤੇ ਨੇ ਉਹਦੇ ਨਾਲ ਗੁਰਮਤ ਫੇਲ ਹੁੰਦੀ ਹੈ ਸਾਇੰਸ ਦੇ ਹਿਸਾਬ ਨਾਲ। ਕਹੇ ਤੁਹਾਡੀ ਗੁਰਮਤ ਵੀ ਝੂਠੀ ਹੋ ਗਈ। ਫਿਰ ਤੁਰੇ ਫਿਰਦੇ ਤੇ ਸਾਰੇ ਮਿਸ਼ਨਰੀ, ਫਿਰ ਦਿੰਦੇ ਜਵਾਬ। ਹਾਂਜੀ। ਭੁਜੰਗ ਪ੍ਰਿਆਤ ਛੰਦ ਪਠੇ ਕਾਗਦਮ ਦੇਸ ਦੇਸਨ ਅਪਾਰੀ। ਚਿੱਠੀਆਂ ਲੈ ਕੇ ਪਾਤੀਆਂ ਸਾਰੇ ਦੇਸਾਂ ਨੂੰ, ਦੂਰ ਦੂਰ ਤੱਕ। ਪਠੇ ਕਾਗਦਮ ਚਿੱਠੀਆਂ ਲਿਖ ਕੇ ਪਾਤੀ। ਇਹ ਪਠੇ ਕਾਗਦਮ ਉੱਥੇ ਹੈ 75 ਨਾਟਕ 'ਚ, ਇਹੀ ਲਾਈਨ ਹੈ ਪਠੇ ਕਾਗਦਮ। ਪਠੇ ਕਾਗਦਮ ਦੇਸ ਦੇਸਨ ਅਪਾਰੀ। ਹਾਂ, ਉਹਨੇ ਸੁਣ ਕੇ ਕਾਸ਼ੀ ਵਾਲਿਆਂ ਨੂੰ ਚਿੱਠੀ ਲਿਖੀ ਸੀ ਜਿਹੜੀ ਪਠੇ ਕਾਗਦਮ ਨੇ ਉੱਥੇ ਵਰਤਿਆ, ਪਠੇ ਇੱਥੇ ਵਰਤਿਆ। ਜਿਹਦਾ ਉਹ ਲਿਖਿਆ ਉਹਦਾ ਇਹ ਲਿਖਿਆ ਹੈ। ਇਹੀ ਪੰਕਤੀ ਉੱਥੇ ਆਈ ਹੈ ਇੱਥੇ। ਜਿਹੜੀ ਚਿੱਠੀ ਭੇਜੀ ਆ ਉਹਨੂੰ ਪਠੇ ਕਾਗਦਮ ਕਹਿੰਦੇ ਨੇ। ਭੇਜੀ ਉਹ ਕਾਗਜ਼ ਲੈ ਕੇ ਭੇਜਿਆ, ਉਹ ਕਾਗਜ਼ ਖੋਰਾ ਥੋੜੀ ਭੇਜਣਾ, ਲੈ ਕੇ ਭੇਜੀ ਦਾ ਕਾਗਜ਼। ਆਰਟੀਕਲ ਲਿਖਤਾ ਵੀ ਆਇਆ ਕਰੋ ਚਿੱਠੀ, ਚਿੱਠੀ, ਚਿੱਠੀ ਕਾਗਜ਼ ਚਿੱਠੀ ਨੂੰ ਕਹਿੰਦੇ, ਲੈਟਰ। ਪਤੀ ਆ ਗਿਆ
ਕਰੋ ਆਣ ਕੇ ਵੇਦ ਵਿਦਿਆ ਵਿਚਾਰੀ। ਸੱਦਣ ਵਾਸਤੇ ਜਿਹੜਾ ਹੁੰਦਾ ਨਾ ਚਿੱਠੀ, ਉਹਨੂੰ ਪਠੇ ਉਹਨੂੰ ਕਹਿੰਦੇ ਕਾਗਜ਼। ਕਹਿੰਦੇ ਉਹਨਾਂ ਨੂੰ ਨਿਮੰਤਰਣ ਦਿੱਤਾ ਵੀ ਆ ਕੇ ਵੇਦ ਦੀ ਵਿਚਾਰ ਕਰੋ ਸਾਡੇ ਨਾਲ, ਗਿਆਨ ਵਿਚਾਰ ਕਰੋ, ਗਿਆਨ ਚਰਚਾ ਕਰੋ। ਵੇਦ ਵਿਚਾਰੀ ਦਾ ਗਿਆਨ ਚਰਚਾ ਕਰੋ। ਜਟੀ ਦੰਡ ਮੁੰਡੀ ਤਪੀ ਬ੍ਰਹਮਚਾਰੀ। ਦੇਖੋ ਇਹ ਰਾਜਾ ਹੈ, ਇਹ ਹੁਕਮ ਕਰਦਾ ਮੇਰੇ ਨਾਲ ਕਰੋ। ਗੁਰੂ ਨਾਨਕ ਨੂੰ ਜਾਣਾ ਪਿਆ ਕਿਉਂਕਿ ਰਾਜਾ ਹੈ ਨਹੀਂ ਸੀ ਨਾ, ਇਹਦੇ ਕੋਲ ਸੰਸਾਰੀ ਸ਼ਕਤੀ ਹੈ। ਫਿਰ ਪਹਿਲਾਂ ਜਿੱਤ ਲੈ, ਸਹਿਮਤੀ ਹੈ ਨਾਲ, ਹੋਰ ਬਹੁਤ ਸਾਰੇ ਸਹਿਮਤ ਨੇ, ਫੋਰਸ ਜ਼ਿਆਦਾ ਹੋ ਗਈ। ਆਰਡਰ ਕਰਤਾ ਮੈਨੂੰ ਆਓ ਮਿਲੋ। ਚਿੱਠੀ ਲਿਖੀ ਉਹਨਾਂ ਦੀ ਡਿਟੇਲ ਹੈ। ਜਟੀ ਦੰਡ ਮੁੰਡੀ ਤਪੀ ਬ੍ਰਹਮਚਾਰੀ। ਜਟੀ ਜਟਾਧਾਰ ਨਾਲ ਤੇ ਚਾਹੇ ਦੰਡੀ ਸਵਾਮੀ ਸੀ, ਚਾਹੇ ਮੁੰਡੇ ਤਪੀ ਤਪ ਕਰਨ ਵਾਲੇ ਸੀ, ਬ੍ਰਹਮਚਾਰੀ ਚਾਹੇ ਬ੍ਰਹਮਚਾਰੀ ਸੀ। ਇਹ ਸਾਰੀਆਂ ਕੈਟਾਗਰੀ ਵਾਲਿਆਂ ਨੂੰ ਤੁਸੀਂ ਭੇਜਤੀ। ਜਿਹੜੇ ਰਾਜੇ ਸੀ ਜਾਂ ਵੈਸੇ ਬਿਨਾਂ ਰਾਜ ਤੇ ਸੀ। ਸਦੀ ਸਰਾਬਗੀ ਵੇਦ ਵਿਦਿਆ ਵਿਚਾਰੀ। ਸਾਰਿਆਂ ਨਾਲੇ ਵੇਦ ਵਿਦਿਆ ਦੀ ਵਿਦਿਆ ਵਿਚਾਰੀ ਹੈ। ਦੇਖੋ ਯੋਗ ਨੂੰ ਕਿਹਾ ਵੀ ਯੋਗ ਕੀ ਹੁੰਦਾ, ਯੋਗ ਦਾ ਸਰੀਰ ਨਾਲ ਕੀ ਮਤਲਬ। ਫਿਰ ਤਾਂ ਮਾਇਆ ਨਾਲ ਯੋਗ ਦਾ ਮਾਇਆ ਨਾਲ ਜੁੜਨਾ, ਫਿਰ ਮੁਕਤੀ ਕਿੱਥੇ ਹੈ? ਜੇ ਮਾਇਆ ਨਾਲੇ ਜੁੜੇ ਰਹਿਣਾ ਹੈ ਫਿਰ ਮੁਕਤੀ ਕਿੱਥੇ? ਮਾਇਆ ਨੂੰ ਅਲੱਗ ਕਰਕੇ ਮੁਕਤੀ ਹੈ। ਮੁਕਤੀ ਹੈ ਮਾਇਆ ਨੂੰ ਅਲੱਗ ਹੋਣਾ। ਤੁਸੀਂ ਮਾਇਆ ਨਾਲ ਜੁੜੇ ਹੋਏ ਜੋ ਕਹਿੰਦੇ ਫਿਰ ਮੁਕਤੀ ਤਾਂ ਹੈ ਨਹੀਂ। ਮੁਕਤੀ ਤਾਂ ਫਿਰ ਤੁਸੀਂ ਲੁਕੋਤੀ। ਮੁਕਤੀ ਕਰਨ ਤੋਂ ਤੁਸੀਂ ਰਾਹ ਰੋਕਤਾ। ਮੁਕਤੀ ਦਾ ਰਾਹ ਰੋਕਤਾ ਇਹਨਾਂ ਨੇ ਜਿਹੜੇ ਯੋਗੀ ਨੇ। ਮੁਕਤੀ ਦਾ ਰਾਹ, ਮੁਕਤੀ ਦੇ ਵਿਰੋਧੀ ਨੇ। ਹਾਂਜੀ। ਹਕਾਰਾ ਸਭੈ ਦੇਸ ਦੇਸਾ ਨਰੇਸੰ। ਸਾਰੇ ਦੇਸਾਂ ਦੇ ਜਿੰਨੇ ਰਾਜੇ ਸੀ, ਨਰੇਸ਼ ਸੀ। ਨਰੇਸ਼ ਕਹਿੰਦੇ ਨਰ ਈਸ, ਜਿਹਨਾਂ ਨੂੰ ਆਦਮੀ ਮੰਨਦੇ ਸੀ। ਕੁਛ ਆਦਮੀ ਰਾਜਾ ਮੰਨਦੇ ਨੇ, ਜ਼ਮੀਨ ਤਾਂ ਮੰਨਦੀ ਨਹੀਂ। ਜ਼ਮੀਨ ਤਾਂ ਰਾਜ ਬਾਦ, ਜ਼ਮੀਨ ਕਿਹੜਾ ਬੋਲਦੀ ਹੈ ਵੀ ਕੱਲ ਤੇਰਾ ਰਾਜ ਦੀ ਮੈਂ ਤੇਰਾ ਮੰਨਦੀ। ਜ਼ਮੀਨ ਨੂੰ ਨਹੀਂ ਬਣਾਈਦਾ, ਆਦਮੀ ਨੂੰ ਬਣਾਈਦਾ। ਰਾਜੇ ਆਦਮੀ ਨੂੰ ਬਣਾਉਂਦੇ ਹੁੰਦੇ ਨੇ। ਆਦਮੀ ਵੋਟਾਂ ਪਾ ਕੇ ਆਦਮੀ ਨੂੰ ਬਣਾ ਰਹੀਆਂ ਨੇ ਆਪਣੀ ਪਾਰਟੀ ਸਾਰੀ। ਸਾਨੂੰ ਵੋਟ ਦਿਓ। ਆਦਮੀ ਜਦ ਵੋਟ ਪਾ ਦੇਣਗੇ ਰਾਜ ਹੈ। ਨਰੇਸ਼ ਲਫ਼ਜ਼ ਹੈ ਇਹ। ਬੁਲਾਏ ਸਭੈ ਮੋਣ ਮਾਨੀ ਸੋ ਬੇਸੰ। ਜਿਹੜੇ ਨਰੇਸ਼ ਸੀ, ਜਿਨ੍ਹਾਂ ਦੇ ਮਗਰ ਕੁਛ ਆਦਮੀ ਸੀ, ਉਹ ਸਾਰੇ ਬੁਲਾ ਲਏ। ਹਕਾਰੇ ਬੁਲਾਏ, ਬੁਲਾਵੇ ਭੇਜਿਆ। ਬੁਲਾਏ ਸਭੈ ਮੋਣ ਮਾਨੀ ਸੋ ਬੇਸੰ। ਜਿਹੜੇ ਬੋਲੀ ਸੀ, ਮਾਨ ਸੀ, ਇਹਨਾਂ ਨੂੰ ਆਪਣਾ ਬੜਾ ਗਿਆਨ ਤੇ ਵੀ ਅਸੀਂ ਜੀ ਇਹਨਾਂ 12 ਸਾਲ ਹੋ ਗਏ ਮੈਨੂੰ ਬੋਲ ਰੱਖੇ ਨੂੰ, ਚੁੱਪ ਕੀਤੇ ਨੂੰ। ਬੋਲੀ ਨੂੰ ਬਾਨੀ ਨਾਲ ਕਿਹਾ ਹੋਇਆ। ਬੋਲੀਆਂ ਨੂੰ ਹੰਕਾਰ ਹੁੰਦਾ, ਰਾਜੇ ਨੂੰ ਹੰਕਾਰ ਘੱਟ ਹੁੰਦਾ, ਰਾਜੇ ਨੂੰ ਡਰ ਹੁੰਦਾ। ਉਹਨੂੰ ਪਤਾ ਹੁੰਦਾ ਮੈਨੂੰ ਦੂਆ ਬੜਾ। ਬੋਲੀ ਨੂੰ ਦੂਏ ਬੜੇ ਬੁੜੇ ਦਾ ਨਹੀਂ ਫਰਕ ਹੁੰਦਾ। ਉਹਨਾਂ ਨੇ ਕਿਹੜਾ ਕੋਲਣਾ ਆਪਣੇ ਧੂਆਂ ਦਾ ਵਾਰ ਬੜਾ। ਹਾਂ, ਉਹਨਾਂ ਨੇ ਕਿਹੜਾ ਕੋਲਣਾ। ਰਾਜੇ ਨੂੰ ਤਾਂ ਕੱਲ ਨੂੰ ਜੰਗ ਕਰਨੀ ਪੈ ਜੂਗੀ। ਜਟਾ ਧਾਰ ਜੇਤੇ ਕਹੂੰ ਦੇਖ ਪਈਐ। ਕਿਤੇ ਵੀ ਜਟਾ ਧਾਰ ਮਿਲ ਗਿਆ ਨਾ, ਦੇਖ ਲਿਆ। ਉਹਨੇ ਕਿਹਾ ਚੱਲ ਬਈ। ਜਿਹੜੇ ਭੇਜੇ ਬੰਦੇ ਉਹਨਾਂ ਨੂੰ ਟੋਲ ਟੋਲ ਕੇ ਲਿਆਉਂਦੇ ਨੇ। ਛੋਟੇ ਛੋਟੇ ਰਾਜੇ ਨੇ ਉਦੋਂ, ਇਹਦਾ ਮਤਲਬ ਹੈ ਬਹੁਤ ਵੱਡੇ ਰਾਜੇ ਨਹੀਂ ਹੈ। ਜਿੱਥੇ ਵੀ ਜਟਾਧਾਰੀ ਕੋਈ ਦੇਖ ਲੈਂਦੇ ਨੇ। ਬੁਲਾਵੇ ਤਿਸੈ ਨਾਥ ਭਾਖੈ ਬੁਲਈਐ। ਉਹਨੂੰ ਕਹਿੰਦਾ ਜਾ ਕੇ ਬੁਲਾਵਾ ਦੇ ਦਿੰਦਾ ਵੀ ਉਹ ਨਾਥ ਉੱਥੇ ਬੁਲਾਇਆ। ਨਾਥ ਨੇ, ਪਾਰਸਨਾਥ ਨੇ ਬੁਲਾਇਆ ਤੁਹਾਨੂੰ। ਚਲੋ ਉੱਥੇ ਨੂੰ ਜਾਣਾ ਪੈਂਦਾ ਅਗਲੇ ਨੂੰ, ਕੀ ਕਰੇ। ਇੱਕ ਦੋ ਪਿੰਡਾਂ ਦਾ, ਚਾਰ ਪਿੰਡਾਂ ਦਾ ਰਾਜਾ, ਇੱਕ ਸ਼ਹਿਰ ਦਾ ਇੱਕ ਰਾਜਾ ਹੁੰਦਾ ਸੀ। ਆਲੇ ਦੁਆਲੇ ਥੋੜੀ ਜਿਹੀ ਆਬਾਦੀ ਹੁੰਦੀ ਸੀ ਸ਼ਹਿਰ ਦੇ। ਹਾਂ। ਫਿਰੇ ਸਰਬ ਦੇਸਨ ਨਰੇਸਨ ਬੁਲਾਵੇ। ਸਾਰੇ ਦੇਸਾਂ ਨੂੰ ਬੁਲਾਵੇ ਭੇਜਤੇ, ਬੁਲਾਉਂਦੇ ਟੋਲਦੇ ਫਿਰਦੇ ਨੇ ਲੋਕ। ਬੁਲਾ ਰਿਹਾ ਉਹਨੇ, ਬੁਲਾਵੇ ਭੇਜੇ ਹੋਏ ਨੇ। ਹਾਂ। ਮੇਰੇ ਰਾਮ ਤਿਸੈ ਛਤਰ ਛੋਣੀ ਛਿਨਾਵੇ। ਜਿਹੜਾ ਨਹੀਂ ਨਾ ਮੰਨਦਾ ਉਹਦਾ ਜਦੇ ਤਾਜ ਖੋਲ ਲੈਂਦਾ ਛਤਰ ਛੋਣੀ। ਉਹਨੂੰ ਕਹਿੰਦਾ ਉਹਨੂੰ ਰਾਜ ਉਹਦਾ ਪੜ ਦੋ। ਛਤਰ ਛੋਣੀ ਛਿਨਾਵੇ। ਹਾਂ, ਛਿਨਾਵਾ ਖੋਲ ਲੈਂਦਾ ਛਤਰ ਜਿਹੜਾ।
ਮਿਲੇ ਨਾ ਸਾਰੀ ਫੌਜ ਛੋਟੀ ਫੌਜ ਨੂੰ ਕਹਿੰਦੇ ਨੇ। ਸਿਰ ਤੇ ਛਤਰ ਹੁੰਦਾ, ਰਾਜੇ ਦੇ ਤਾਜ ਹੁੰਦਾ, ਅਛੋੜੀ ਫੌਜ ਹੁੰਦੀ ਉਹ ਖੋਲ ਲੈਂਦਾ ਵਿੱਚ ਛੁੱਟੀ ਕਰ, ਮਿਲੇ ਨਾ ਉਹਦੇ ਤਾਂ ਹੋਰ ਬਿਠਾ ਦਿੰਦਾ ਕੋਈ। ਮਿਲੇ ਨਾ ਤੁਸੀਂ ਮਿਲੇ ਨਾ ਤਿਸੇ ਛਤਰ ਛੋਣੀ ਸੁਣਾਵੇ, ਜਿਹੜਾ ਨਹੀਂ ਬਣਦਾ ਹੁੰਦਾ, ਜਿਹੜਾ ਨਹੀਂ ਬਣਦਾ। ਪਠੇ ਪੱਤਰ ਏਕੈ ਦਿਸ਼ਾ ਏਕ ਧਾਵੈ, ਜਿੱਧਰ ਪੱਤਰ ਇੱਕ ਦਿਸ਼ਾ ਜਾਂਦਾ ਤੁਰ ਤੱਕ ਪਹੁੰਚਾ ਦਿੰਦਾ ਵੀ ਚਲੋ ਜਿੱਥੇ ਤੱਕ ਸਮੁੰਦਰ ਨਹੀਂ ਆਉਂਦਾ। ਜਿੱਥੇ ਸਮੁੰਦਰ ਆ ਕੋਈ ਐਸੀ ਚੀਜ਼ ਆ ਜਾਂਦੀ ਵੀ ਹੁਣ ਕਹਾਂ ਹੈ ਨਹੀਂ ਕੋਈ, ਉੱਥੋਂ ਹੀ ਮੁੜਦੇ ਨੇ ਜਾ ਕੇ। ਉਹਨੇ ਕਿਹਾ ਚਲੋ ਤੁਸੀਂ ਜਿੱਥੇ ਤੱਕ ਵੀ ਧਰਤੀ ਹੈਗੀ ਆ, ਤੁਰ ਸਮੁੰਦਰ ਨੂੰ ਲੱਗ ਕੇ ਜਾਓ। ਜਟੀ ਦੰਡ ਮੁੰਡੀ ਕਹੂੰ ਹਾਥ ਆਵੈ, ਜਿੱਥੇ ਵੀ ਜੱਟੀ ਜਾਂ ਦੰਡ ਮੁੰਡੀ ਹੱਥ ਆ ਜਾਂਦਾ ਨਾ। ਰਚਿਓ ਜਗ ਰਾਜਾ ਚਲੇ ਸਰਬ ਜੋਗੀ, ਸਾਰਿਆਂ ਨੂੰ ਕਹਿਤਾ ਵੀ ਜੱਗ ਕਰ ਰਿਹਾ ਰਾਜਾ, ਯੱਗ ਕਰ ਰਿਹਾ ਬਹੁਤ ਬੜਾ, ਉੱਥੇ ਬੁਲਾਇਆ ਭਾਈ ਚਲੋ। ਜਹਾਂ ਲੋ ਕੋਈ ਬੂਟ ਬਾਰੋ ਸੰਭੋਗੀ, ਜਿੱਥੇ ਲੋ ਵੀ ਕੋਈ ਬੂਟ ਬਾਰੋ ਸੰਭੋਗੀ, ਸੰਭੋਗੀ ਮਤਲਬ ਹੈਗੇ ਨੇ। ਹਾਂ, ਜਹਾਂ ਲੋ ਕੋਈ ਬੂਟ ਬਾਰੋ ਸੰਭੋਗੀ। ਉਹ ਆਹੋ ਮਤਲਬ ਇਹ ਐਸੇ ਆਦਮੀ ਨੇ ਜਿੱਥੇ ਤੱਕ ਵੀ ਕੋਈ ਜੀ ਹੈਗਾ ਮਿਲਦਾ ਉਹਨੂੰ ਸਵੈਮ ਸੰਭੋਗੀ ਦਾ, ਸਵੈਮ ਦਾ ਜਿਹੜਾ ਮਤਲਬ ਗਿਆਨਵਾਨ ਆਦਮੀ, ਗਿਆਨਵਾਨ ਆਦਮੀ ਸੰਭੋਗੀ ਹੁੰਦਾ, ਆਪਣੇ ਆਪ ਨੂੰ ਖਾਣ ਵਾਲਾ, ਆਪਣਾ ਆਪ ਖਾ ਜਾਣਾ। ਆਪਣੇ ਜਿਵੇਂ ਬੀਜ ਹੈ, ਆਪਣੇ ਬੀਜ ਨੂੰ ਬਿਰਛ ਆਪ ਖਾ ਜਾਂਦਾ। ਬੀਜ ਦੇ ਵਿੱਚ ਹੁੰਦਾ ਬਿਰਛ, ਕਿਹਨੂੰ ਖਾਂਦਾ? ਆਪਣੇ ਆਪ ਨੂੰ ਖਾਂਦਾ ਨਾ। ਇਹ ਜਿਹੜਾ ਬਿਰਛ ਪੈਦਾ ਹੋਣਾ ਨਾ, ਸ਼ਬਦ ਪੈਦਾ ਹੋਣਾ, ਹੁਕਮ, ਉਹਨੇ ਚੇਤਰ ਮਨ ਨੂੰ ਦੋਹਾਂ ਨੂੰ ਖਾ ਜਾਣਾ। ਜਿਹੜਾ ਗਿਆਨਵਾਨ ਆਦਮੀ ਉਹਨੂੰ ਸੰਭੋਗੀ ਕਿਹਾ, ਜਿਹੜਾ ਤਤ ਗਿਆਨੀ ਹੈ, ਤਤ ਵੇਤਾ, ਸਵੈਮ ਨੂੰ ਖਾਣ ਵਾਲਾ, ਆਪਣੇ ਹੰਕਾਰ ਨੂੰ ਆਪੇ ਖਾਣ ਵਾਲਾ ਕਹਿ ਦੋ, ਆਪਾ ਬਿਠਾਉਣ ਵਾਲਾ ਜਿਹੜਾ ਹੈਗਾ, ਕਹਾ ਸੰਭੋਗੀ ਕਹਿੰਦੇ ਨੇ। ਇਹਨਾਂ ਨੇ ਸਾਰੇ ਅਰਥ ਬਦਲੇ ਹੋਏ ਨੇ, ਕਿਉਂਕਿ ਡਿਕਸ਼ਨਰੀ ਬਦਲਦੀ ਨਾ, ਡਿਕਸ਼ਨਰੀ ਚੱਕ ਕੇ ਮਾਇਆ ਤੇ ਲਾਤੀ। ਇਹ ਨਿਰਾਕਾਰੀ ਡਿਕਸ਼ਨਰੀ ਨੂੰ ਮਾਇਆ ਤੇ ਚਲਾਵਾਂਗੇ ਨਾ, ਅਰਥ ਬਦਲ ਜਾਣੇ। ਕਹਾ ਰੰਕ ਰਾਜਾ ਕਹਾ ਨਾਰ ਹੋਈ, ਕਹਾਂ ਰੰਕ ਰਾਜਾ, ਕਹਾ ਨਾਰ ਹੋਈ। ਕੋਈ ਚਾਹੇ ਔਰਤ ਹੋਵੇ ਰਾਜ ਤੇ ਬੈਠੀ, ਰਚਿਓ ਕੋਈ ਰੰਕ ਹੋਵੇ, ਕੋਈ ਰਾਜਾ ਹੋਵੇ, ਕੋਈ ਮਰਦ ਹੋਵੇ, ਕੋਈ ਇਸਤਰੀ ਹੋਵੇ, ਚਾਹੇ ਰਚਿਓ ਕਈ ਜਗ੍ਹਾ ਇਸਤਰੀਆਂ ਵੀ ਰਾਜ ਕਰਦੀਆਂ ਤੀਆਂ, ਕਈ ਜਗ੍ਹਾ ਇਸਤਰੀਆਂ ਵੀ ਧਾਰਮਿਕ ਦੀਆਂ ਆਗੂ ਬੜੀਆਂ ਹੋਈਆਂ ਸੀ, ਜਿਵੇਂ ਤ੍ਰਿਆ ਚਿੱਤਰ ਚ ਹੈ ਨਾ। ਇੱਥੇ ਵੀ ਕਈ ਡੇਰੇ ਬਣਾਈ ਬੈਠੀਆਂ ਨੇ ਔਰਤਾਂ, ਚਾਹੇ ਔਰਤ ਵੀ ਹੋਣਗੇ, ਚੱਲ ਉੱਥੇ ਕਰਨਾ ਤਾਂ ਗੁਰਮਤਿ ਦਾ ਪ੍ਰਚਾਰ। ਅਸਲ ਤਾਂ ਉੱਥੇ ਜਾ ਕੇ ਦੱਸੂ ਉਹਨੇ ਕੀ ਕਰਨਾ, ਦੱਸਿਆ ਨਹੀਂ। ਹਾਂ ਤਾਂ ਸੱਦੇ ਨੇ ਉੱਥੇ। ਰਚਿਓ ਜਗ ਰਾਜਾ ਚਲਿਓ ਸਰਬ ਕੋਈ, ਹਾਂ ਰਾਜੇ ਨੇ ਰਾਜਸੂਈ ਜੱਗ ਰਚਿਆ, ਰਾਜੇ ਨੇ ਜੱਗ ਰਚ ਦਿੱਤਾ। ਰਚਿਓ ਜਗ ਰਾਜਾ ਚਲਿਓ ਸਰਬ, ਸਾਰੇ ਕੋਈ ਚੱਲ ਪਏ, ਇਕੱਠੇ ਕਰ ਲਏ ਸਾਰੇ ਇਕੱਠੇ। ਉੱਥੇ ਸਾਰਿਆਂ ਨੂੰ ਐਲਾਨ ਕਰੂ ਨਾ। ਪਹਿਲਾਂ ਤਾਂ ਦੂਰ ਦੂਰ ਤੋਂ ਹੀ ਉਹ ਜਿੱਤਿਆ ਆ, ਜਦ ਦੇਖਿਆ ਵੀ ਚਲ ਗਾਹਾਂ ਦੇ ਜਿਹੜੀ ਹੁਣ ਛੋਟੇ ਜਿਹੇ ਰਹਿ ਗਏ, ਉਹ ਜਿਵੇਂ ਸਿਲਾ ਜਿਹਾ ਖਿੱਚ ਰਹਿ ਜਾਂਦਾ, ਚੰਗੀ ਚੰਗੀ ਫਸਲ ਵੱਢ ਲਈ, ਜਿਹੜੀ ਮਾੜੀ ਮਾੜੀ ਸੀ ਉਹਨੇ ਕਿਹਾ ਵੀ ਆਪੇ ਆ ਜਾਣਗੇ, ਕੋਈ ਗੱਲ ਨਹੀਂ, ਸਮਝ ਨਹੀਂ। ਉਹ ਫਿਰ ਉਹਨਾਂ ਨੂੰ ਹੀ ਸੁਨੇਹੇ ਭੇਜ ਕੇ ਮੁਕਾ ਲਏ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ। ਉਹਨੂੰ ਜਿਹੜੇ ਵੱਡੇ ਵੱਡੇ ਦੇਸ਼ ਨੇ ਜਿਹੜੇ ਜਿੱਤਣ ਵਿੱਚ, ਛੋਟੇ ਦਾ ਆਪੇ ਬਣ ਜਾਂਦੇ ਹੁੰਦੇ ਨੇ। ਮਿਸਲਾਂ ਹੀ ਇਕੱਠੀਆਂ ਕੀਤੀਆਂ ਰਣਜੀਤ ਸਿੰਘ ਨੇ, 22 ਧਾਰੀ ਆਪੇ ਬਣ ਗਏ ਸੀ। ਹਾਂਜੀ, ਫਿਰੇ ਪੱਤਰ ਸਰਬੱਤਰ ਦੇਸੰ ਅਪਾਰੰ, ਸਾਰੇ ਦੇਸਾਂ ਦੇ ਵਿੱਚ ਚਿੱਠੀਆਂ ਭੇਜ ਫਿਰ ਗਈਆਂ। ਪੱਤਰ ਜਿਹਦੇ ਸੀ, ਚਿੱਠੀਆਂ ਸੀ, ਦੂਰ ਦੂਰ ਤੱਕ, ਅਪਾਰ ਤੱਕ ਚਿੱਠੀਆਂ ਭੇਜਦੀਆਂ, ਸਾਰੇ ਇਕੱਠੇ ਕਰ ਲਏ। ਅਪਾਰੰ
ਜੁਰੇ ਸਰਬ ਰਾਜਾ ਨਿਰਪਮ ਆਣ ਦੁਆਰੰ। ਸਾਰੇ ਹੀ ਰਾਜੇ ਉਹਦੇ ਦੁਆਰੇ ਤੇ ਆ ਕੇ ਇਕੱਠੇ ਹੋ ਗਏ, ਜੁਟ ਗਏ। ਜੁੜੇ ਜੁੜੇ ਨਿਰਪਮ ਨਿਰਪਮ ਰਾਜੇ ਸਾਰੇ ਇਕੱਠੇ ਹੋ ਗਏ। ਜਹਾਂ ਲੋ ਇਹ ਹੈ ਹਿਸਟਰੀ, ਇਹ ਹੈ ਧਰਮ। ਉਹਨੇ ਮਿੰਟਾਂ ਸਾਡੇ ਇੱਥੋਂ ਪੰਡਤ ਪਾੜੀ ਬਾਟ ਆਊਗੀ। ਦੇਖੋ ਇਹ ਠੀਕ ਗੱਲ ਹੈ, ਇਹ ਠੀਕ ਗੱਲ ਹੈ। ਜਿਹੜੇ ਵਿਦਿਆ ਵਿਚਾਰਦੇ ਨਹੀਂ ਉਹ ਪੰਡਤ ਨੇ, ਜਿਹੜੇ ਵਿਦਿਆ ਵਿਚਾਰਦੇ ਨੇ ਉਹ ਗੁਰਮੁਖ ਨੇ। ਪੰਡਤਾਂ ਨੂੰ ਗੁਰਮੁਖੀ ਭਾਸ਼ਾ ਉਧਰ ਲਾਇਆ, ਵਿਦਿਆ ਵਿਚਾਰਨ ਮਗਰ ਲਾਇਆ। ਵਿਦਿਆ ਪੜ੍ਹਨ ਵਾਲੇ ਪੰਡਤ ਨੇ, ਵਿਚਾਰਨ ਵਾਲੇ ਗੁਰਮੁਖ ਨੇ। ਹੁਣ ਪੰਡਤਾਂ ਨੂੰ ਗੁਰਮੁਖ ਬਣਾ ਰਿਹਾ ਡੰਡੇ ਦੇ ਜ਼ੋਰ ਨਾਲ। ਭਾਈ ਉਹਦੇ ਕੋਲ ਡਾਂਗ ਹੈਗੀ ਹੈ, ਬਣਾ ਰਿਹਾ, ਪਰ ਮਾੜਾ ਕੰਮ ਨਹੀਂ ਕਰ ਰਿਹਾ। ਮਾੜਾ ਨਹੀਂ ਕਰ ਰਿਹਾ, ਆਪਣੇ ਵਾਸਤੇ ਨਹੀਂ ਕਰ ਰਿਹਾ, ਭਲਾ ਬੁਰੇ ਦਾ ਵੀ ਕਰ ਰਿਹਾ। ਉਹ ਬੁਰੇ ਨੇ, ਬੁਰੇ ਦਾ ਭਲਾ ਕਰ ਰਿਹਾ। ਪਬਲਿਕ ਦਾ ਵੀ ਭਲਾ ਇਹਦੇ 'ਚ ਹੈ। ਜਿਹੜੀ ਪਬਲਿਕ ਨੂੰ ਉਹ ਆਗੂ ਬਣ ਕੇ ਜਹਾਜ਼ ਲੈ ਕੇ ਚੜਾ ਕੇ ਡੋਬ ਰਹੇ ਨੇ, ਅਪਰਾਧ ਕਰ ਰਹੇ ਨੇ, ਉਹ ਅਪਰਾਧੀ ਨੇ, ਉਹ ਅਪਰਾਧੀ ਨੇ। ਅਪਰਾਧੀਆਂ ਨੂੰ ਬੁਲਾ ਲਿਆ ਜੋ ਭਾਈ। ਫਿਰ ਉਹਨੂੰ ਸਮਝਾਇਆ ਤੁਸੀਂ ਜਿਹੜਾ ਆਹ ਕੁਛ ਕਰ ਰਹੇ ਹੋ, ਡੋਬ ਰਹੇ ਹੋ। ਉਹ ਕੰਬ ਗਏ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਕਹਿੰਦੇ ਨੇ ਕੋਈ ਪਰਮਾਤਮਾ ਰੱਬ ਨੇ ਤਾਂ ਜਨਮ ਲੈ ਲਿਆ, ਇਹ ਤਾਂ ਆਦਮੀ ਦੇ ਰੂਪ 'ਚ ਆ ਗਿਆ। ਉਹ ਤਾਂ ਕਹਿੰਦੇ ਆਉਂਦਾ ਹੀ ਨਹੀਂ, ਤਾਂ ਜਨਮ ਲੈਂਦਾ ਹੀ ਨਹੀਂ। ਸਾਨੂੰ ਤਾਂ ਸੀ ਉਹਨੇ ਕਿਹੜਾ ਜਨਮ ਲੈਣਾ, ਅਸੀਂ ਤਾਂ ਨਿਰਭੈ ਹੋਏ ਤੇ। ਬੇਭੈ ਤੇ ਨਿਰਭੈ ਤਾਂ ਹੋਰ ਗੱਲ ਹੁੰਦੀ ਹੈ। ਬੇਭੈ ਹੋਏ ਤੇ ਵੀ ਉਹ ਕਿਹੜਾ ਜਨਮ ਲੈਂਦਾ, ਜੋ ਮਰਜ਼ੀ ਕਰੀ ਜਾਓ, ਲੁੱਟੀ ਜਾਓ, ਲੋਕਾਂ ਨੂੰ ਫਸਾਈ ਜਾਓ। ਇਹਨੂੰ ਪਤੰਦਰ ਨੇ ਲੈ ਲਿਆ ਹੁਣ ਜਨਮ। ਹੁਣ ਕਿੱਧਰ ਜਾਈਏ? ਕੜਕੀ ਜਾ ਗਏ ਸਾਰੇ। ਜਹਾਂ ਲੋ ਇਹ ਅਵਤਾਰ ਤਾਂ ਹੈ, ਇਹਦੇ ਕੋਲ ਤਿੰਨੇ ਸ਼ਕਤੀਆਂ ਨੇ। ਬਾਹੂਬਲ ਵੀ ਹੈ, ਧਨ ਬਲ ਵੀ ਹੈ। ਧਨ ਆਪੇ ਹੀ ਹੈ ਜਾਂ ਬਾਹੂਬਲ ਹੈ? ਭਾਈ ਡਕੈਤ ਇਕੱਠੇ ਹੋ ਕੇ ਆ ਜਾਂਦੇ ਨੇ, ਕੱਲਾ ਬੰਦਾ ਉਹਨੂੰ ਜੋ ਮਰਜੀ ਜਾਂ ਪੁੜਪੜੀ ਤੇ ਰੱਖਦਾ ਪਿਸਤੌਲ, ਆਪੇ ਦੇ ਦਿੰਦਾ ਚਾਬੀਆਂ ਤਾਂ ਆਪੇ ਦੇ ਦਿੰਦਾ। ਬਾਹੂਬਲ ਨਾਲ ਧਨਬਲ ਤਾਂ ਲੈ ਜਾਂਦੇ ਹੁੰਦੇ ਲੁੱਟ ਕੇ, ਉਹਦਾ ਆਪੇ ਹੋ ਜਾਂਦਾ ਧਨਬਲ। ਤਾਂ ਧਨਬਲ ਬਾਹੂਬਲ ਬੁੱਧਬਲ, ਬੁੱਧਬਲ ਧਨਬਲ ਬਾਹੂਬਲ ਜਾਂ ਤਿੰਨੇ ਆ ਜਾਣ ਉਹ ਅਵਤਾਰ ਹੁੰਦਾ। ਇਹਦੇ ਕੋਲ ਤਿੰਨੇ ਨੇ। ਰਾਜਾ ਨੂੰ ਸੁਨੇਹੇ ਭੇਜ ਮੰਗਾ ਰਿਹਾ, ਦੱਸਦੇ ਆ ਰਹੇ ਨੇ ਨਾ। ਜਿਹੜਾ ਆਕੀ ਹੋ ਜਾਂਦਾ ਉਹਦਾ ਰਾਜ ਖੋਲ ਦਿੰਦਾ। ਤਾਜ ਲਾ, ਕਹਿੰਦਾ ਤਾਜ ਲਾ ਦੋ, ਉਹਦਾ ਛੁਡਾ ਕੇ ਲਿਆਓ ਮੇਰੇ ਕੋਲ। ਆਪ ਨਹੀਂ ਛੁਡਾਵਾ, ਆਰਡਰ ਦੇ ਦਿੰਦਾ ਵੀ ਲਾ ਲਓ ਤਾਜ ਉਹਦਾ, ਮੁਸ਼ਕਾ ਬੰਨ ਕੇ ਲਿਆਓ ਮੇਰੇ ਕੋਲ। ਉਹ ਫੜ ਕੇ ਲੈ ਜਾਂਦੇ ਨੇ। ਇੱਕ ਦੋ ਨੂੰ ਉੱਥੇ ਆ ਕੇ ਮਗਫੀ ਮੰਗ ਲੈਂਦਾ, ਮੈਂ ਤਾਂ ਜੀ ਐ ਨਹੀਂ ਕਿਹਾ, ਮੈਂ ਉਹ ਨਹੀਂ ਕਿਹਾ। ਉਹ ਕਹਿੰਦਾ ਚੱਲ ਜੇ ਨਹੀਂ ਕਿਹਾ ਤਾਂ ਠੀਕ ਹੈ, ਆ ਜਾ ਬਹਿ ਜਾ ਤੂੰ ਵੀ। ਹੁਣ ਆਉਣਾ ਹੀ ਸੀ ਉਹਨੂੰ, ਹੋਰ ਕੀ ਹੈ। ਜਹਾਂ ਲੋ ਹੁਤੇ ਜਗਤ ਮੇਂ ਜਟਾ ਧਾਰੀ। ਜਿੱਥੇ ਵੀ ਦੇਖੋ ਜਟਾਧਾਰੀਆਂ ਤੇ ਸੂਈ ਆ। ਹੁਣ ਜਟਾਧਾਰੀਆਂ ਤੇ ਕਿਉਂ ਸੂਈ ਜਾਵੇ, ਬਾਕੀਆਂ ਤੇ ਕਿਉਂ ਨਹੀਂ ਸੂਈ? ਜਟਾਧਾਰੀਆਂ ਨੇ ਸ੍ਰੀ ਚੰਦ ਵਿਗਾੜਿਆ ਸੀ, ਨਾਨਕ ਦਾ ਮੁੰਡਾ। ਸੂਈ ਜਟਾਧਾਰੀਆਂ ਤੇ ਆਉਂਦੀ ਹੈ, ਬੁਲਾਏ ਸਾਰੇ ਹੀ ਨੇ। ਸ੍ਰੀ ਚੰਦ ਨੇ ਸੀ ਵਿਗਾੜਿਆ, ਉੱਥੇ ਸੂਈ। ਬ੍ਰਾਹਮਣ ਦੀ ਸਹਿਮਤੀ ਹੋ ਗਈ ਨਾਲ। ਬ੍ਰਾਹਮਣ ਨੂੰ ਤਾਂ ਚਾਹੀਦਾ ਹੀ ਸੀ, ਬ੍ਰਾਹਮਣ ਨਾਲ ਜਟਾਧਾਰੀ ਇਕੱਠੇ ਹੋ ਗਏ ਸੀ। ਹਾਂਜੀ। ਮਿਲੇ ਰੋਹ ਦੇ ਸੰਗ ਭਏ ਪੇਖ ਭਾਰੀ। ਮਿਲੇ ਰੋਹ ਦੇ ਸੰਗ ਭਏ ਪੇਖ ਭਾਰੀ। ਭਏ ਪੇਖ ਭਾਰੀ। ਜਿਹੜੇ ਰੋਹ ਦੇਖਦੇ ਸੀ, ਰੋਹਿਲੇ ਭੇੜੂ ਆਦਮੀ ਸਾਰੇ ਆ ਕੇ ਇਕੱਠੇ ਹੋ ਗਏ। ਭੇਖ ਭਾਰੀ ਭਾਰੀ ਭੇਖ ਜਿਹਨਾਂ ਦੇ ਰੱਖੇ ਸੀ। ਭਾਰੀ ਭੇਖ ਹੁੰਦਾ ਜਿਹਦੇ ਬਹੁਤੇ ਆਦਮੀ ਜਿਹਨੂੰ ਮੰਨਦੇ ਨੇ ਨਾ, ਉਹ ਭੇਖ ਭਾਰੀ ਹੁੰਦਾ। ਇਹ ਰੋਹ, ਇਹ ਵੀ ਜਿਹੜੇ ਨੇ ਨਾ ਜਟਾਧਾਰੀ, ਇਹ ਵੀ ਆਪਣੇ ਆਪ 'ਚ ਬਹੁਤ ਹੰਕਾਰੀ ਨੇ। ਦੇਖਿਆ ਨਹੀਂ, ਤਰਸੂਲ ਲੈ ਕੇ ਖੜੇ ਹੋ ਜਾਂਦੇ ਵੀ ਅਸੀਂ ਪਹਿਲਾਂ ਨਾਵਾਂਗੇ। ਇਹ ਰੋਹ ਨੇ। ਆਹੋ, ਭਾਰੀ ਭੇਖ ਵਾਲੇ ਜਿਹੜੇ ਨੇ ਨਾ ਜਟਾਧਾਰੀ,
ਸਾਰੇ ਆ ਗਏ। ਇਹਨਾਂ ਦੇ ਜ਼ਿਆਦਾ ਜਟਾਧਾਰੀ ਹੋਏ ਸੀ ਸੰਸਾਰ 'ਚ ਉਦੋਂ, ਬਾਕੀ ਕੋਈ ਟਾਮਾ ਟਾਮਾ ਸੀ। ਵੇਦ ਵਿਚਾਰਨ ਵਾਲੇ ਵੀ ਸੀ ਲੋਕ, ਟਾਮੇ ਟਾਮੇ ਸੀ ਉਹ। ਜਿਵੇਂ ਹੁਣ ਉਹ ਜਿਹੜੇ ਵਿਦਿਆ ਵਿਚਾਰੀ ਵਾਲੇ ਨੇ, ਬ੍ਰਹਮ ਗਿਆਨੀ ਗੱਲਾਂ ਕਰਦੇ ਨੇ, ਹਿੰਦੂਆਂ 'ਚ ਵੀ ਕਰਦੇ ਨੇ, ਉਹ ਹੈਗੇ ਹੁਣ ਵੀ ਥੋੜੇ ਨੇ, ਉਹਨਾਂ ਦੀ ਆਵਾਜ਼ ਦਬੀ ਹੋਈ ਹੈ। ਜ਼ਿਆਦਾ ਕਿਹਦੇ ਕੋਲ ਉਹ ਧਨ ਤੋਂ ਪਰੇ ਹੁੰਦੇ ਨੇ, ਜਿੱਥੇ ਧਨ ਅਰਬਾਂ ਖਰਬਾਂ ਰੁਪਈਏ ਚੜ੍ਹਦੇ ਨੇ, ਉਹ ਹਾਵੀ ਨੇ। ਜਦੋਂ ਰਾਤ ਚੱਲਦਾ ਉਹ ਖਿੱਚਦੇ ਨੇ। ਉੜੀਸਾ 'ਚ ਕਿੰਨਾ ਖਰਚਾ ਹੁੰਦਾ, ਕਿੰਨੀ ਪਬਲਿਕ ਹੁੰਦੀ ਹੈ, ਉਹ ਇਹੋ ਜਿਹਾ ਹੁੰਦਾ। ਹੁਣ ਇੱਥੇ ਕੁੰਭ ਤੇ ਕਿੰਨੀ ਪਬਲਿਕ ਹੁੰਦੀ ਹੈ, ਭਾਈ ਜਿੱਥੇ ਇਕੱਠ ਹੁੰਦਾ ਸਾਰੇ ਭੇਡਾਂ ਚਾਲ ਹੈ ਲੋਕਾਂ ਦੀ। ਲੋਕ ਜਦ ਕਿ ਭੇਡਾਂ ਚਾਲ ਹੈ, ਚਲਦੇ ਕੇ ਪਾਛੇ ਚਲੇ। ਭੇਡ ਚਾਲ ਹੈ, ਧਰਮ ਧਰਮ ਨਹੀਂ ਹੁੰਦੇ, ਭੇਡਾਂ ਚਾਲ ਹੈ। ਭੇਡਾਂ ਚਾਲ ਵਾਲੇ ਤਾਂ ਆਪੇ ਬਣ ਜਾਂਦੇ ਹੁੰਦੇ ਨੇ। ਆਗੂ ਫੜ ਲਏ, ਜਿਹੜੇ ਆਗੂ ਸੀ ਨਾ, ਜਿਨ੍ਹਾਂ ਨੇ ਭੇਡਾਂ ਚਾਲ ਚਲਾਈ ਸੀ, ਉਹਨਾਂ ਦੇ ਨੱਥ ਪਾਈ ਹੈ। जहाँ लो होते जोग जुगिष्ट साधे, जहाँ लो होते जोग जोगिष्ट, जोगी और जोगिष्ट, अच्छे योग दे इष्ट वाले। अच्छे भी ने जोगी इष्ट वाले, जेड़े माना चित्त का योग करने वाले ने, वो जोग इष्ट ने, जटाधारी नहीं। दो बदलता इत्थे, ਇਹਦਾ ਸਾਰੇ ਦੀ ਜਟਾਧਾਰੀ ਸੀ। ਯੋਗ ਦੇ ਸਹੀ ਅਰਥ ਕਰਨ ਵਾਲੇ ਯੋਗਿਸ਼ਟ ਸੀ। ਜਟਾਧਾਰੀ ਸਰੀਰ ਨਾਲ ਯੋਗ ਜੋੜਦੇ ਨੇ, ਯੋਗਿਸ਼ਟ ਮਨ ਔਰ ਚਿੱਤ ਦਾ ਯੋਗ ਜੋੜਦੇ ਨੇ। ਇਹ ਵੀ ਸੀ। ਜਹਾਂ ਲੋ ਹੁੰਦੇ ਜੋਗ ਜੁਗਿਸ਼ਟ ਸਾਧੇ, ਯੋਗਿਸ਼ਟ ਸਾਧੇ, ਉਹ ਸਾਧਨਾ ਕਰਨ ਵਾਲੇ ਮਨ ਸਾਧੇ ਸਿੱਧ ਹੋਏ। ਮਨ ਨੂੰ ਸਾਧ ਕੇ ਇੱਕ ਮਨ ਇੱਕ ਚਿੱਤ ਹੋਣ ਵਾਲੇ ਸੀ ਜਿਹੜੇ। ਮਿਲੇ ਸੁਖ ਵਿਭੂਤਮ ਸੋ ਨਗੋਟ ਬਾਧੇ, ਉਹ ਮਿਲੇ ਸੁਖ ਵਿਭੂਤਮ, ਸੁਖ ਉਹ ਸੁਖੀ ਸੀ। ਵਿਭੂਤ ਉਹਨਾਂ ਕੋਲ ਕੀ ਸੀ? ਉਹਨਾਂ ਕੋਲ ਸੀ ਸੰਤ ਧੂੜ ਵਿਭੂਤ। ਉਹ ਸੰਤ ਧੂੜ ਨੂੰ ਵਿਭੂਤ, ਲੰਗੋਟ ਬਾਧੇ ਸੰਤੋਖੀ ਸੀ। ਉਹ ਸੰਤੋਖੀ ਮਿਲੇ, ਲੰਗੋਟ ਬਾਧੇ ਮਿਲੇ, ਜਿਹੜੇ ਦੂਏ ਜਟਾਧਾਰੀਓ ਮਿਲੇ। ਕਰਤਾ ਨਾ ਫਰਕ ਕਰਤਾ। ਇਹੋ ਜਿਹੇ ਵੀ ਸੀ, ਸਾਰੇ ਨਹੀਂ ਸੀ। ਯੋਗ ਨੂੰ ਸਹੀ ਸਮਝਣ ਵਾਲੇ ਸੀ ਜਿਹੜੇ, ਉਹ ਜਿਹੜੇ ਮਿਲੇ ਉਹ ਇਹ ਸੀ। ਇਹ ਜਿਹੜੇ ਦੂਏ ਸੀ ਉਹ ਰਾਜੇ ਸੀ, ਸੰਸਾਰ ਤੇ ਕਬਜ਼ਾ ਕਰਨ ਵਾਲੇ ਮਾਇਆਧਾਰੀ ਸੀ। ਜਿਹੜੇ ਜਟਧਾਰੀ ਨੇ ਉਹ ਮਾਇਆਧਾਰੀ ਨੇ, ਜਿਹੜੇ ਦੂਏ ਨੇ ਉਹ ਸੰਤੋਖੀ ਨੇ, ਉਹ ਯੋਗਿਸ਼ਟ ਨੇ। ਉਹ ਇਸ਼ਟ ਹੈ ਉਹਨਾਂ ਦਾ ਯੋਗ, ਉਹਨਾਂ ਦਾ ਇਸ਼ਟ ਯੋਗ ਹੈ। ਕੀ ਹੈ? ਚਿੱਤ ਔਰ ਮਨ ਦੀ ਏਕਤਾ, ਉਹ ਇਸ਼ਟ ਹੈ ਉਹਨਾਂ ਦਾ। ਜਟਾ ਸੀਸ ਧਾਰੇ ਨਿਹਾਰੇ ਅਪਾਰੰ, ਉੱਥੇ ਜਟਾ ਜਿਨ੍ਹਾਂ ਦੇ ਸਿਰ ਤੇ ਸੀ ਜ਼ਿਆਦਾ ਉਹ ਸੀਗੇ। ਉੱਥੇ ਭੀੜ ਹੈ ਨਾ ਜਿਹੜੀ, ਜਟਾ ਇਹਨਾਂ ਦੇ ਵੀ ਹੈ, ਇਹ ਨਹੀਂ ਹੈ ਯੋਗਿਸ਼ਟਾਂ ਦੇ ਵੀ ਜਟਾ ਹੀ। ਮਹਾਜੋਗ ਸਿਰ ਦੇ ਦੇਖੋ, ਬਾਹਰਲੇ ਭੇਖ ਦਾ ਕੋਈ ਰੌਲਾ ਨਹੀਂ। ਵਿਚਾਰਧਾਰਾ ਕੀ ਹੈ? ਸਵਾਲ ਹੈ। ਜੇ ਹੁਣ ਖਾਲਸੇ ਦੇ ਭੇਖ ਦੇ ਵਿੱਚ ਬਿਨਾਂ ਗੁਰਮਤਿ ਤੇ ਕੋਈ ਆ ਬੜੂਗਾ, ਸਿਰਫ ਹੈਗੇ ਹੀ ਨੇ ਹੁਣ ਵੀ, ਤਾਂ ਫਿਰ ਉਹ ਜਦੋਂ ਮਤ ਪ੍ਰਗਟ ਹੁੰਦੀ ਹੈ ਸਹੀ, ਉਹਨੂੰ ਫਿਰ ਮੁਸ਼ਕਿਲ ਹੋ ਜਾਂਦੀ ਹੈ ਖੜੀ, ਉਹਨੂੰ ਫਿਰ ਮੁਸ਼ਕਿਲ ਹੋ ਜੂ ਖੜੀ। ਜਿੰਨਾ ਚਿਰ ਪਤਾ ਨਹੀਂ ਲੱਗਦਾ ਮਤ ਦਾ, ਉਹਨਾਂ ਚਿਰ ਚੱਲਦਾ ਕੰਮ। ਉਹਨਾਂ ਦੀ ਜ਼ਿਆਦਾ ਹੁੰਦੀ ਹੈ ਭੀੜ ਦੂਜਿਆਂ ਦੀ। ਉਹ ਵਿਚਾਰੇ ਇਕੱਲੇ ਇਕੱਲੇ ਸੀ, ਜਿਹੜੇ ਲੰਗੋਟ ਵੱਧਦੇ ਸੀ ਉਹ ਚੁੱਪ ਕੀਤੇ ਹੋਏ ਸੀ ਉਹ ਵੀ। ਮਹਾਜੋਗ ਧਾਰਨ ਸੋ ਵਿਦਿਆ ਵਿਚਾਰਨ, ਮਹਾਜੋਗ ਧਾਰਨ, ਮਹਾਜੋਗ ਉਹਨਾਂ ਕੋਲ ਮਹਾਜੋਗ ਸੀ ਜਿਹੜੇ ਸੀ, ਸੋ ਵਿਦਿਆ ਵਿਚਾਰਨ, ਉਹ ਵਿਦਿਆ ਵਿਚਾਰ ਵਾਲੇ ਸੀਗੇ, ਸੰਤੋਖੀ। ਜਿਤੇ ਸਰਬ ਭੂਪਮ ਬੁਲੇ ਸਰਬ ਰਾਜਾ, ਜਿੰਨੇ ਵੀ ਭੂਪ ਰਾਜੇ ਬੁਲਾਏ, ਰਾਜੇ ਨੇ ਬੁਲਾਏ ਹੋਏ ਸੀ ਉੱਥੇ, ਬੁਲਾਏ ਹੋਏ ਸੀ ਜਿਹੜੇ ਰਾਜੇ।
ਚਹੂ ਚੱਕਮੋ ਦਾਨ ਨਿਸ਼ਾਨ ਬਾਜਾ। ਚਾਰਾਂ ਚੱਕਾਂ ਦੇ ਵਿੱਚ ਉਹ ਜੋ ਦੇ ਰਿਹਾ ਸੀ ਉਪਦੇਸ਼ ਨਿਸ਼ਾਨ, ਉਹ ਸੁਣ ਰਹੇ ਸੀ, ਵੱਜ ਰਿਹਾ ਸੀ। ਉਹਨਾਂ ਨੂੰ ਵੀ ਭਾਈ ਆਰਡਰ ਆਹ ਹੈ ਗਾਂ ਵਾਸਤੇ, ਆ ਜਿਹੜਾ ਯੋਗ ਐ ਆਦਮੀ ਕਰਦੇ ਨੇ, ਇਹ ਵੀ ਜਟਾਧਾਰੀ ਨੇ, ਇਹ ਯੋਗ ਠੀਕ ਹੈ, ਤੁਹਾਡੇ ਵਾਲਾ ਗਲਤ ਹੈ, ਰਾਜ ਕਰਦੇ ਰਹੋ, ਕੋਈ ਰੌਲਾ ਨਹੀਂ, ਯੋਗ ਆਹੀ ਹੋਊਗਾ, ਜਾਂ ਫਿਰ ਵੇਦ ਚੋਂ ਵਿਚਾਰ ਕਰ ਲਓ। ਜੋਗ ਜੇਠ ਸਾਧੇ ਵਾਲੇ ਜਾਂ ਤੁਸੀਂ ਵੇਦ ਲਿਆਓ, ਵੇਦ ਕੀ ਕਹਿੰਦਾ ਭਾਉ ਵਿਚਾਰ। ਤੁਸੀਂ ਕੀ ਕਰ ਰਹੇ ਹੋ? ਭੇਗ ਜੋਗੀ ਵਾਲਾ ਬਣਾਇਆ, ਜਟਾਧਾਰੀ ਵਾਲਾ ਬਣਾਇਆ। ਵੇਦ ਵਿੱਚ ਜੋ ਨਿਯਮ ਜਟਾਧਾਰੀ ਵਾਲੇ ਵਾਸਤੇ ਹੈ ਉਹ ਤੁਹਾਡੇ ਕੋਲ ਹੈ ਨਹੀਂ। ਦੱਸੋ ਕਿਉਂ ਨਹੀਂ? ਇਹਦਾ ਜਵਾਬ ਦਿਓ। ਧੋਖਾ ਦੇ ਰਹੇ ਹੋ ਲੋਕਾਂ ਨੂੰ, ਪਬਲਿਕ ਨੂੰ, ਰਾਜੇ ਬਣੇ ਹੋਏ ਹੋ। ਇਹ ਤਾਂ ਤੁਹਾਨੂੰ ਠੀਕ ਮੰਨਦੇ ਨੇ, ਤੁਸੀਂ ਇਹਨਾਂ ਨੂੰ ਪੁੱਠੇ ਰੱਖ ਕੇ ਪਾ ਰਹੇ ਹੋ। ਜੇ ਤੁਸੀਂ ਨਹੀਂ ਸੀਗੇ ਵੇਦ ਦੀ ਤੁਹਾਨੂੰ ਸਮਝ, ਇਹ ਜਟਾਧਾਰੀ ਵਾਲੇ ਧਰਮ ਦੀ, ਦੱਤਾਤਰੇय ਵਾਲੇ ਧਰਮ ਦੀ, ਤੁਸੀਂ ਉਹ ਭੇਖ ਕਿਉਂ ਪਾਇਆ? ਲੋਕਾਂ ਨੂੰ ਧੋਖਾ ਕਿਉਂ ਦਿੱਤਾ? ਤੁਸੀਂ ਦਸਮ ਪਾਸ ਵਾਲਾ ਭੇਖ ਕਿਉਂ ਪਾਇਆ ਜੇ ਤੁਹਾਨੂੰ ਦਸਮ ਗ੍ਰੰਥ ਦੀ ਸਮਝ ਨਹੀਂ? ਇਹ ਸਵਾਲ ਪੈਦਾ ਹੋਊਗਾ ਹੁਣ। ਧੋਖਾ ਦੇਣ ਦਾ, ਹਾਂ ਜੇ ਸਮਝ ਨਹੀਂ ਤਾਂ ਜਿਹੜੀ ਗਲਤ ਰਾਹ ਜਾਂਦੇ ਰਾਹ ਬਦਲ ਲਓ। ਹੁਣ ਤੱਕ ਜੇ ਹੁਣ ਤੱਕ ਸਮਝ ਨਹੀਂ ਤੇ ਹੁਣ ਬਦਲ ਲਓ, ਕੀ ਫਰਕ ਹੈ? ਆਹ ਗੱਲ ਕਹਿ ਰਿਹਾ ਵੀ ਜਟਾਧਾਰੀ ਜੇ ਰੱਖਾਂ ਧਾਰੀ ਹੋਏ ਹੋ ਤਾਂ ਜਟਾਧਾਰੀ ਵਾਲਾ ਦੱਤਾਤਰੇय ਵਾਲੀ ਲੈਣ ਤੇ ਆ ਜਾਓ, ਤੇ ਨਹੀਂ ਤਾਂ ਫਿਰ ਬਾਹਰ ਨਿਕਲ ਜਾਓ, ਪਬਲਿਕ 'ਚ ਆ ਜਾਓ। ਫਿਰ ਤੁਸੀਂ ਜੇ ਆਮ ਪਬਲਿਕ ਉਹੋ ਜਿਹੇ ਬਣ ਜਾਓ, ਆਗੂ ਨਾ ਬਣੋ। ਆਗੂ ਬਣੋ ਤਾਂ ਸਹੀ ਬਣੋ, ਜੇ ਆਗੂ ਗਲਤ ਬਣੋਗੇ ਤਾਂ ਫਿਰ ਤਾਂ ਉਹਦਾ ਵਿਰੋਧ ਕਰੋਗੇ। ਦਸਮ ਪਾਤਸ਼ਾਹ ਨੂੰ ਤੁਸੀਂ ਭੇਖ ਨਹੀਂ ਪਾ ਕੇ, ਜੇ ਮਿਲਟਰੀ ਵਾਲਾ ਭੇਖ ਪਾਇਆ ਤਾਂ ਮਿਲਟਰੀ ਵਾਲਾ ਕੰਮ ਕਰੋ। ਮਿਲਟਰੀ ਵਾਲਾ ਭੇਖ ਪਾ ਕੇ ਦੁਸ਼ਮਣ ਨਾਲ ਥੋੜ੍ਹੀ ਤੁਸੀਂ ਰਲ ਸਕਦੇ ਹੋ, ਤੁਸੀਂ ਤਾਂ ਬਰਬਾਦ ਹੋਗੇ ਸਾਰੇ ਦੇਸ਼ ਨੂੰ। ਭਾਈ ਮਿਲਟਰੀ ਸਾਡੀ, ਜੋ ਤੁਸੀਂ ਹਿੰਦੁਸਤਾਨ ਦੀ ਭਰਤੀ ਹੋਏ ਹੋ, ਤਨਖਾਹ ਸਾਤੋਂ ਲੈਂਦੇ ਹੋ, ਦੁਸ਼ਮਣ ਨਾਲ ਰਲ ਜਾਓ ਤੁਸੀਂ, ਕਿਸੇ ਨਾਲ ਗਵਾਂਢੀ ਨਾਲ, ਤੁਸੀਂ ਤਾਂ ਸਾਨੂੰ ਬਰਬਾਦ ਹੋਗੇ। ਇਹ ਨਹੀਂ ਗੱਲ, ਬਾਹਰ ਨਿਕਲ ਜਾਓ। ਫਿਰ ਨਹੀਂ ਗੱਲ ਬਣਦੀ। ਹਾਂ, ਮਿਲੇ ਦੇਸ਼ ਦੇ ਸਾਨ ਅਨੇਕ ਮੰਤਰੀ। ਅਨੇਕ ਮਿਲੇ ਦੇਸ਼ ਦੇ ਸਾਨ ਅਨੇਕ ਮੰਤਰੀ, ਕਈ ਮੰਤਰੀ ਆ ਸਕੇ, ਰਾਜੇ ਨਹੀਂ ਆ ਸਕੇ। ਸਿਆਣੇ ਹੁੰਦੇ ਨੇ ਵੀ ਭਾਈ ਮੇਰੇ ਤਾਂ ਜਾ ਨਹੀਂ ਹੁੰਦਾ, ਜਾਂ ਮੇਰਾ ਬੇਲ ਨਹੀਂ ਆ, ਮੈਂ ਬਿਮਾਰ ਆ, ਜਾਂ ਕੁਛ ਹਾਂ, ਜਾਂ ਇੱਥੇ ਕੰਮ ਨਹੀਂ ਚੱਲਦਾ, ਤੂੰ ਸੁਨੇਹਾ ਲੈ ਆ, ਜਿਹੜਾ ਸੁਨੇਹਾ ਉਹ ਅਸੀਂ ਤਾਂ ਤਿਆਰ ਹੋ। ਚਲੋ ਉਹ ਮੰਤਰੀ ਵੀ ਭੇਜਤੇ ਉਹਨਾਂ ਨੇ, ਕੋਈ ਗੱਲ ਨਹੀਂ, ਸਹਿਮਤ ਹੈ ਨਾ। ਆਰਡਰ ਲੈਣ ਵੀ ਤੂੰ ਜਾ ਕੇ ਹੁਕਮ ਲਿਆ, ਜਿਹੜਾ ਹੁਕਮ ਹੈ ਅਸੀਂ ਤਾਂ ਉਹ ਵਜਾਉਣ ਨੂੰ ਤਿਆਰ ਹੈ। ਉਹ ਪਹਿਲਾਂ ਹੀ ਨਾਲ ਸਹਿਮਤੇ ਸੀਗੇ, ਜਿਹੜੇ ਸਹਿਮਤ ਹੋਏ ਸੀ ਉਹਨਾਂ ਨੇ ਮੰਤਰੀ ਭੇਜਤੇ, ਉਹ ਨਾਲੇ ਸੀ ਆਪ ਪਹਿਲਾਂ। ਕਰੈ ਸਾਧਨਾ ਯੋਗ ਬਾ ਜੰਤਰ ਤੰਤਰੀ। ਕਰੈ ਯੋਗ ਸਾਧਨਾ, ਕਰੈ ਸਾਧਨਾ ਯੋਗ ਬਾ ਜੰਤਰ ਤੰਤਰੀ। ਹਾਂ, ਉਹ ਯੋਗ ਸਾਧਨਾ ਕਰਦੇ ਨੇ। ਬਾਜੰਤ ਤੰਤਰੀ ਕਿਵੇਂ? ਆ ਜਿਹੜਾ ਸਰੀਰ ਹੈ ਨਾ, ਇਹਦੇ ਨਾਲ ਬੋਲ ਕੇ, ਜਨਤਾ ਨਾ ਸਰੀਰ, ਬਾਜੰਤ ਤੰਤਰੀ ਯਾਨੀ ਇਸ ਸਰੀਰ ਨਾਲ ਬੋਲ ਕੇ, ਪੜ੍ਹ ਕੇ, ਜਿਵੇਂ ਪੜ੍ਹ ਕੇ ਨਾ, ਜਦ ਅਸੀਂ ਪੜ੍ਹਦੇ ਹਾਂ ਗੁਰਬਾਣੀ, ਜੇ ਅਸੀਂ ਉਦੋਂ ਜੁੜ ਕੇ ਪੜ੍ਹੀਏ ਨਾ, ਇੱਕ ਵਾਰ ਇੱਕ ਚਿੱਤ ਹੋ ਕੇ ਪੜ੍ਹੀਏ, ਤੇ ਇੱਕ ਤਾਂ ਅਸੀਂ ਦੂਜੇ ਨੂੰ ਵੀ ਜੋੜ ਰਹੇ ਹਾਂ। ਦੇਖੋ ਨਾ, ਪਾਠ ਹੋ ਰਿਹਾ, ਪਾਠੀ ਪਾਠ ਜੁੜ ਕੇ ਕਰ ਰਿਹਾ, ਕੀਰਤਨ ਕੋਈ ਕਰ ਰਿਹਾ, ਰਾਗੀ ਉਹ ਜੁੜ ਕੇ ਕਰ ਰਿਹਾ, ਸੰਗਤ ਸੁਣ ਰਹੀ ਹੈ। ਉਹ ਬਾਜੰਤ ਤੰਤਰੀ ਕਰ ਰਿਹਾ, ਸੰਗਤ ਨੂੰ ਵੀ ਜੋੜ ਰਿਹਾ, ਆਪ ਵੀ ਜੋੜ ਰਿਹਾ, ਸੰਗਤ ਨੂੰ ਵੀ ਜੋੜ ਰਿਹਾ, ਆਪ ਵੀ ਜੋੜ ਰਿਹਾ। ਬਾਜੰਤ ਹੋ ਗਿਆ ਨਾ, ਬੋਲ ਕੇ, ਉਪਦੇਸ਼ ਕਰਕੇ, ਪ੍ਰਚਾਰ ਕਰਕੇ, ਜਾਂ ਗਾ ਕੇ, ਸੁਣਾ ਕੇ, ਆਪਣਾ ਵੀ ਜੁੜ ਰਿਹਾ, ਦੂਜਿਆਂ ਨੂੰ ਵੀ ਜੋੜ ਰਿਹਾ। ਜਿਤੇ ਸਰਬ ਭੂਮि ਥਲੀ ਸੰਤ ਆਏ। ਦੇਖੋ ਇੱਥੇ ਸੰਤ ਲਫ਼ਜ਼ ਵੀ ਵਰਤੇ, ਸੰਤ ਵੀ ਸੀਗੇ, ਇਹ ਨਹੀਂ ਸੰਤ ਹੈ ਨਹੀਂ ਸੀ ਉਦੋਂ, ਸੰਤ ਹਮੇਸ਼ਾ ਹੀ ਰਹਿੰਦੇ ਨੇ।
ਹੁਣ ਵੀ ਹੈਗੇ ਨੇ, ਉਹ ਗੁਪਤ ਨੇ। ਜਿਹੜੇ ਪ੍ਰਗਟ ਨੇ ਉਹ ਸੰਤ ਨੇ, ਜਿਹੜੇ ਗੁਪਤ ਨੇ ਉਹ ਸੰਤ ਨੇ। ਸੰਤ ਤਾਂ ਗੁਪਤ ਰਹਿੰਦੇ ਹੁੰਦੇ ਨੇ, ਉਹ ਪ੍ਰਪੰਚ ਨਹੀਂ ਨਾ ਕਰਦੇ, ਉਹ ਪ੍ਰਪੰਚ ਨਹੀਂ ਕਰਦੇ, ਪ੍ਰਪੰਚ ਹੀ ਪ੍ਰਗਟ ਹੋਣ ਨੂੰ ਕਰਦੇ ਹੁੰਦੇ ਨੇ। ਆਪ ਪ੍ਰਗਟ ਜਿਹੜੇ ਹੁੰਦੇ ਨੇ ਉਹ ਪ੍ਰਪੰਚ ਕਰਦੇ ਹੁੰਦੇ ਨੇ, ਬਹੁਤਾ ਪ੍ਰਪੰਚ ਹੀ ਉਹ ਪ੍ਰਗਟ ਹੁੰਦੇ ਨੇ ਨਾ। ਛੇਤੀ ਹੋਰਡਿੰਗ ਲਾਉਣੇ, ਉਹ ਕਰਨੇ, ਕੋਸ਼ਿਸ਼ ਕਰਨੀ ਛੇਤੀ ਮਸ਼ਹੂਰ ਹੋ ਜਾਵੇ। ਜਿਹੜੇ ਸੰਤ ਆਏ ਨੇ, ਤਿਤੇ ਸਰਬ ਪਾਰਸੰ ਨਾਥੰ ਬੁਲਾਏ, ਉਹ ਵੀ ਆਏ ਨੇ, ਸੰਤ ਵੀ ਹੈਗੇ ਸੀ, ਉਹ ਵੀ ਆਏ ਨੇ ਜਿਹੜੇ ਕਿਉਂਕਿ ਬਿਲਕੁਲ ਕਦੇ ਨਾਸ ਨਹੀਂ ਹੋਇਆ ਹੈ ਧਰਮ ਦਾ ਇੱਥੋਂ। ਹਾਂ, ਪ੍ਰਧਾਨਗੀ ਕੂੜ ਦੀ ਹੋ ਜਾਂਦੀ, ਕੂੜ ਫਿਰੇ ਪ੍ਰਧਾਨ। ਉਹ ਕਹਿੰਦੇ ਨੇ ਹੈਲ ਵੇਲੇ ਨਹੀਂ ਖੜੇ, ਵੇਲੇ ਵੇਲੇ ਉਹ ਵੀ ਹੁੰਦੇ ਨੇ। ਗੁਰੂ ਨਾਨਕ ਨੇ ਜਾ ਕੇ ਦੇਖ ਕੇ ਕਹਿੰਦੇ ਵੇਲੇ ਵੇਲੇ ਹੈ, ਰਹਿੰਦੇ ਹੀ ਨੇ ਵੇਲੇ। ਏਦਾਂ ਨਹੀਂ ਹੁੰਦਾ ਕੋਈ ਰਹੇ ਹੀ ਨਾ। ਉਹ ਫਿਰ ਉੱਥੋਂ ਹੀ ਸੋਭੇ ਫਿਰ ਫੁੱਟਿਆ ਹੁੰਦੇ ਨੇ। ਜਦ ਦੁਬਾਰਾ ਆਉਂਦਾ ਉਹਨਾਂ ਨੇ ਉੱਥੇ ਬਣਨਾ ਹੁੰਦਾ, ਫਿਰ ਉਹਨਾਂ ਵਾਲਾ ਸਮਾਂ ਆ ਜਾਂਦਾ। ਹੁਣ ਤੁਸੀਂ ਬੋਲੋ ਭਾਈ। ਦਏ ਭਾਂਤ ਅਨੇਕ ਭੋਜ ਅਰਗਨ ਬਾਣਨ, ਜਿਹੜੇ ਉਹ ਸੰਤ ਆਏ ਉਹਨਾਂ ਨੂੰ ਅਨੇਕਾਂ ਪ੍ਰਕਾਰ ਦੇ ਭੋਜਨ ਵੀ ਛਕਾਏ, ਉਹਨਾਂ ਦੇ ਅਰਗ ਚਰਨ ਵੀ ਆਪ ਧੋਤੇ। ਦੇਖੋ ਚਾਹੇ ਉਹ ਘੱਟ ਸੀ ਇਹਦੇ ਨੂੰ ਗਿਆਨ ਚ, ਪਰ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਸੀ ਨਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਉਹਨਾਂ ਦੇ ਚਰਨ ਵੀ ਆਪ ਧੋਤੇ, ਭੋਜ ਅਰਗ ਬਾਣਨ। ਹਾਂ, ਤਰ੍ਹਾਂ ਤਰ੍ਹਾਂ ਦੇ ਭੋਜਨ ਉਹਨਾਂ ਨੂੰ ਅਲੱਗ ਛਕਾਏ। ਦਏ ਭਾਂਤ ਅਨੇਕ, ਅਨੇਕ ਪ੍ਰਕਾਰ ਦੇ ਭੋਜਨ ਅਰਗ ਬਾਣਨ। ਹਾਂ, ਅਰਗ ਹੁੰਦਾ ਇਹ ਪਾਉਂਦੇ ਨੇ। ਆ ਜਿਹੜੀ ਉਹ ਜਨਾਨੀਆਂ ਨਹੀਂ ਕਰਦੀਆਂ ਅਰਗ, ਉਹਨੂੰ ਚੰਦਰ ਲੱਸੀ ਪਾ ਕੇ, ਦੁੱਧ ਪਾ ਕੇ ਅਰਗ ਦੇਣਾ, ਜਿਹੜਾ ਉਹ ਪੂਜਾ ਕਰਨੀ ਹੁੰਦੀ ਹੈ। ਉਹਨਾਂ ਦੀ ਐ ਪੂਜਾ ਕੀਤੀ ਦੂਜਿਆਂ ਨੂੰ ਦਿਖਾਉਣ ਖਾਤਰ। ਉਹ ਤਾਂ ਦੂਜਿਆਂ ਨੂੰ ਦਿਖਾਉਣਾ ਸੀ। ਇਹਨਾਂ ਦੀ ਕਦਰ ਰਾਜਿਆਂ ਨੂੰ ਜ਼ਿਆਦਾ ਹੈ ਮੇਰੇ ਦਿਲ ਚ। ਜਿਹਨਾਂ ਨੂੰ ਤੁਸੀਂ ਨਹੀਂ ਸੀ ਨਾ ਪੁੱਛਦੇ, ਦੁਨੀਆ ਨਹੀਂ ਸੀ ਪੁੱਛਦੀ, ਉਹਨਾਂ ਦੀ ਕਦਰ ਜ਼ਿਆਦਾ ਹੈ ਮੇਰੇ ਕੋਲ ਤੁਹਾਡੇ ਲੋਕ। ਉਹਨਾਂ ਨੂੰ ਨੀਚਾ ਦਿਖਾਇਆ। ਜਿਹੜੇ ਬੜੇ ਬੜੇ ਬਣੇ ਬੈਠੇ ਤੇ ਨਾ, ਜਿਵੇਂ ਸੰਤ ਬਣੇ ਬੈਠੇ ਨੇ, ਜਟੀ ਮੁੰਡੀ ਬੜੇ ਹੋਰ ਬਣੇ ਬੈਠੇ ਨੇ, ਜਿਨ੍ਹਾਂ ਦੇ ਮਗਰ ਜ਼ਿਆਦਾ ਪਬਲਿਕ ਹੈ, ਜਿਨ੍ਹਾਂ ਦੇ 2-2 4-4 ਲੱਖ ਇਕੱਠਾ ਹੋ ਜਾਂਦਾ ਬੰਦਾ, ਉਹਨਾਂ ਨੂੰ ਜ਼ਿਆਦਾ ਕਰਤਾ ਵੀ ਇਹ ਬੰਦੇ ਖਰੇ ਨੇ, ਤੁਸੀਂ ਖੋਟੇ ਹੋ। ਸਭ ਤਾਂ ਹੀ ਕਰਨਾ ਸੀ। ਖੋਟੇ ਦੀ ਕਦਰ ਨਹੀਂ ਹੈ, ਖਰਿਆਂ ਦੀ ਕਦਰ ਹੋਊ। ਅੱਗੇ ਵਾਸਤੇ ਮੇਰੇ ਕੋਲ ਖਰਿਆਂ ਦੀ ਕਦਰ ਹੈ, ਖੋਟਿਆਂ ਦੀ ਨਹੀਂ ਹੈ, ਤਾਂ ਕਿ ਖਰੇ ਬਣ ਜਾਓ ਜੇ ਕਦਰ ਕਰਾਉਣੀ ਹੈ। ਖੋਟੇ ਤਾਂ ਤੁਸੀਂ ਹੈਗੇ ਹੀ, ਜੇ ਮੇਰੇ ਤੋਂ ਕਦਰ ਕਰਾਉਣੀ ਹੈ ਤਾਂ ਇਹੋ ਜਿਹੇ ਹੋ ਜਾਓ। ਇੱਕ ਇਸ਼ਾਰਾ ਹੀ ਹੁੰਦਾ। ਦੇਖੋ ਨਾ, ਹੁਣ ਸਰਕਾਰ ਹੈ, ਕਿਸੇ ਨੂੰ ਉਹ ਮਤਲਬ ਹੈ ਇੱਥੇ ਉਹ ਰਾਸ਼ਟਰਪਤੀ ਅਵਾਰਡ ਦਿੰਦੇ ਨੇ, ਉਹ ਦਿੰਦੇ ਨੇ, ਦੂਜਿਆਂ ਨੂੰ ਦੱਸਣ ਵਾਸਤੇ ਦਿੰਦੇ ਨੇ ਵੀ ਇਹ ਲੈਣ ਤੇ ਚਲੋ। ਇੱਜ਼ਤ ਕਰਨੀ ਹੁੰਦੀ ਹੈ, ਅਵਾਰਡ ਹੋਰ ਕੀ ਇੱਜ਼ਤ ਹੁੰਦੀ ਹੈ। ਲਜੀ ਪੇਖ ਦੇਵਸ ਥਲੀ ਮੋਨ ਮਾਨਨ, ਦੂਜਿਆਂ ਨੂੰ ਭਾਈ ਸ਼ਰਮ ਆਈ। ਜਿਹੜੇ ਮੋਨੀ ਸੀ, ਬੜੇ ਬੜੇ ਮੋਨੀ, ਲਜੀ ਪੇਖ ਦੇ ਥਲੀ ਕਾਉਣ ਦੇ ਰਾਜੇ ਸੀ। ਥਲੀ ਥਲ ਹੁੰਦਾ ਨਾ, ਆਹਾ ਧਰਤੀ ਦੇ ਟੁਕੜਿਆਂ ਦੇ ਜਿਹੜੇ ਰਾਜੇ ਬਣੇ ਹੋਏ ਸੀ, ਇਹ ਮੋਨੀ ਬਣੇ ਹੋਏ ਸੀ, ਜਿਨ੍ਹਾਂ ਨੂੰ ਬੜਾ ਹੰਕਾਰ ਸੀ। ਉਹਨਾਂ ਨੂੰ ਸ਼ਰਮ ਆਈ ਵੀ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਉਹਨਾਂ ਦੇ ਪੈਰ ਧੋਂਦਾ, ਸਾਨੂੰ ਪੁੱਛਦਾ ਕੋਈ ਨਹੀਂ। ਉਲਟਾ ਹੋ ਗਿਆ। ਸੰਤ ਉਵਾਰ ਗਰੀ ਮਨ ਗਾਰਾ, ਜਿਹੜੇ ਹੰਕਾਰੀ ਸੀ, ਗਰਕ ਕਰਤੀ ਇੱਜ਼ਤ ਉਹਨਾਂ ਦੀ, ਸੱਦ ਕੇ ਸਾਰਿਆਂ ਦੇ ਵਿੱਚ ਉਹਨਾਂ ਦੀ ਇੱਜ਼ਤ ਗਰਕ ਕਰਤੀ ਬਿਲਕੁਲ। ਐ ਨੇ ਦਰਗਾਹ 'ਚ ਇੱਜ਼ਤ ਇਹਨਾਂ ਦੀ ਹੈ, ਦਰਗਾਹ 'ਚ ਇੱਜ਼ਤ ਇਹਨਾਂ ਦੀ ਹੈ, ਇਸ ਕਰਕੇ ਮੈਂ ਇੱਜ਼ਤ ਕਰਦਾ। ਹੁਕਮ ਹੈ ਨਾ ਮੈਨੂੰ ਤਾਂ ਇੱਜ਼ਤ ਕਰਨ ਦਾ।
ਇਹਨਾਂ ਦੀ ਇੱਜ਼ਤ ਆ, ਤੁਹਾਡੀ ਕੋਈ ਨਹੀਂ, ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ। ਉੱਥੇ ਫਿਰ ਜਿਹੜਾ ਭੇਖ ਦਿਖਾਇਓ ਜਗਤ ਕੋ ਅੰਤਕਾਲ ਕਾਤੀ ਕੱਢਿਓ ਬਾਸ, ਤੁਹਾਡੇ ਵਾਸਤੇ ਨਰਕ ਹੈ। ਨਰਕ ਬੇਇੱਜ਼ਤੀ ਹੋਈ ਜਾਂਦੀ ਹੈ। ਨਰਕ ਚ ਕੀ ਹੈ? ਜੇਲ੍ਹ ਚ ਕੀ ਹੈ? ਬੇਇੱਜ਼ਤੀ। ਜੇਲ੍ਹ ਬੇਇੱਜ਼ਤੀ ਹੋਈ, ਉਹ ਬੇਇੱਜ਼ਤੀ ਹੋਈ ਸਜ਼ਾ ਹੈ, ਉਹੀ ਸਜ਼ਾ ਹੈ। ਜਿਹਦੇ ਨਾਲ ਦੁੱਖ ਮੰਨੇ ਆਦਮੀ, ਉਹੀ ਸਜ਼ਾ। ਬੇਇੱਜ਼ਤੀ ਵਰਗਾ ਦੁੱਖ ਕਿੱਥੇ? ਜਿਹਨਾਂ ਨੂੰ ਸਜ਼ਾ ਵਿੱਚ ਵੀ B ਕਲਾਸ ਲੱਗੀ ਹੋਈ ਹੈ, A ਕਲਾਸ ਲੱਗੀ ਹੋਈ ਹੈ, ਉਹਦੀ ਸਜ਼ਾ ਕਾਹਦੀ ਹੈ? ਉਹਦੀ ਸਜ਼ਾ ਤਾਂ ਉਹਨਾਂ ਦੀ ਹੈ। ਜਿਹਨਾਂ ਨੂੰ ਹਰੇਕ ਹੀ ਗਾਲ ਕੱਢ ਕੇ ਬੁਲਾਉਂਦਾ ਪੁਲਿਸ, ਉੱਥੇ ਇਹ ਬੇਇੱਜ਼ਤੀ ਕਰਕੇ ਬੁਲਾਉਂਦਾ। ਇੱਜ਼ਤ ਔਰ ਬੇਇੱਜ਼ਤੀ ਹੈ ਜਿਹੜੀ, ਇਹ ਬੜਾ ਦੁੱਖ ਰੂਪ ਹੈ ਸੰਸਾਰ 'ਚ। ਇਹਦਾ ਹੀ ਨਸ਼ਾ ਹੈ ਜ਼ਿਆਦਾ। ਇੱਜ਼ਤ ਤੋਂ ਬੜਾ ਜਿਹੜਾ, ਬੇਇੱਜ਼ਤੀ ਤੋਂ ਬੜੀ ਸਜ਼ਾ ਨਹੀਂ ਕੋਈ ਹੈ। ਬੇਇੱਜ਼ਤੀ ਦੇ ਮਾਰੇ ਤਾਂ ਆਦਮੀ ਮਰ ਜਾਂਦੇ ਨੇ, ਬੇਇੱਜ਼ਤੀ ਦੇ ਮਾਰੇ ਤਾਂ ਮਰ ਜਾਂਦੇ ਨੇ। ਉਹ ਕਹਿੰਦੇ ਜਿਉਂ ਕਿ ਸਾਡਾ ਜਿਉਣ ਨੂੰ ਜੀ ਕਰਦਾ, ਐਸੀ ਚੀਜ਼ ਹੈ। ਇਹ ਤਾਂ ਬੜੀ ਉਹ ਫਾਂਸੀ ਤੋਂ ਬੜੀ ਤਾਂ ਸਜ਼ਾ ਨਹੀਂ ਕੋਈ। ਜਿਹੜਾ ਆਦਮੀ ਬੇਇੱਜ਼ਤੀ ਤੋਂ ਬਾਅਦ ਆਪੇ ਮਰ ਜਾਵੇ, ਫਾਂਸੀ ਲੈ ਲਵੇ, ਉਹ ਤਾਂ ਬੜੀ ਸਜ਼ਾ ਕੀ ਹੈ? ਉਹ ਫਾਂਸੀ ਵਾਲੀ ਸਜ਼ਾ ਹੀ ਦੇਤੀ ਇੱਜ਼ਤ ਕਰਕੇ ਉਹਨਾਂ ਦੀ। ਬੇਇੱਜ਼ਤੀ ਦੀ ਬਹੁਤ ਬੜੀ ਸਜ਼ਾ ਹੈ। ਸਰਦੀ ਸੁਆਹ ਹੋ ਗਈ, ਕਹਿੰਦਾ ਸਾਡੀ ਤਾਂ ਸੁਆਹ ਕਰਤੀ, ਤਾਂ ਸੁਆਹ ਕਰਤੀ ਸਦਕੇ ਸਾਰਿਆਂ ਦੀ। ਬੜੇ ਬੜੇ ਸੰਤਾਂ ਦੀ, ਬੜੇ ਬੜੇ ਤਪੀਸਰਾਂ ਦੀ, ਬੜੇ ਬੜੇ ਰਾਜਿਆਂ ਦੀ, ਬੜੇ ਬੜੇ ਹੰਕਾਰੀ ਬੋਲੀਆਂ ਦੀ ਸੁਆਹ ਕਰਤੀ। ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਦੇ ਚਰਨ ਆਪ ਧੋਤੇ। ਉਹਦਾ ਕੀ ਵਿਗੜੇਗਾ? ਵੀ ਧੋ ਕੇ ਚੱਲ, ਵਿਗੜੇਗਾ ਕੁਛ? ਠੀਕ ਸੀ, ਚੱਲ ਧੋਣੇ ਚਾਹੀਦੇ ਸੀ। ਐਸੇ ਭਿਆਨਕ ਸਮੇਂ ਦੇ ਵਿੱਚ ਇਹ ਲੋਕ ਸੱਚ ਨਾਲ ਖੜੇ ਰਹੇ, ਸਬਰ ਰੱਖ ਕੇ। ਇਹ ਇਸ ਕਾਬਲੇ ਨੇ ਵੀ ਇਹਨਾਂ ਦੇ ਚਰਨ ਧੋਤੇ ਜਾਣ। ਮੇਰਾ ਮਨ ਕਰਦਾ ਤੋੜ ਨੂੰ, ਉਹਦਾ ਮਨ ਕਰਦਾ ਸੀ ਉਹਨੇ ਤੋਲੇ। ਜੇ ਉਹਨੇ ਤੋਲੇ, ਉਹਦਾ ਨੋ ਵੀ ਚੱਲਦਾ ਅੱਜ ਅਵਤਾਰਾਂ 'ਚ। ਅੱਜ ਉਹਦਾ ਨੋ ਵੀ ਚੱਲਦਾ। ਨਿਵੇਂ ਸਕੋਰਾ ਹੋਏ ਜੇ ਉਹਨੇ ਚਰਨ ਧੋਤੇ, ਜਿਹਨਾਂ ਦੇ ਚਰਨ ਧੋਤੇ, ਉਹਨਾਂ ਨੇ ਉਹਨੂੰ ਬੜਾ ਹੀ ਮੰਨਿਆ, ਛੋਟਾ ਨਹੀਂ ਮੰਨਿਆ। ਉਹ ਕਹਿੰਦੇ ਅਸੀਂ ਤਾਂ ਇਸ ਕਾਬਲ ਨਹੀਂ ਸੀ ਚਰਨ ਧੋਣ ਦੇ। ਇਹਦੀ ਉਹ ਵਡਿਆਈ ਹੈ, ਇਹਦੀ ਵਡਿਆਈ ਹੈ ਬਈ। ਉਹਨਾਂ ਦਾ ਮਨ ਪੁੱਛਿਆ ਜਾਣੀ, ਜਿਹਨਾਂ ਦੇ ਚਰਨ ਉਹਨੇ ਧੋਤੇ, ਰਾਜੇ ਨੇ। ਉਹਨਾਂ ਦੇ ਮਨ 'ਚ ਕਿੰਨੀ ਇੱਜ਼ਤ ਹੋਈ ਹੋਊ ਰਾਜੇ ਦੀ, ਪਾਰਸਨਾਥ ਦੀ। ਇਹ ਤਾਂ ਅੰਦਾਜ਼ਾ ਲਾਇਆ ਜਾ ਸਕਦਾ। ਇਹ ਤਾਂ ਸਹਿਜ ਹੀ ਹੰਕਾਰ ਨਹੀਂ ਦਿਖਾਇਆ ਉਹਨੇ। ਦੇਖੋ ਚਰਨ ਧੋ ਕੇ ਹੰਕਾਰ ਤੋਂ ਬਚ ਗਿਆ, ਸਾਬਤ ਕਰਦਾ ਵੀ ਹੰਕਾਰ ਵਾਲੀ ਗੱਲ ਨਹੀਂ ਹੈ ਮੇਰੇ 'ਚ। ਇਹ ਵੀ ਸਾਬਤ ਕਰਦਾ। ਚਿੱਠੀਆਂ ਭੇਜੀਆਂ ਮੁਕਾਏ ਨੇ, ਰਾਤ ਖੋਲੇ, ਤਾਜ ਲਾਤੇ ਜਿਹੜੇ ਨਹੀਂ ਸੀ ਆਉਂਦੇ। ਹੰਕਾਰ ਹੈ ਉੱਥੇ। ਸ਼ਕਤੀ ਦਾ ਪ੍ਰਦਰਸ਼ਨ ਕਰਦਾ, ਹੰਕਾਰ ਹੈ ਉੱਥੇ। ਜ਼ਬਰਦਸਤੀ ਕਰਦਾ ਲੋਕਾਂ ਨੂੰ ਵੀ ਗੁਰਮਤਿ ਵਾਲਾ, ਉਹ ਹੰਕਾਰ ਹੈ ਇੱਥੇ। ਪਰ ਜਦ ਇਹਨਾਂ ਦੇ ਜਿਹਨਾਂ ਨੂੰ ਕੋਈ ਨਹੀਂ ਪੁੱਛਦਾ, ਪੈਰ ਤੋਂ ਉੱਤੇ ਅਰਗ ਕਰ ਲਿਆ, ਹੰਕਾਰ ਸਾਰਾ ਹੀ ਲਾਤਾ। ਗੰਗਾ ਜੇ ਇਸ਼ਨਾਨ, ਇਹ ਗੰਗਾ ਸੀ ਜੀ ਜੇ ਇਸ਼ਨਾਨ ਕੀਤਾ, ਇਹੀ ਗੰਗਾ ਹੈ। ਇਹ ਗੰਗਾ ਕਹਿੰਦੀ ਹੈ, ਗੰਗਾ ਕਹਿੰਦੀ ਹੈ। ਗੰਗਾ ਨੂੰ ਸਵਾਲ ਕੀਤਾ ਵੀ ਤੂੰ ਸਾਰਿਆਂ ਦੇ ਪਾਪ ਲਾਉਣੀ ਹੈ, ਤੇਰੇ ਪਾਪ ਕਿਵੇਂ ਲੈਂਦੇ ਨੇ? ਉਹ ਕਹਿੰਦੇ ਵੀ ਮੇਰੇ 'ਚ ਕੋਈ ਚਰਨ ਜਾਂ ਸੰਤ ਆ ਕੇ ਪੈਰ ਪਾ ਦਿੰਦਾ ਨਾ, ਸਾਰੇ ਹੀ ਪਾਪ ਲਾ ਦਿੰਦਾ ਮੇਰੇ। ਜੋ ਕੁਛ ਕੀਤਾ ਇਹ ਸੰਤਾਂ ਦੇ ਚਰਨਾਂ ਨੇ ਸਾਰੇ ਹੀ ਲਾ ਦਿੱਤਾ। ਹੰਕਾਰ। ਉਹ ਆ ਗੰਗਾ ਨੂੰ ਕਾਹਨੂੰ ਪਾਪ ਲਾਉਂਦੀ ਹੈ, ਕਾਹਨੂੰ ਚੜ੍ਹਦੇ ਨੇ, ਤਾਂ ਗੱਲਾਂ ਨੇ। ਉਹ ਗੰਗਾ ਹੀ ਸੀ ਇਹ ਪਾਰਸਨਾਥ। ਪਾਰਸਨਾਥ ਹੈ ਗੰਗਾ। ਪਾਰਸਨਾਥ ਨੇ ਜੋ ਕੁਛ ਕੀਤਾ, ਜ਼ਬਰਦਸਤੀ ਕੀਤੀ, ਪਾਪ ਲਾਹੇ ਨੇ ਉਹਨਾਂ ਦੇ ਸਾਰਿਆਂ ਦੇ। ਲਾਹੇ ਪਾਪੇ ਨੇ ਹੰਕਾਰੀਆਂ ਦੇ। ਹੰਕਾਰੀਆਂ ਦੇ ਪਾਪੇ ਲਾਹੇ ਨੇ, ਪਰ ਆਪਣੇ ਪਾਪ ਲਾਹੇ ਹੋਏ ਉਹਨਾਂ ਤੇ ਲਾ ਲਏ।
ਆਪਣੇ ਪਾਪ ਲਾਏ ਉਹਨਾਂ ਤੇ ਲਾ ਦੇ। ਕੋਈ ਨਹੀਂ ਕਹਿ ਸਕਦਾ ਵੀ ਰਾਜਾ ਹੰਕਾਰੀ ਹੈ। ਜੇ ਕੰਨਾਂ ਫੂਸੀ ਚੱਲਦੀ ਵੀ ਰਾਜਾ ਹੰਕਾਰੀ ਹੈ, ਵੀ ਐਂ ਕਰਦਾ ਚਿੱਠੀਆਂ ਲਿਖੀਆਂ, ਨਹੀਂ ਚੱਲ ਸਕਦੀ, ਕਿਉਂਕਿ ਸਾਰਿਆਂ ਦੇ ਪੈਰ ਜਦੋਂ ਨੇ ਸਵਾਲ ਉੱਠਣੀ ਬੰਦ ਕਰਤੇ। ਕਰੈ ਬੈਠ ਕੇ ਵੇਦ ਵਿਦਿਆ ਵਿਚਾਰਨ। ਬੈਠ ਲੈ, ਉਹਨਾਂ ਨੂੰ ਨੇੜੇ ਬਿਠਾ ਲਿਆ, ਕਿਉਂ ਪਹਿਲੇ ਹੀ ਵਿਦਿਆ ਵਿਚਾਰਨ ਵਾਲੇ ਨੇ। ਆਓ ਭਾਈ ਆਪਾਂ ਵਿਦਿਆ ਵਿਚਾਰੀ, ਇਹ ਵੀ ਸੁਣਨਗੇ ਨਾਲ। ਉਹਨਾਂ ਨੇ ਵਿਦਿਆ ਵਿਚਾਰ ਸ਼ੁਰੂ ਕੀਤੀ, ਉਹਨਾਂ ਨਾਲੇ ਕਰਨੀ ਸੀ ਵਿਦਿਆ ਵਿਚਾਰ ਸ਼ੁਰੂ। ਜਿਹਨਾਂ ਨੂੰ ਪਹਿਲਾਂ ਹੀ ਪਤਾ ਕੁਝ ਥੋੜਾ ਬਹੁਤਾ, ਜਿਹੜੇ ਗੁਰੂ ਨਾਨਕ ਦੀ ਇੱਛਾ ਭੁੱਖ ਰੱਖਦੇ ਸੀ, ਉਹਨਾਂ ਨਾਲੇ ਵਿਚਾਰ ਕਰ ਲਓ। ਪ੍ਰਕਾਸ਼ੋ ਸਭੈ ਆਪ ਆਪੰ ਪ੍ਰਕਾਰਨ। ਆਪਣੇ ਆਪ ਦੇ ਸਾਰਾ ਨੇ ਗਿਆਨ ਦਾ ਪ੍ਰਕਾਸ਼ ਪਾਇਆ, ਜਿਹੇ ਜਾਂ ਕਿਸੇ ਕੋਲ ਸੀ ਗਿਆ, ਜਾਂ ਜੀ ਕਿਸੇ ਦੀ ਬੁੱਧੀ ਸੀ। ਪ੍ਰਕਾਸ਼ੋ ਸਭੈ ਆਪ ਆਪੂ ਪ੍ਰਕਾਰਨ। ਆਪ ਆਪਣੇ ਪ੍ਰਕਾਰ ਨਾਲ ਗੁਰਮਤਿ ਤੇ ਪ੍ਰਕਾਸ਼ ਪਾਇਆ ਉਹਨੂੰ, ਜਿਹੇ ਜੀ ਸਮਝ ਸੀ ਉਹਨਾਂ ਨੂੰ। ਤਕੰ ਟਕ ਲਾਗੀ ਮੁਖੰਗ ਮੁਖ ਪੇਖਿਓ। ਪਰ ਟਿਕਟਿਕੀ ਲੱਗੀ ਜਿਹੜੇ ਦੂਏ ਤੇ ਸਾਰੇ, ਉਹਨਾਂ ਦੀ ਜਾਂ ਚਰਚਾ ਹੁੰਦੀ ਹੈ ਗੁਰਮੁਖਾਂ ਦੀ ਬੈਠ ਕੇ, ਸਾਰੇ ਟਿਕਟਿਕੀ ਲਾ ਕੇ ਦੇਖਦੇ ਨੇ ਵੀ ਇੱਕੋ ਸੁਰ ਚ ਬੋਲਦੇ ਨੇ ਸਾਰੇ। ਇਹ ਉਹਨਾਂ ਦੀ ਇੱਕ ਦੂਏ ਨਾਲ ਸੁਰ ਨਹੀਂ ਮਿਲਦੀ, ਗੁਰਮੁਖਾਂ ਦੀ ਉਹ ਨਹੀਂ ਮਿਲਦੀ ਸੁਰ। ਹੰਕਾਰ ਹੈ ਨਾ, ਉੱਥੇ ਸੁਰ ਕਿਵੇਂ ਮਿਲੇ? ਜਦ ਇੱਕ ਸੁਰ ਚ ਬੋਲਣ ਲੱਗੇ, ਸਾਰਿਆਂ ਦੀ ਟਿਕਟਿਕੀ ਲੱਗ ਗਈ ਉੱਥੇ, ਤਾਂ ਚੜ੍ਹਨ ਧੋਤੇ ਨੇ। ਫਿਰ ਸਮਝ ਆਈ ਵੀ ਚੜ੍ਹਨ ਕਿਉਂ ਧੋਤੇ ਨੇ। ਬਸ ਛੱਡ ਕੇ ਹਥਿਆਰ ਫਿਰ ਪਹਿਲਾਂ ਬਗਾਵਤ ਦੇ ਸੁਰ ਉੱਠਣ ਦੀ ਵੀ ਸਲਾਹ ਕਰ ਸਕਦੇ ਨੇ ਲੋਕ। ਹਾਂ, ਸੁਣਿਓ ਕਾਨ ਹੋਤੋ ਸੋ ਤਾਂ ਆਖ ਦੇਖਿਓ। ਤਕੰ ਟਕ ਲਾਗੀ ਮੁਖੰਗ ਮੁਖ ਪੇਖਿਓ। ਇੱਕ ਦੂਏ ਦੇ ਮੂੰਹ ਵੱਲ ਦੇਖਦੇ ਨੇ, ਪਰ ਜੋ ਗੱਲਾਂ ਸੁਣੀਆਂ ਹੁੰਦੀਆਂ ਸੀ ਨਾ ਪਹਿਲਾਂ, ਉਹ ਅੱਖੀਂ ਦੇਖ ਲੀਆਂ। ਸੁਣਿਓ ਕਾਨ ਹੋਤੋ, ਜੋ ਸੁਣੀਆਂ ਹੋਈਆਂ ਸੀ ਨਾ ਜੀਵਨ ਮੁਕਤ ਅਵਸਥਾ, ਉਹ ਸਾਹਮਣੇ ਪ੍ਰਗਟ ਦੇਖ ਲਈ। ਆਹ ਹੁੰਦੀ ਹੈ ਜੀਵਨ ਮੁਕਤ ਅਵਸਥਾ, ਇਹ ਹੁੰਦੀ ਹੈ। ਉਹ ਸੁਣੀ ਹੋਈ ਹੋ ਸੀ ਪਹਿਲਾਂ ਤਾਂ ਵੇਦਾਂ ਚੋਂ, ਸਮਝ ਲਈ ਵੀ ਆਹ ਹੁੰਦੀ ਹੈ, ਐ ਹੁੰਦੀ ਹੈ। ਗੱਲਾਂ ਤਾਂ ਉਹ ਕਰ ਰਹੇ ਨੇ ਆਪਸ ਵਿੱਚ ਹੀ, ਉਹਨਾਂ ਨੂੰ ਪਤਾ ਲੱਗ ਰਿਹਾ। ਸੁਣਿਓ ਕਾਨ ਹੋਤੋ ਸੋ ਤਾਂ ਆਖ ਦੇਖਿਓ। ਅੱਖੀ ਦੇਖ ਲਿਆ, ਸੋ ਅੱਖੀ ਦੇਖਿਓ। ਉਹ ਇੱਕ ਦੂਏ ਦੇ ਨਾਲ ਚਰਚਾ ਕਰ ਰਹੇ ਨੇ, ਉਹ ਤਾਂ ਸੁਣੇ ਰਹੇ ਨੇ ਦੂਏ ਤਾਂ। ਉਹ ਦੂਆਂ ਨੇ ਜਿਹੜੀਆਂ ਗੱਲਾਂ ਕਰਦੇ ਤੇ ਨਾ, ਸੁਣ ਸਮਾਧ ਔਰ ਸਹਿ ਸਮਾਧ ਦਾ ਫਰਕ ਕੀ ਹੁੰਦਾ ਹੈ? ਸੁਣ ਸਮਾਧ ਕਿਵੇਂ ਲੱਗ ਜੂ? ਲੱਗੇ ਨਹੀਂ ਸਕਦੀ। ਉਹ ਕਹਿੰਦੇ ਹਾਂ ਇਹਦਾ ਕਮਲੇ ਨੇ ਲੱਗ ਕਿਵੇਂ ਸਕਦੀ ਹੈ? ਤੁਹਾਨੂੰ ਵੀ ਪਤਾ ਹੀ ਹੈ ਕਿਤੇ ਲੱਗਦੀ ਹੁੰਦੀ ਹੈ। ਹੁਣ ਇਹ ਨਹੀਂ ਮੰਨਦੇ, ਕੀ ਕਰੀਏ? ਨਿਕਲ ਕੇ ਫੂਕ ਜਾਂ ਤਾਂ ਜਵਾਬ ਦੇਣ। ਉਹਨਾਂ ਨੂੰ ਕੁਝ ਨਹੀਂ ਕਿਹਾ, ਉਹਨਾਂ ਨੂੰ ਸੁਣਾਇਆ ਹੀ ਹੈ। ਚਰਚਾ ਤਾਂ ਆਪੇ ਕਰ ਰਹੇ ਨੇ, ਸੰਤਾਂ ਨਾਲੇ ਚਰਚਾ ਕਰ ਰਹੇ ਨੇ। ਸੁਣ ਲਓ। ਓਹੋ ਨਹੀਂ ਸੁਣਨਗੇ ਡਾਂਗ, ਉਹਨੂੰ ਪਤਾ ਵੀ ਭਾਈ ਆਹ ਕੰਮ ਕਰਨਾ। ਉਹ ਆਪੇ ਨਹੀਂ, ਉਹਦਾ ਆਪੇ ਕਹਿੰਦਾ ਕੀ ਕਰਨਾ, ਕੀ ਕਰਨਾ ਉਹ ਸੁਣ ਲਓ। ਆਏ ਕਰਨਾ, ਕੀ ਕਰਨਾ ਉਹਨੂੰ ਸੰਤਾਂ ਦੀ ਚਰਚਾ ਜੇ ਪਤਾ ਲੱਗ ਜੂ ਕੀ ਕਰਨਾ। ਉਹ ਬੰਦੇ ਬੈਠੇ ਨੇ, ਉਹਨਾਂ ਤੋਂ ਪੁੱਛੋ ਕੀ ਕਰਨਾ, ਕੀ ਕਰਨਾ ਇਹਨਾਂ ਤੋਂ ਪੁੱਛ ਲਓ ਕੀ ਕਰਨਾ। ਉਹ ਕਿਹੜਾ ਇੱਕ ਥਾਂ ਬੈਠੇ ਸੀਗੇ, ਇਹਨਾਂ ਨਾਲ ਸੰਪਰਕ ਕਰੋ। ਉਹ ਜਿਵੇਂ ਮੰਜੀਆਂ ਥਾਪੀਆਂ ਦੇ ਥਾਪੇ ਗਈਆਂ ਮੰਜੀਆਂ, ਉਹ ਕਿਹੜਾ ਇੱਕ ਥਾਂ ਜੰਮਦੇ ਹੁੰਦੇ ਨੇ, ਬੱਲੇ ਬੱਲੇ ਹੁੰਦੇ ਨੇ। ਉਹ ਬਣਾਤੇ, ਉਹ ਇਹਦੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਪਬਲਿਕ ਜੁੜੀ ਹੈ। ਚੱਲ ਸਾਰਾ ਨੈਟਵਰਕ ਚਾਲੂ ਕਰਤਾ, ਨੈਟਵਰਕ ਚਾਲੂ ਹੋ ਗਿਆ। ਪ੍ਰਕਾਸ਼ੋ ਸਭੈ ਆਪ ਆਪਮ ਪੁਰਾਣੰ। ਆਪਣੇ ਆਪਣੇ ਪੁਰਾਣਾਂ ਦਾ ਵੀ ਪ੍ਰਕਾਸ਼ ਹੋਇਆ ਆਪਣੇ ਆਪਣੇ ਤਰੀਕੇ ਨਾਲ। ਜਿਵੇਂ ਆਹ ਆਪਾਂ ਕਹਿੰਦੇ ਹਾਂ ਤਰਬਰ ਏਕ ਅਨੰਤ ਡਾਰ ਸਾਖਾ, ਇਹ ਜਿਹੜੀਆਂ ਬੁਝਾਰਤਾਂ ਨੇ ਵਿੱਚ, ਬੁਝਾਰਤਾਂ ਨੂੰ ਵੀ ਆਪਣੇ ਆਪਣੇ ਤਰੀਕੇ ਨਾਲ ਬੁੱਝ ਕੇ ਦੱਸਿਆ। ਬੁਝਾਰਤ ਜਿਹੜੀ ਹੈ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਇਹਦੇ ਅਰਥ ਇੱਕੋ ਜਿਹੇ ਨਹੀਂ ਕਰਦੇ ਸਾਰੇ। ਕੋਈ ਕਿਸ ਤਰੀਕੇ ਨਾਲ ਸਮਝਾਉਂਦਾ, ਕੋਈ ਕਿਸ ਤਰੀਕੇ ਨਾਲ ਸਮਝਾਉਂਦਾ। ਆਪਣੇ ਆਪਣੇ ਤਰੀਕੇ ਨਾਲ ਇਹ ਬੁਝਾਰਤਾਂ ਬੁੱਝ ਕੇ ਦੱਸੀਓ।
ਕਿਸੇ ਨੇ ਪੂਰੀ ਬੁੱਝ ਲਈ, ਕਿਸੇ ਨੇ ਘੱਟ ਬੁੱਝ ਲਈ, ਕਿਸੇ ਨੇ ਉਦੋਂ ਘੱਟ ਬੁੱਝ ਲਈ, ਕਿਸੇ ਨੇ ਗਲਤ ਬੁੱਝੀ, ਉਹਨੂੰ ਦੱਸਤੀ। ਬੁੱਝਣ ਦੀ ਕੋਸ਼ਿਸ਼ ਕਰਦਾ ਸੀ ਕੋਈ, ਆਪਣੇ ਆਪਣੇ ਪ੍ਰਕਾਸ਼ ਪਾਏ, ਆਪਣੀ ਆਪਣੀ ਬੁੱਧ ਦਾ, ਆਪ ਆਪਣੀ ਬੁੱਧ ਹੈ ਜੇਤੀ। ਰੜੋ ਦੇਸ ਦੇਸਾਨ ਵਿਦਿਆ ਮੁਹਾਨ। ਹਾਂ, ਦੇਸ਼ ਦੀ ਵਿਦਿਆ ਹੈਗੀ ਹੈ, ਸਾਰੇ ਹੀ ਆਏ ਨੇ। ਦੇਖੋ ਜਿਹੜਾ ਹੈ ਇਹਨਾਂ ਦਾ ਮੁਸਲਮਾਨਾਂ ਦਾ ਸੁਲੇਮਾਨੀ ਜਿਹੜੀ ਉਹ ਤਲਵਾਰ ਕਹਿੰਦੇ ਨੇ ਇਹਨਾਂ ਕੋਲ, ਉਹ ਸੁਲੇਮਾਨੀ ਤਲਵਾਰ ਗਿਆਨ ਖੜਗੇ ਹੈ, ਉਹ ਗੁਰਮਤਿ ਹੈ। ਉਹ ਸੁਲੇਮਾਨੀ ਖੜ ਕਹਿ ਕੇ ਕਰਦੇ ਨੇ, ਕੋਈ ਕੁਛ ਕਹਿ ਕੇ ਕਰਦਾ, ਕੋਈ ਕੁਛ ਕਹਿ ਕੇ ਕਰਦਾ। ਇਸ ਤਰੀਕੇ ਨਾਲ ਸਾਰੇ ਹੀ ਹੈ ਸਭ ਕੁਛ। ਉਹ ਉੱਥੇ ਸਾਂਝਾ ਕਰ ਰਹੇ ਨੇ ਵੀ ਸਾਡੇ ਇਸ ਤਰੀਕੇ ਨਾਲ ਗੱਲ ਕਹੀ ਹੋਈ ਹੈ, ਇਹਨਾਂ ਦੇ ਇਸ ਤਰੀਕੇ ਨਾਲ ਗੱਲ ਕਹੀ ਹੋਈ ਹੈ, ਇਹਨਾਂ ਦੇ ਇਸ ਤਰੀਕੇ ਨਾਲ ਗੱਲ ਕਹੀ ਹੈ, ਇਹਨਾਂ ਦੇ ਇਸ ਤਰੀਕੇ ਨਾਲ ਗੱਲ ਕਹੀ। ਬਸ ਕਰੋ ਭਾਂਤ ਭਾਤਨ ਸੋ ਵਿਦਿਆ ਵਿਚਾਰ। ਭਾਂਤ ਦੇ ਤਰੀਕਿਆਂ ਨਾਲ ਉਹ ਵਿਦਿਆ ਦੀ ਵਿਚਾਰ ਕਰਦੇ ਨੇ, ਵਿਦਿਆ ਹੀ ਵਿਚਾਰਦੇ ਨੇ, ਆਪਣੇ ਆਪਣੇ ਇਲਾਕਿਆਂ ਦੀ ਵਿਦਿਆ ਵਿਚਾਰਦੇ ਨੇ। ਨਿਰਭੈ ਚਿੱਤ ਦੈ ਕੈ ਮਹਾ ਤਰਾਸ ਟਾਰੰ। ਨਿਰਭੈ ਚਿੱਤ ਦੈ ਕੈ ਮਹਾ ਤਰਾਸ ਟਾਰੰ। ਸਾਰਿਆਂ ਨੂੰ ਨਿਰਭੈਤਾ ਦਾ ਦਾਨ ਦਿੱਤਾ ਵੀ ਭੈ ਰੱਖਣ ਦੀ ਲੋੜ ਕੋਈ ਨਹੀਂ। ਨਿਰਭੈ ਹੋ ਕੇ ਕਰੋ, ਨਿਰਭੈ ਹੋ ਕੇ ਮਤਲਬ ਰਹੋ। ਆਪਾਂ ਨੇ ਉਹ ਕੰਮ ਕਰਨਾ ਜਿਹੜਾ ਕਰਨ ਆਏ ਆ ਸੰਸਾਰ ਦੇ ਵਿੱਚ। ਕਿਸੇ ਨੂੰ ਭੈ ਦੇਣ ਦੀ ਲੋੜ ਨਹੀਂ ਹੈ, ਕਿਸੇ ਤੋਂ ਭੈ ਮੰਨਣ ਦੀ ਲੋੜ ਨਹੀਂ। ਨਿਰਭੈ ਹੋਏ ਭਜੋ ਭਗਵਾਨ। ਮਹਾ ਤਰਾਸ ਟਾਰੰ। ਸਾਰਿਆਂ ਦਾ ਜਿਹੜਾ ਡਰ ਸੀ ਉਹ ਦੂਰ ਕਰਤਾ। ਡਰਨ ਦੀ ਲੋੜ ਨਹੀਂ ਹੈ ਮੈਥੇ ਕਿਸੇ ਨੂੰ। ਤੁਹਾਨੂੰ ਕੋਈ ਕੈਦ ਕਰਨ ਵਾਸਤੇ ਨਹੀਂ ਇੱਥੇ ਬੁਲਾਇਆ, ਇਹ ਕਿਸੇ ਨੇ ਜ਼ੋਰ ਜ਼ਬਰਦਸਤੀ ਕਰਨ ਵਾਸਤੇ ਨਹੀਂ ਬੁਲਾਇਆ। ਆਹ ਕੰਮ ਬੁਲਾਇਆ ਸੀ। ਇਹ ਹੈਗੇ ਨੇ ਸੰਤ ਉੱਥੇ ਬੈਠੇ, ਇਹ ਜਿਹੜੀ ਗੱਲ ਦਾ ਤੁਹਾਨੂੰ ਨਹੀਂ ਸਮਝ ਆਉਂਦੀ ਇਹਨਾਂ ਤੇ ਪੁੱਛ ਲਓ। ਆਪਾਂ ਨੇ ਪੈਟਰਨ ਬਦਲਣਾ ਰਾਜ ਦਾ, ਬਸ ਇਹ ਕਹਿ ਕੇ ਸਾਰਿਆਂ ਨੂੰ ਕਹਿੰਦਾ ਜਾਓ ਘਰਾਂ ਨੂੰ ਖੁਸ਼ੀ ਕਰੋ ਆਪਣੀ ਜਾ ਕੇ।